लैके आ चुके हैं दोस्तों जमात 12वीं वालिਆਂ ਦਾ ਜਰਨਲ ਇੰਗਲਿਸ਼ ਦਾ ਪੇਪਰ ਜਿਹੜਾ ਤੁਹਾਡਾ ਹੋਣਾ ਵਾ 28 ਫਰਵਰੀ 2025 ਨੂੰ। ਤਾਂ ਇਸ ਵੀਡੀਓ ਦੇ ਵਿੱਚ ਸ਼ਾਂਤੀ ਗੈਸ ਪੇਪਰ ਲੈ ਕੇ ਆ ਚੁੱਕੇ ਆ ਬਿਲਕੁਲ ਨਵੇਂ ਵਾਲਾ। ਦੇਖ ਲਓ ਆਹ ਡੇਟ ਦਿਖਾ ਦੇਣਾ ਇੱਥੇ ਪੀਡੀਐਫ ਦੇ ਵਿੱਚ ਆ ਰਿਹਾ, ਲਿਖੀ ਹੋਈ ਹੈ ਨਾ ਡੇਟ ਫਰਵਰੀ 22 2025 ਨੂੰ ਇਹ ਛਪਿਆ ਵਾ। ਬਿਲकुल ਨਿਊ ਆ, ਫਰੈਸ਼ ਆ ਗੈਸ ਪੇਪਰ, ਸ਼ਾਂਤੀ ਗੈਸ ਪੇਪਰ 2025 ਦਾ। ਤਾਂ ਚਲੋ ਦੋਸਤੋ ਤੁਹਾਡੀ ਤਿਆਰੀ ਕਰਾ ਦਿੰਦੇ ਆ। ਕਲਾਸ 12ਵੀਂ ਦਾ ਜਰਨਲ ਇੰਗਲਿਸ਼ ਦਾ ਜਿਹੜਾ 28 ਫਰਵਰੀ ਨੂੰ ਪੇਪਰ ਹੋਣਾ ਵਾ, ਅੱਜ 26 ਫਰਵਰੀ ਹੈ, ਦਿਨ ਵੀ ਥੋੜੇ ਜਿਹੇ ਹੀ ਰਹਿ ਗਏ ਹਨ। 80 ਨੰਬਰ ਦਾ ਪੇਪਰ ਆ ਤੁਹਾਡਾ ਇਹ ਪੇਪਰ ਪੈਟਰਨ ਸਟਰਕਚਰ ਆਫ ਕੁਐਸਚਨ ਪੇਪਰ ਦਿੱਤਾ ਹੈ, ਤੁਸੀਂ ਇਸ ਨੂੰ ਦੇਖ ਲੈਣਾ ਵਾ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਕੁਐਸਚਨ ਪੇਪਰ ਜਿਹੜਾ ਆਊਗਾ ਉਹਦੇ ਵਿੱਚ ਸੈਕਸ਼ਨ ਏ ਦੇ ਵਿੱਚ ਰੀਡਿੰਗ ਕੰਪਰੀਹੈਂਸ਼ਨ ਆਣਗੇ ਜੋ ਕਿ 16 ਮਾਰਕਸ ਦੀ ਹੋਏਗੀ, ਤੇ 16 ਮਾਰਕਸ ਦੇ ਅੰਦਰ ਹੀ ਤੁਹਾਨੂੰ ਪੈਸੇਜ ਆਏਗੀ ਜੋ ਕਿ 10 ਨੰਬਰ ਦੀ ਹੋਏਗੀ ਸਿੱਧਾ ਸਿੱਧੂ। ਠੀਕ ਹੈ, ਤਾਂ ਦੇਖੋ ਸਭ ਤੋਂ ਪਹਿਲਾਂ ਇਹਨਾਂ ਨੇ ਸ਼ਾਂਤੀ ਗੈਸ ਪੇਪਰ ਵਾਲਿਆਂ ਨੇ ਆਹ ਪਾਇਆ ਹੋਇਆ ਪੈਨਸਿਲਿਨ ਵਾਲਾ। ਤਾਂ ਦੇਖੋ ਕਿ ਇਹ ਪੈਨਸਿਲਿਨ ਇਜ਼ ਵਨ ਆਫ ਦਾ ਮੋਸਟ ਯੂਜ਼ਫੁਲ ਡਰੱਗਸ ਇਨਵੈਂਟਡ ਬਾਏ ਮੈਨ। ਪੈਨਸਿਲਿਨ, ਠੀਕ ਹੈ ਜੀ, ਪੈਨੀਸਿਲਿਨ ਮਨੁੱਖ ਦੁਆਰਾ ਜਿਹੜਾ ਹੈਗਾ ਖੋਜੀਆਂ ਗਈਆਂ, मतलब ਜਿਹੜਾ ਸਰਚਿੰਗ ਹੁੰਦੀ ਹੈ, ਠੀਕ ਹੈ, ਜਿਹੜਾ ਆਪਣਾ ਲਿਖਿਆ ਹੋਇਆ ਨਾ ਦੋਸਤੋ ਇਨਵੈਂਟਡ, ਜਦੋਂ ਕੋਈ ਆਪਾਂ ਨਿਊ ਇਨੋਵੇਸ਼ਨ ਕਹਿ ਸਕਦੇ ਹਾਂ, ਠੀਕ ਹੈ ਜੀ, ਉਹਦੇ ਵਿੱਚੋਂ ਖੋਜਿਆ ਗਿਆ ਦੋਸਤੋ ਸਭ ਤੋਂ ਲਾਭਦਾਇਕ ਦਵਾਈ ਵਿੱਚੋਂ ਇੱਕ ਹੈ। ਠੀਕ ਹੈ, ਤੇ ਕੀ ਹੈ ਵਿਦ ਇਟਸ ਹੈਲਪ, ਯਾਨੀ ਕਿ ਇਸ ਦੀ ਮਦਦ ਨਾਲ ਕੀ ਹੋਇਆ ਦੋਸਤੋ, ਵੀ ਕੈਨ ਹੀਲ ਵਾਉਂਡਸ ਕਾਊਜ਼ਡ ਬਾਏ ਬੈਕਟੀਰੀਆ ਵਿਚ ਕੈਨ ਨੋਟ ਬੀ ਅਦਰਵਾਈਜ਼ ਹਿਲਟਡ, ਯਾਨੀ ਕਿ ਬਈ ਇਸ ਦੀ ਮਦਦ ਨਾਲ ਅਜਿਹੀ ਜਿਹੜੀ ਹੈ ਬੈਕਟੀਰੀਆ ਆ ਲਿਖਿਆ ਨਾ ਦੋਸਤੋ ਇਹਨਾਂ ਨੇ ਇੱਥੇ ਆਹ, ਹਾਂਜੀ ਬੈਕਟੀਰੀਆ ਆ ਰਿਹਾ ਬੈਕਟੀਰੀਆ। ਠੀਕ ਹੈ, ਕੀ ਹੋਇਆ ਦੋਸਤੋ, ਇਸ ਦੀ ਮਦਦ ਨਾਲ ਅਸੀਂ ਬੈਕਟੀਰੀਆ ਕਾਰਨ ਹੋਏ ਜ਼ਖਮਾਂ ਨੂੰ ਠੀਕ ਕਰ ਸਕਦੇ ਹਾਂ। ਠੀਕ ਹੈ, ਮੈਂ ਮੋਟਾ ਮੋਟੀ ਦੱਸ ਦੇਣਾ ਦੋਸਤੋ ਕਿਉਂਕਿ ਕੱਲੀ ਲਾਈਨ ਪੜ੍ਹ ਕੇ ਦੱਸਣਾ ਇਹਦੇ ਵਿੱਚ ਮੁਸ਼ਕਿਲ ਹੋ ਜਾਏਗਾ ਤੇ ਵੀਡੀਓ ਵੀ ਕਾਫੀ ਜ਼ਿਆਦਾ ਲੰਬੀ ਹੋ ਜਾਂਦੀ ਆ। ਤੇ ਦੇਖੋ ਕੀ ਲਿਖਿਆ ਇਹਦੇ ਵਿੱਚ, ਆਹੀ ਲਿਖਿਆ ਹੈ ਕਿ ਸ਼ੁਰੂ ਵਿੱਚ ਬਹੁਤ ਘੱਟ ਲੋਕ ਇਸ ਅਦਭੁਤ ਖੋਜਾਂ ਜਾਂ ਫਿਰ ਇਸ ਦੀ ਵਰਤੋਂ ਬਾਰੇ ਜਾਣਦੇ ਸਨ। ਪਹਿਲੀਆਂ ਵਿਗਿਆਨੀਆਂ ਅਤੇ ਹੋਰ ਫਿਰ ਸਰਕਾਰਾਂ ਅਤੇ ਮੰਤਰੀਆਂ ਦਾ ਇਸ ਵਿੱਚ ਜਿਹੜੀ ਕਿ ਇੰਟਰਸਟ ਹੋ ਗਿਆ ਉਹਨਾਂ ਨੂੰ। ਠੀਕ ਹੈ, ਕਿਉਂਕਿ ਦੋਸਤੋ ਪੈਨੀਸਿਲਿਨ ਜ਼ਖਮੀ ਜਿਹੜਾ ਹੈਗਾ ਵਾ ਆਪਣਾ ਜ਼ਖਮੀ ਸਿਪਾਹੀਆਂ ਨੂੰ ਬਚਾ ਸਕਦੀ ਸੀ। ਠੀਕ ਹੈ, ਯੁੱਧ ਵਿੱਚ ਮਦਦਗਾਰ ਸੀਗੀ ਇਹ। ਠੀਕ ਹੈ, ਆ ਲਿਖਿਆ ਨਾ ਵੌਂਡਡ ਸੋਲਜਰਸ, ਤੇ ਵਾਰ ਦੇ ਵਿੱਚ ਇਹ ਹੈਲਪਫੁਲ ਸੀ। ਇਸ ਲਈ ਦੋਸਤੋ ਉਹਨਾਂ ਦਾ ਨਿਰਮਾਣ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ। ਠੀਕ ਹੈ ਜੀ, ਇਸ ਨੂੰ ਤਿਆਰ ਕਰਨ ਲਈ ਦੋਸਤੋ ਵਿਸ਼ਾਲ ਜਿਹੜੇ ਹੈਗੇ ਕਾਰਖਾਨੇ, ਬਹੁਤ ਵੱਡੇ ਕਾਰਖਾਨੇ ਲਾਏ ਗਏ। ਇਸ ਦੀ ਮਦਦ ਨਾਲ ਦੋਸਤੋ ਸੈਂਕੜੇ ਹੀ ਹਜ਼ਾਰਾਂ ਸੈਨਿਕਾਂ ਦੀ ਜਾਨ ਬਚਾਈ ਗਈ ਸੀਗੀ। ਠੀਕ ਹੈ, ਪੈਨਸਿਲਿਨ ਜਦੋਂ ਮਨੁੱਖਾਂ ਖੂਨ ਦੀਆਂ ਧਾਰਾਵਾਂ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਉਹਨਾਂ ਹਿੱਸਿਆਂ ਵਿੱਚ ਸਹਾਇਤਾ ਵਜੋਂ ਕੰਮ ਕਰਦਾ ਹੈ ਜੋ ਹਮੇਸ਼ਾ ਕੀਟਾਣੂਆਂ ਨਾਲ ਲੜਦੇ ਰਹਿੰਦੇ ਹਨ। ਇਹ ਹਰ ਕਿਸਮ ਦੀ ਬੈਕਟੀਰੀਆ ਤੇ ਤਾਕਤ ਨਹੀਂ ਰੱਖਦਾ, ਪਰ ਬਹੁਤ ਸਾਰੇ ਮਾਮਲਿਆਂ ਵਿੱਚ ਕੁਝ ਕਿਸਮਾਂ ਨੂੰ ਪੈਨਸਿਲਿਨ ਦੁਆਰਾ ਹੀ ਨਸ਼ਟ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹੀ ਇਹਦੇ ਵਿੱਚ ਲਿਖਿਆ। ਹੁਣ ਦੇਖੋ ਪ੍ਰਸ਼ਨ ਕੀ ਆ, ਚੂਜ਼ ਦਾ ਕਰੈਕਟ ਸਟੇਟਮੈਂਟ ਕੀ ਹੈ ਦੋਸਤੋ। ਆਪਣਾ ਪਹਿਲਾ ਪ੍ਰਸ਼ਨ ਇਹਦੇ ਵਿੱਚ ਕੀ ਹੈ ਇਹਦੇ ਵਿੱਚੋਂ, ਠੀਕ ਹੈ ਜੀ, ਆਹ ਏ ਆਪਸ਼ਨ, ਬੀ ਆਪਸ਼ਨ, ਸੀ ਸੌਰੀ ਆਪਣਾ ਏ ਬੀ ਸੀ, ਇਹਦੇ ਵਿੱਚ ਜਿਹੜਾ ਹੈਗਾ ਕਰੈਕਟ ਸਟੇਟਮੈਂਟ ਕੀ ਹੈ। ਤਾਂ ਇਹਦਾ ਆਨਸਰ ਦੋਸਤੋ ਇਹਨਾਂ ਨੇ ਦੱਸਿਆ ਹੈ ਕਿ ਪੈਨਸਿਲਿਨ ਕੁਡ ਸੇਵ ਦਾ ਵਾਉਂਡਡ ਸੋਲਜਰਸ, ਯਾਨੀ ਕਿ ਬਈ ਕੀ ਹੈ, ਫਸਟ ਆਪਸ਼ਨ ਤੁਹਾਡਾ ਸਹੀ ਹੈ। ਇਹਦਾ ਮਤਲਬ ਇਹੀ ਹੈ ਦੋਸਤੋ ਕਿ ਪੈਨਸਿਲਿਨ ਜ਼ਖਮੀ ਸਿਪਾਹੀਆਂ ਨੂੰ ਬਚਾ ਸਕਦੀ ਸੀ। ਠੀਕ ਹੈ, ਆਹ ਥੋੜ੍ਹੀ ਹੈਗਾ ਕਿ ਉਹਨਾਂ ਨੂੰ ਮਾਰ ਦੇਵੇ ਜਾਂ ਸੇਵ ਨਹੀਂ ਕਰ ਸਕਦੀ ਜਾਂ ਫਿਰ ਉਹਨਾਂ ਨੂੰ ਨੁਕਸਾਨ ਪਹੁੰਚਾਵੇ ਜਾਂ ਫਿਰ ਉਹਨਾਂ ਨੂੰ ਜਿਹੜਾ ਹੈਗਾ ਵਾ ਰੱਦ ਕੀਤਾ ਡਿਸਕਾਰਡਡ, ਮਤਲਬ ਦੋਸਤੋ ਰੱਦ ਕੀਤਾ ਜਾਏ। ਠੀਕ ਹੈ, ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ। ਠੀਕ ਹੈ, ਦੂਸਰਾ ਪ੍ਰਸ਼ਨ ਇਹਦੇ ਵਿੱਚ ਹੈ ਆਪਣਾ, ਹੂ ਵਰ ਇੰਟਰਸਟਡ ਇਨ ਦਾ ਡਿਸਕਵਰੀ ਆਫ ਪੈਨਸਿਲਿਨ ਇਨ ਦਾ ਬਿਗਨਿੰਗ। ਬਈ ਜਿਹੜਾ ਹੈਗਾ ਸ਼ੁਰੂ ਵਿੱਚ ਪੈਨੀਸਿਲਿਨ ਦੀ ਖੋਜ ਵਿੱਚ ਕੌਣ ਇੰਟਰਸਟਡ ਸੀ, ਯਾਨੀ ਕਿ ਦਿਲਚਸਪੀ ਰੱਖਦੇ ਸਨ। ਤਾਂ ਇਸ ਪ੍ਰਸ਼ਨ ਦਾ ਆਨਸਰ ਆ ਜਾਏਗਾ ਆਪਣਾ ਬੀ ਆਪਸ਼ਨ, ਯਾਨੀ ਕਿ ਸਾਇੰਟਿਸਟ ਐਂਡ ਮਿਨਿਸਟਰਸ ਆਫ ਗਵਰਨਮੈਂਟ। ਠੀਕ ਹੈ, ਯਾਨੀ ਕਿ ਵੀ ਜਿਹੜਾ ਹੈਗਾ ਵਾ ਵਿਗਿਆਨੀ ਅਤੇ ਸਰਕਾਰ ਦੇ ਮੰਤਰੀ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ, ਇਹ ਹੋ ਗਿਆ ਤੀਸਰਾ ਪ੍ਰਸ਼ਨ ਹੈ, ਹਾਊ ਵਾਸ ਪੈਨਸਿਲਿਨ ਯੂਜ਼ਫੁਲ ਇਨ ਵਾਰਸ, ਯਾਨੀ ਕਿ ਵੀ ਜਿਹੜਾ ਹੈਗਾ ਵਾ ਪੈਨਸਿਲਿਨ ਸੀ, ਠੀਕ ਹੈ, ਜਿਹੜੀ ਆਹ ਸੀਗੀ, ਠੀਕ ਹੈ, ਇਹ ਯੁੱਧਾਂ ਵਿੱਚ ਪੈਨਸਿਲਿਨ ਕਿਵੇਂ ਲਾਭਦਾਇਕ ਸੀ। ਠੀਕ ਹੈ, ਤੇ ਇਸ ਦਾ ਆਨਸਰ ਦੋਸਤੋ ਆਹੀ ਤੁਸੀਂ ਲਿਖ ਦੇਣਾ ਵਾ ਕਿ ਇਟ ਸੇਵ ਸੋਲਜਰਸ ਵਾਉਂਡਡ ਇਨ ਦਾ ਵਾਰਸ, ਯਾਨੀ ਕਿ ਦੋਸਤੋ ਕਿਉਂਕਿ ਦੋਸਤੋ ਇਹ ਪੈਨਸਿਲਿਨ ਜਿਹੜਾ ਹੈਗਾ ਵਾ ਇਸਨੇ ਜੰਗਾਂ ਵਿੱਚ ਨਾ ਜ਼ਖਮੀ ਹੋਏ ਸੈਨਿਕਾਂ ਨੂੰ ਬਚਾਇਆ ਸੀ। ਠੀਕ ਹੈ ਜੀ, ਆਹ ਜਿਹੜੀ ਦਵਾਈ ਆ। ਅੱਗੇ ਆਪਣਾ ਪ੍ਰਸ਼ਨ, ਹਾਊ ਡਸ ਪੈਨਸਿਲਿਨ ਐਕਟ ਔਨ ਹਿਊਮਨ ਬਲੱਡ, ਬਈ ਜਿਹੜਾ ਹੈਗਾ ਪੈਨਸਿਲਿਨ ਮਨੁੱਖੀ ਖੂਨ ਤੇ ਕਿਵੇਂ ਕੰਮ ਕਰਦੀ ਹੈ। ਤਾਂ ਇਹਦਾ ਆਨਸਰ ਦੋਸਤੋ ਕੀ ਹੈ, ਔਨ ਇੰਟਰੋਡਕਸ਼ਨ into human blood penicillin acts as a aid to those parts which are always fighting in deadly germs। ਬਈ ਕੀ ਹੈ, ਮਨੁੱਖੀ ਖੂਨ ਵਿੱਚ ਦਾਖਲ ਹੋਣ ਤੇ ਪੈਨਸਿਲਿਨ ਉਹਨਾਂ ਅੰਗਾਂ ਲਈ ਜਿਹੜੀ ਹੈ ਸਹਾਇਤਾ ਵਜੋਂ ਕੰਮ ਕਰਦੇ ਹਨ ਜੋ ਹਮੇਸ਼ਾ ਮਾਰੂ ਕੀਟਾਣੂਆਂ ਨਾਲ ਲੜਦੇ ਰਹਿੰਦੇ ਹਨ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਆਪਣਾ ਪੰਜਵਾਂ ਪ੍ਰਸ਼ਨ ਦੇਖੋ ਕੀ ਹੈ, ਫਿਲਿੰਗ ਦਾ ਬਲੈਂਕਸ ਹੈ ਵਿਦ ਸੁਟੇਬਲ ਬਰਡ ਫਰੋਮ ਪੈਸੇਜ ਦਾ ਵਾਟਰ ਲੈਵਲ ਡਿਕਰੀਜ਼ ਇਨ ਦਾ ਡੈਸ਼ ਇਨ
विंटर्स यानी कि बई ਇਹਦੇ ਵਿੱਚ ਇਹਨਾਂ ਨੇ ਆਹ ਕਿਹਾ ਹੋਇਆ ਵਾ ਕਿ ਸਰਦੀਆਂ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਵਾ ਘੱਟ ਡੈਸ਼ ਜਾਂਦਾ ਹੈ ਕਿੰਨਾ। ਤਾਂ ਦੋਸਤੋ ਇਸ ਦਾ ਆਨਸਰ ਜਿਹੜਾ ਹੈਗਾ ਵਾ ਕੀ ਹੋ ਜਾਏਗਾ, ਇੱਥੇ ਆ ਜਾਏਗਾ ਦੋਸਤੋ ਇਨ ਦਾ ਸਟਰੀਮਸ। ਠੀਕ ਹੈ, ਇਨ ਦਾ ਸਟਰੀਮਸ ਇਜ਼ ਦਾ ਰਾਈਟ ਆਨਸਰ ਹੋ ਜਾਏਗਾ, ਯਾਨੀ ਕਿ ਪਾਣੀ ਦਾ ਜਿਹੜਾ ਹੈਗਾ ਵਾ ਪੱਧਰ ਘੱਟ ਜਾਂਦਾ ਹੈ। ਠੀਕ ਹੈ ਜੀ, ਪਾਣੀ ਦਾ ਪੱਧਰ ਜਿਹੜਾ ਹੈਗਾ ਵਾ ਸਟਰੀਮਸ ਯਾਨੀ ਕਿ ਪੱਧਰ ਘੱਟ ਜਾਂਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਹੈਗਾ ਵਾ ਮੈਚ ਦਾ ਫੋਲੋਇੰਗ ਆ ਏਡ ਮਤਲਬ ਦੋਸਤੋ ਕੀ ਹੁੰਦਾ ਤੁਹਾਨੂੰ ਪਤਾ ਹੀ ਹੋਣਾ। ਠੀਕ ਹੈ ਜੀ, ਪ੍ਰੋਸੈਸ ਮਤਲਬ ਦੋਸਤੋ ਠੀਕ ਹੈ, ਤਾਂ ਇਹਦਾ ਆਪਾਂ ਦੇਖੋ ਲਾਉਣਾ ਬਟ ਇੱਕ ਏਡ ਦਾ ਮਤਲਬ ਕੀ ਦੋਸਤੋ ਆ ਜਾਏਗਾ ਹੈਲਪ ਜਾਂ ਇਹਨੂੰ ਆਪਾਂ ਸਹਾਇਤਾ ਵੀ ਕਹਿ ਸਕਦੇ ਹਾਂ ਦੋਸਤੋ ਹੈਲਪ। ਤੇ ਪ੍ਰੋਸੈਸ ਦਾ ਦੋਸਤੋ ਕੀ ਆ ਜਾਏਗਾ ਮੈਥਡ ਆ ਰਿਹਾ, ਪ੍ਰੋਸੈਸ ਮਤਲਬ ਢੰਗ। ਠੀਕ ਹੈ ਜੀ, ਮੈਥਡ ਪ੍ਰਕਿਰਿਆ ਕੀ ਹੈ। ਠੀਕ ਹੈ, ਇਸ ਪ੍ਰਕਾਰ ਦੋਸਤੋ ਤੇ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਇਹ ਹੈਲਥ ਐਂਡ ਹਾਈਜੀਨ ਵਾਲਾ ਦਿੱਤਾ ਹੋਇਆ ਵਾ, ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਕਰਾਇਆ ਸੀਗਾ, ਇਸ ਲਈ ਇਸ ਨੂੰ ਤੁਸੀਂ ਖੁਦ ਪੜ੍ਹ ਲਓ। ਹੈਲਥ ਐਂਡ ਹਾਈਜੀਨ ਵਾਲਾ ਦਿੱਤਾ ਹੋਇਆ ਵਾ, ਕੀ ਹੁੰਦਾ ਹੈਲਥ ਮਤਲਬ ਸਿਹਤ, ਹਾਈਜੀਨ ਮਤਲਬ ਜਿਹੜਾ ਹੈਗਾ ਵਾ ਸਾਫ਼ ਜਾਂ ਸਵੱਛਤਾ ਕਹਿ ਸਕਦੇ ਹਾਂ, ਸਾਫ਼ ਸੁਥਰਾ। ਠੀਕ ਹੈ, ਜਿਹੜਾ ਹੁੰਦਾ ਵਾ ਸਵੱਛਤਾ ਨਾਲ ਚੱਲਦੇ ਹਨ, ਮਤਲਬ ਹੈਲਥ ਐਂਡ ਹਾਈਜੀਨ ਗੋ ਹੈਂਡ ਇਨ ਹੈਂਡ, ਯਾਨੀ ਕਿ ਸਿਹਤ ਅਤੇ ਸਵੱਛਤਾ ਨਾਲੋਂ ਨਾਲ ਹੀ ਚੱਲਦੇ ਹਨ। ਠੀਕ ਹੈ ਜੀ, ਇੱਕੋ ਹੱਥ ਹੀ ਨਾਲ ਚੱਲਦੇ ਹਨ, ਮਤਲਬ ਜਿੱਥੇ ਸਿਹਤ ਹੈ ਠੀਕ ਹੈ ਉੱਥੇ ਸਵੱਛਤਾ ਹੈ, ਜਿੱਥੇ ਸਵੱਛਤਾ ਹੈ ਉੱਥੇ ਸਿਹਤ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ। ਸਿਹਤ ਦਾ ਮਤਲਬ ਕੀ ਹੁੰਦਾ ਦੋਸਤੋ, ਹੈਲਥ ਰੈਫਰਸ ਟੂ ਅ ਸਟੇਟ ਆਫ ਸਾਊਂਡ ਮਾਈਂਡ ਐਂਡ ਫਿਜ਼ੀਕਲੀ ਫਿਟ ਬੋਡੀ। ਸਿਹਤ ਦਾ ਮਤਲਬ ਹੈ ਦੋਸਤੋ ਤੰਦਰੁਸਤ ਮਨ ਦੀ ਅਵਸਥਾ ਅਤੇ ਸਰੀਰਕ ਤੌਰ 'ਤੇ ਤੰਦਰੁਸਤ। ਠੀਕ ਹੈ ਜੀ, ਸਰੀਰ ਜਿਹੜਾ ਹੁੰਦਾ ਉਸ ਨੂੰ ਹੀ ਕਹਿੰਦੇ ਹਨ, ਜੋ ਕਿ ਫ੍ਰੀ ਫਰੋਮ ਐਨੀ ਫਾਰਮ ਆਫ ਸਿਕਨੈਸ। ਠੀਕ ਹੈ ਜੀ, ਯਾਨੀ ਕਿ ਸਰੀਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਾਂ ਫਿਰ ਦੋਸਤੋ ਵਿਕਾਰ ਜਾਂ ਫਿਰ ਬਿਮਾਰੀ ਤੋਂ ਮੁਕਤ ਹੋਵੇ, ਉਸ ਨੂੰ ਦੋਸਤੋ ਜਿਹੜਾ ਹੈਗਾ ਵਾ ਆਪਾਂ ਫਿਜ਼ੀਕਲੀ ਫਿਟ ਬੋਡੀ ਕਹਿੰਦੇ ਹਾਂ। ਤੇ ਦੋਸਤੋ ਦੇਖੋ ਪ੍ਰਸ਼ਨ ਕੀ ਆ ਰਹੇ ਹਨ, ਇਹ ਪ੍ਰਸ਼ਨ ਇਹਦੇ ਆਨਸਰ ਇੱਥੇ ਲਿਖੇ ਹੋਏ ਹਨ। ਹਾਈਜੀਨਸ ਰੈਫਰਸ ਟੂ ਪ੍ਰੈਕਟਿਸ ਦੈਟ ਲੀਡਸ ਟੂ ਗੁੱਡ ਹੈਲਥ ਥਰੂ, ਇਹਨਾਂ ਦੇ ਆਨਸਰ ਇੱਥੇ ਦਿੱਤੇ ਹੋਏ ਹਨ, ਤੁਸੀਂ ਇਸ ਨੂੰ ਦੇਖ ਲਓ। ਠੀਕ ਆ, ਪਿਛਲੀ ਵੀਡੀਓ ਦੇ ਵਿੱਚ ਮੈਂ ਐਕਸਪਲੇਨ ਕੀਤਾ ਹੋਇਆ ਵਾ, ਇਸ ਲਈ ਇੱਥੇ ਮੈਂ ਐਕਸਪਲੇਨ ਕਰੂੰਗਾ ਤਾਂ ਟਾਈਮ ਦੀ ਵੇਸਟੇਜ ਹੋਏਗੀ, ਤਾਂ ਇਸ ਲਈ ਦੋਸਤੋ ਆਪਾਂ ਇਸ ਨੂੰ ਅੱਗੇ ਚੱਲਦੇ ਹਾਂ। ਇਹ ਤੁਸੀਂ ਖੁਦ ਹੀ ਦੇਖ ਲੈਣਾ ਵਾ, ਪਿਛਲੀ ਵੀਡੀਓ ਦੇ ਵਿੱਚ ਮੈਂ ਸਾਰਾ ਇਹਨੂੰ ਇਹ ਉਹਦੇ ਤੋਂ ਕਰਾਇਆ ਸੀਗਾ। ਅੱਗੇ ਦੋਸਤੋ ਤੀਸਰਾ ਵਾ ਤੁਹਾਡਾ ਦੇਰ ਆਰ ਇਨ ਆਵਰ ਕੰਟਰੀ ਐਜ਼ ਇਨ ਅਦਰ ਕੰਟਰੀਜ਼। ਠੀਕ ਹੈ ਜੀ, ਇਹ ਲਿਖਿਆ ਵਾ ਆਫ ਦਾ ਵਰਲਡ 1000 ਆਫ ਡਿਫਰੈਂਟ ਏਬਲਡ ਪਰਸਨ। ਠੀਕ ਹੈ, ਤਾਂ ਡਿਫਰੈਂਟ ਏਬਲਡ ਪਰਸਨ ਕਿਹੜੇ ਹੁੰਦੇ ਹਨ ਦੋਸਤੋ, ਡਿਫਰੈਂਟ ਏਬਲ ਪਰਸਨ ਦੋਸਤੋ ਆਪਾਂ ਉਸ ਨੂੰ ਹੀ ਕਹਿੰਦੇ ਆ ਜਿਹੜੇ ਅਪਾਹਜ ਵਿਅਕਤੀ ਹੁੰਦੇ ਆ। ਠੀਕ ਹੈ ਜੀ, ਡਿਫਰੈਂਟ ਏਬਲਡ ਮਤਲਬ ਅਪਾਹਜ ਵਿਅਕਤੀ। ਇਹਦੇ ਵਿੱਚ ਆ ਲਿਖਿਆ ਦੋਸਤੋ ਸਾਡੇ ਦੇਸ਼ ਵਿੱਚ ਨਾ ਦੁਨੀਆ ਦੇ ਹੋਰ ਦੇਸ਼ਾਂ ਵਾਂਗ ਹਜ਼ਾਰਾਂ ਵੱਖ-ਵੱਖ ਤੌਰ ਤੇ ਦੋਸਤੋ ਅਪਾਹਜ ਵਿਅਕਤੀ ਹਨ, ਯਾਨੀ ਕਿ ਡੀਏ ਸਟੂਡੈਂਟ ਯਾਨੀ ਕਿ ਡਿਫਰੈਂਟ ਏਬਲ ਸਟੂਡੈਂਟ ਨਹੀਂ ਕਹਾਂਗੇ ਇੱਥੇ ਦੋਸਤੋ ਆਪਾਂ, ਦੋਸਤੋ ਇੱਥੇ ਨਾ ਆਪਾਂ ਡਿਫਰੈਂਟ ਏਬਲਡ ਪਰਸਨ ਮੰਨਾਂਗੇ। ਠੀਕ ਹੈ ਜੀ, ਕਿਉਂਕਿ ਇੱਕ ਨਾ ਡੀਏ ਵਾਲਾ ਤੁਹਾਡਾ ਚੈਪਟਰ ਵੀ ਆ, ਉੱਥੇ ਡਿਫਰੈਂਟ ਏਬਲਡ ਸਟੂਡੈਂਟ ਵੀ ਹੁੰਦੇ ਆ, ਮਿਸ ਬੀਮ ਵਾਲਾ ਉਹ ਜਿਹੜਾ ਚੈਪਟਰ ਹੈ। ਠੀਕ ਹੈ, ਉਹਦੇ ਵਿੱਚ ਹੈਗੇ ਆ। ਤਾਂ ਦੇਖੋ ਦੋਸਤੋ ਇਹਦੇ ਵਿੱਚ ਇਹਨਾਂ ਨੇ ਆਹੀ ਲਿਖਿਆ ਹੋਇਆ ਵਾ ਕਿ ਸੱਚ ਦਸ who are blind or deaf and dumb in some cases this person may be have been born blind or deaf while in other they may have gone blind or deaf as a result of some illness or accident। ਜਿਵੇਂ ਕਿ ਦੋਸਤੋ ਜਿਹੜੇ ਬੋਲੇ ਜਾਂ ਫਿਰ ਗੂੰਗੇ ਜਾਂਦੇ ਜਿਹੜੇ ਹੁੰਦੇ ਆ। ਠੀਕ ਹੈ ਜੀ, ਕੁਝ ਮਾਮਲੇ ਵਿੱਚ ਇਹ ਵਿਅਕਤੀ ਅੰਨੇ ਜਾਂ ਫਿਰ ਬੋਲੇ ਹੋ ਸਕਦੇ ਹਨ, ਜਦੋਂ ਕਿ ਦੂਜਿਆਂ ਵਿੱਚ ਉਹ ਕਿਸੇ ਬਿਮਾਰੀ ਜਾਂ ਫਿਰ ਦੁਰਘਟਨਾ ਦੇ ਨਤੀਜੇ ਵਜੋਂ ਅੰਨੇ ਜਾਂ ਬੋਲੇ ਹੋ ਸਕਦੇ ਹਨ। ਤੇ ਦੋਸਤੋ ਆਪਾਂ ਚਲੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ, ਆਪਾਂ ਸਿੱਧਾ ਪ੍ਰਸ਼ਨਾਂ ਦੇ ਆਨਸਰ ਦੇਖਦੇ ਹਾਂ, ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਂਦੀ ਆ। ਵੀਡੀਓ ਦੇਖੋ ਫਿਲਹਾਲ ਹੀ ਦੋਸਤੋ 8 ਮਿੰਟ ਦੀ ਹੋ ਗਈ ਹੈ, ਤੇ ਇੰਨੀ ਵੱਡੀ ਵੀਡੀਓ ਜਲਦੀ ਕੋਈ ਦੇਖਦਾ ਨਹੀਂ। ਆਪਾਂ ਸਿੱਧਾ ਆਨਸਰ ਦੇਖਦੇ ਹਾਂ। ਦੋਸਤੋ ਕੀ ਲਿਖਿਆ ਹੈ ਕਿ ਹਾਊ ਸ਼ੁੱਡ ਵੀ ਟ੍ਰੀਟਡ ਦਾ ਡਿਫਰੈਂਟ ਏਬਲਡ ਚਿਲਡਰਨ। ਬਈ ਜਿਹੜਾ ਹੈਗਾ ਵਾ ਜਿਹੜੇ ਅਪਾਹਜ ਚਿਲਡਰਨ ਹੁੰਦੇ ਆ, ਯਾਨੀ ਕਿ ਦੋਸਤੋ ਸਾਨੂੰ ਜਿਹੜਾ ਹੈਗਾ ਵਾ ਡਿਫਰੈਂਟ ਏਬਲਡ ਜਿਹੜੇ ਬੱਚੇ ਆ ਫਿਰ ਦੋਸਤੋ ਜਾਂ ਫਿਰ ਬੱਚੇ ਮੰਨ ਕੇ ਚਲੋ ਇੱਥੇ ਕਿ ਡਿਫਰੈਂਟ ਏਬਲ ਜਿਹੜੇ ਬੱਚਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਵਾ। ਤਾਂ ਇਸ ਪ੍ਰਸ਼ਨ ਦਾ ਆਨਸਰ ਹੈ ਦੋਸਤੋ ਬੀ ਆਪਸ਼ਨ, ਯਾਨੀ ਕਿ ਵਿਦ ਸਿੰਪੈਥੀ ਐਂਡ ਅੰਡਰਸਟੈਂਡਿੰਗ, ਯਾਨੀ ਕਿ ਹਮਦਰਦੀ ਅਤੇ ਜਿਹੜਾ ਹੈਗਾ ਵਾ ਸਮਝ ਦੇ ਨਾਲ। ਅੱਗੇ ਅਕੋਰਡਿੰਗ ਟੂ ਦਾ ਆਊਥਰ। ਠੀਕ ਹੈ, ਕੀ ਲਿਖਿਆ ਦੋਸਤੋ ਇੱਥੇ ਆਪਾਂ ਪੈਨਸਿਲ ਦਾ ਕਲਰ ਚੇਂਜ ਕਰ ਲੈਂਦੇ ਹਾਂ। ਠੀਕ ਆ, ਹਾਂਜੀ। ਅਕੋਰਡਿੰਗ ਟੂ ਦਾ ਆਊਥਰ ਵਟ ਇਜ਼ ਆਵਰ ਫਸਟ ਡਿਊਟੀ ਟੂਵਰਡਸ ਡਿਫਰੈਂਟ ਏਬਲਡ ਚਿਲਡਰਨ। ਲੇਖਕ ਅਨੁਸਾਰ ਵੱਖ-ਵੱਖ ਤੌਰ 'ਤੇ ਦੋਸਤੋ ਜਿਹੜਾ ਹੈਗਾ ਵਾ ਅਪੰਗ ਬੱਚਿਆਂ ਪ੍ਰਤੀ ਸਾਡਾ ਪਹਿਲਾ ਫਰਜ਼ ਕੀ ਹੈ। ਤਾਂ ਇਸ ਪ੍ਰਸ਼ਨ ਦਾ ਆਨਸਰ ਹੈ ਸੀ ਆਪਸ਼ਨ, ਟੂ ਮੇਕ ਦੈਮ ਹੈਪੀਅਰ ਐਂਡ ਲੈਸ ਲੋਨਲੀ, ਯਾਨੀ ਕਿ ਉਹਨਾਂ ਨੂੰ ਖੁਸ਼ਹਾਲ ਅਤੇ ਘੱਟ ਇਕੱਲੇ ਬਣਾਉਣ ਲਈ। ਪ੍ਰਸ਼ਨ ਤੀਸਰਾ ਹਾਊ ਡੂ ਸਮ ਚਿਲਡਰਨ ਬਿਕਮ ਡਿਫਰੈਂਟ ਏਬਲਡ, ਯਾਨੀ ਕਿ ਕੁਝ ਬੱਚੇ ਵੱਖਰੇ ਤੌਰ 'ਤੇ ਜਿਹੜੇ ਹੈਗੇ ਡਿਫਰੈਂਟ ਏਬਲ ਯਾਨੀ ਕਿ ਅਪਾਹਜ ਕਿਵੇਂ ਯੋਗ ਕਿਵੇਂ ਬਣਦੇ ਹਨ। ਠੀਕ ਹੈ ਜੀ, ਡਿਫਰੈਂਟ ਏਬਲਡ। ਠੀਕ ਹੈ, ਤਾਂ ਇਸ ਦਾ ਆਨਸਰ ਹੈਗਾ ਦੇਰ ਆਰ ਈਦਰ ਬੋਰਨ ਡਿਫਰੈਂਟਲੀ ਏਬਲਡ ਔਰ ਇਨ ਸਮ ਕੇਸ ਦੇ ਹੈਵ ਬਿਕਮ ਡਿਫਰੈਂਟ ਏਬਲ ਐਜ਼ ਅ ਰਿਜ਼ਲਟ ਆਫ ਸਮ ਡਿਸੀਜ਼ਿਜ਼ ਔਰ ਐਕਸੀਡੈਂਟ। ਉਹ ਜਿਹੜੇ ਹੈਗੇ ਦੋਸਤੋ ਜਾਂ ਤਾਂ ਜਨਮ ਤੋਂ ਵੱਖਰੇ ਤੌਰ 'ਤੇ ਦੋਸਤੋ ਡਿਫਰੈਂਟ ਏਬਲਡ ਹੁੰਦੇ ਹਨ, ਜਾਂ ਫਿਰ ਦੋਸਤੋ ਕੁਝ ਮਾਮਲੇ ਵਿੱਚ ਉਹ ਕਿਸੇ ਬਿਮਾਰੀ ਜਾਂ ਫਿਰ ਦੁਰਘਟਨਾ ਦੇ ਨਤੀਜੇ ਵਜੋਂ ਵੱਖਰੇ ਤੌਰ 'ਤੇ ਦੋਸਤੋ ਅਪਾਹਜ ਜਾਂ ਫਿਰ ਡਿਫਰੈਂਟ ਏਬਲ ਹੋ ਜਾਂਦੇ ਹਨ। ਠੀਕ ਹੈ, ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਵਟ ਮੇਕਸ ਦਾ ਲਾਈਫ ਆਫ ਹੈਂਡੀਕੈਪ ਚਿਲਡਰਨ
ਸੈਡ ਐਂਡ ਲੋਨਲੀ, ਯਾਨੀ ਕਿ ਬਈ ਦੋਸਤੋ ਆਪਣਾ ਜਿਹੜਾ ਹੈਗਾ ਵਾ ਅਪਾਹਜ ਬੱਚਿਆਂ ਦੀ ਜ਼ਿੰਦਗੀ ਨੂੰ ਉਦਾਸ ਅਤੇ ਇਕੱਲਾ ਕੀ ਬਣਾਉਂਦੀ ਹੈ। ਤਾਂ ਲਾਈਫ ਆਫ ਦਾ ਹੈਂਡੀਕੈਪਡ ਚਿਲਡਰਨ ਬਿਕਮ ਸੈਡ ਐਂਡ ਲੋਨਲੀ ਡਿਊ ਟੂ ਨੈਗਲੈਕਟ, ਯਾਨੀ ਕਿ ਅੰਗਹੀਨ ਬੱਚੇ ਜਿਹੜੇ ਹੁੰਦੇ ਹਨ ਉਹਨਾਂ ਦੇ ਜੀਵਨ ਅਣਗਹਿਣੀ ਕਾਰਨ ਉਦਾਸ ਅਤੇ ਇਕੱਲਾ ਹੋ ਜਾਂਦਾ ਹੈ। ਅੱਗੇ ਦੋਸਤੋ ਆਪਣਾ ਫਿਲਿੰਗ ਦਾ ਬਲੈਂਕਸ ਹੈ ਵਿਦ ਸੁਟੇਬਲ ਵਰਡ ਫਰੋਮ ਪੈਸੇਜ ਯੂ ਮਸਟ ਦੈਸ ਦਿਸ ਚਿਲਡਰਨ ਵਿਦ ਲਵ ਐਂਡ ਸਿੰਪਥੀ, ਯਾਨੀ ਕਿ ਲਿਖਿਆ ਦੋਸਤੋ ਸਾਨੂੰ ਜ਼ਰੂਰ ਡੈਸ਼ ਪਿਆਰ ਅਤੇ ਹਮਦਰਦੀ ਨਾਲ ਬੱਚੇ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਜਿਹੜਾ ਹੈਗਾ ਵਾ ਇੱਥੇ ਆਹ ਆ ਜਾਏਗਾ, ਵੀ ਮਸਟ ਟਰੀਟ ਦਿਸ ਚਿਲਡਰਨ ਵਿਦ ਲਵ ਐਂਡ ਸਿੰਪਥੀ, ਯਾਨੀ ਕਿ ਇਹਨਾਂ ਬੱਚਿਆਂ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਅੱਗੇ ਹੈ ਦੋਸਤੋ ਆਪਣਾ ਮੈਚ ਦਾ ਕੋਲਿਮ ਆਫ ਸਿੰਪਥੀ ਮਤਲਬ ਕੀ ਹੁੰਦਾ ਦੋਸਤੋ, ਸਿੰਪਥੀ ਮਤਲਬ ਦੋਸਤੋ ਹਮਦਰਦੀ, ਠੀਕ ਹੈ। ਲੋਨਲੀ ਮਤਲਬ ਇਕੱਲਾ, ਤਾਂ ਸਿੰਪਥੀ ਦਾ ਦੋਸਤੋ ਆ ਜਾਏਗਾ ਫੀਲਿੰਗ, ਠੀਕ ਹੈ ਜੀ, ਪਿਟੀ ਐਂਡ ਟੈਂਡਰਨੈਸ, ਇਹ ਲਿਖਿਆ ਹੋਇਆ ਬਾਈ ਇੱਥੇ ਦੋਸਤੋ। ਇਹਦਾ ਮਤਲਬ ਇਹੀ ਆ ਕਿ ਬਈ ਜਿਹੜਾ ਹੈਗਾ ਤਰਸ ਅਤੇ ਕੋਮਲਤਾ ਮਹਿਸੂਸ ਕਰਨਾ, ਠੀਕ ਹੈ ਜੀ। ਸਿੰਪਥੀ ਦਾ ਮਤਲਬ ਹਮਦਰਦੀ ਦਾ ਮਤਲਬ ਇਹ ਹੁੰਦਾ। ਲੋਨਲੀ ਦਾ ਮਤਲਬ ਦੋਸਤੋ ਕੀ ਹੋ ਜਾਏਗਾ, ਲੋਨਲੀ ਦਾ ਆਪਾਂ ਦੋਸਤੋ ਕੀ ਸਕਦੇ ਹਾਂ ਸੈਡ, ਯਾਨੀ ਕਿ ਉਦਾਸ, ਠੀਕ ਹੈ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਦੋਸਤੋ ਤੁਹਾਡਾ ਇਹ ਬ੍ਰੇਨ ਡਰੇਨ ਵਾਲਾ ਦਿੱਤਾ ਹੋਇਆ ਵਾ, ਇਹ ਤੁਸੀਂ ਖੁਦ ਹੀ ਰੀਡ ਆਊਟ ਕਰ ਲਓ ਦੋਸਤੋ, ਠੀਕ ਹੈ। ਇਸ ਨੂੰ ਰੀਡ ਆਊਟ ਕਰ ਲਓ, ਇਹਨਾਂ ਦੇ ਪ੍ਰਸ਼ਨ ਆ ਲਿਖੇ ਹੋਏ ਆ, ਇਹਨਾਂ ਦੇ ਆਨਸਰ ਇੱਥੇ ਦਿੱਤੇ ਹੋਏ, ਤੁਸੀਂ ਦੇਖ ਲੈਣਾ ਵਾ ਚੰਗੀ ਤਰ੍ਹਾਂ। ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਏਗੀ ਦੋਸਤੋ ਜਿੱਥੇ ਤੱਕ ਮੈਨੂੰ ਲੱਗਦਾ, ਇਸ ਲਈ ਖੁਦ ਜਿਹੜਾ ਹੈਗਾ ਵਾ ਕੋਈ ਪ੍ਰਸ਼ਨ ਜਿਹੜੇ ਹੈਗੇ ਰੀਡ ਆਊਟ ਕਰ ਲਓ, ਇਹਨਾਂ ਦੇ ਆਨਸਰ ਥੱਲੇ ਦਿੱਤੇ ਹੋਏ ਹਨ, ਠੀਕ ਹੈ। ਉਸ ਤੋਂ ਬਾਅਦ ਦੋਸਤੋ ਇਹ ਤੁਹਾਡਾ ਨੇਮਡ ਆਫਟਰ ਦਾ ਫਾਰਮਰ ਪ੍ਰਾਈਮ ਮਿਨਿਸਟਰ ਵਾਲਾ ਦਿੱਤਾ ਹੋਇਆ, ਇਸ ਨੂੰ ਰੀਡ ਆਊਟ ਕਰ ਲਓ। ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਪ੍ਰਸ਼ਨ ਇੱਥੇ ਦਿੱਤੇ ਹੋਏ ਹਨ, ਆਹ ਸਾਰੇ ਪ੍ਰਸ਼ਨ ਨੇ, ਇਹਨਾਂ ਦੇ ਆਨਸਰ ਵੀ ਨਾਲ ਨਾਲ ਲਿਖੇ ਹੋਏ ਹਨ, ਤੁਸੀਂ ਚੰਗੀ ਤਰ੍ਹਾਂ ਦੇਖ ਲੈਣਾ ਵਾ। ਅੱਗੇ ਦੋਸਤੋ ਤੁਹਾਡਾ ਇਹ ਵਨ ਨਾਈਟ ਮੈਨ ਕਮ ਟੂ ਅਵਰ ਹਾਊਸ ਐਂਡ ਟੋਲਡ ਮੀ, ਠੀਕ ਹੈ ਜੀ, ਆਹ ਦਿੱਤਾ ਇਹਦਾ ਪਹਿਲਾ ਪ੍ਰਸ਼ਨ ਆ ਵਾ, ਇਹਦਾ ਆਨਸਰ ਆ ਰਿਹਾ ਵਾ, ਤੁਸੀਂ ਰੀਡ ਆਊਟ ਕਰ ਲਓ, ਆ ਰਿਹਾ ਆ ਪ੍ਰਸ਼ਨ ਨੇ, ਇਹਨਾਂ ਦੇ ਆਨਸਰ ਦਿੱਤੇ ਹੋਏ ਹਨ ਸਾਰਿਆਂ ਦੇ, ਤੇ ਤੁਸੀਂ ਰੀਡ ਆਊਟ ਕਰ ਲਓ ਇਹਨੂੰ ਚੰਗੀ ਤਰ੍ਹਾਂ। ਅੱਗੇ ਦੋਸਤੋ ਇਨ ਦਾ 18th ਸੈਂਚੁਰੀ ਵਾਲਾ ਦਿੱਤਾ ਹੋਇਆ ਵਾ ਤੁਹਾਡਾ, ਇਸ ਨੂੰ ਰੀਡ ਆਊਟ ਕਰ ਲਓ, ਤੇ ਆ ਪ੍ਰਸ਼ਨ ਦਿੱਤੇ ਹੋਏ ਹਨ, ਇਹਨਾਂ ਦੇ ਆਨਸਰ ਵੀ ਥੱਲੇ ਦਿੱਤੇ ਹੋਏ ਹਨ, ਚੰਗੀ ਤਰ੍ਹਾਂ ਜਿਹੜਾ ਹੈਗਾ ਤੁਸੀਂ ਇਸ ਨੂੰ ਦੇਖ ਸਕਦੇ ਹੋ। ਅੱਗੇ ਦੋਸਤੋ ਲੈਸ ਅਬਿਊਸਲੀ ਵਾਲਾ ਦਿੱਤਾ ਹੋਇਆ ਵਾ, ਅਬਿਊਸਲੀ, ਹਾਂਜੀ। ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਇਹ ਪੈਰਾ ਪੜ੍ਹਨ ਤੋਂ ਬਾਅਦ ਆ ਪ੍ਰਸ਼ਨ ਦਿੱਤੇ ਹੋਏ ਹਨ ਇਹਨਾਂ ਦੇ, ਇਸ ਨੂੰ ਚੰਗੀ ਤਰ੍ਹਾਂ ਰੀਡ ਆਊਟ ਕਰ ਲਓ, ਸਾਰੇ ਹੀ ਪ੍ਰਸ਼ਨਾਂ ਦੇ ਆਨਸਰ ਦਿੱਤੇ ਹੋਏ ਹਨ। ਉਸ ਤੋਂ ਬਾਅਦ ਦੋਸਤੋ ਇਹ ਤੁਹਾਡਾ ਇਨ ਦਾ ਰਿਵਰਸਲ ਆਫ ਨੋਮ ਐਲਸਵੇਅਰ ਇਨ ਇੰਡੀਆ, ਆਹ ਵਾਲਾ ਦਿੱਤਾ ਹੈ, ਇਹਨਾਂ ਦੇ ਪ੍ਰਸ਼ਨ ਆ ਰਹੇ, ਆਨਸਰ ਵੀ ਨਾਲ ਹੀ ਨਾਲ ਦਿੱਤੇ ਹੋਏ ਹਨ, ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਇੱਕ ਨੋਟ ਦਿੱਤਾ ਹੋਇਆ ਦੋਸਤੋ, ਪੇਪਰ ਦੇ ਵਿੱਚ ਜਿਹੜੇ ਹੈਗਾ ਦੋ ਕੰਪਰੀਹੈਂਸ਼ਨ ਪੈਸੇਜ ਆਉਣਗੇ। ਪਹਿਲਾ ਪੈਸੇਜ ਦੋਸਤੋ ਜਿਹੜਾ ਹੈਗਾ ਵਾ ਬਾਹਰ ਤੋਂ ਆਵੇਗਾ, ਦੂਸਰਾ ਪੈਸੇਜ ਉੱਪਰ ਦਿੱਤੇ ਪੈਸੇਜਾਂ ਵਿੱਚ ਆਉਣ ਦੀ ਪੂਰੀ ਸੰਭਾਵਨਾ ਵਾ, ਇਸ ਲਈ ਉੱਪਰ ਦਿੱਤੇ ਗਏ ਦੋਸਤੋ ਕੰਪਰੀਹੈਂਸ਼ਨ ਪੈਸੇਜ ਜਿਹੜਾ ਹੈਗਾ ਅੱਛੀ ਤਰ੍ਹਾਂ ਤੋਂ ਤਿਆਰ ਕਰ ਲਓ, ਇਹਨਾਂ ਦੇ ਵਿੱਚੋਂ ਹੀ ਕੋਈ ਇੱਕ ਆ ਜਾਏਗਾ ਤੇ ਇੱਕ ਆਪਸ਼ਨ ਦੇ ਵਿੱਚ ਤੁਹਾਡੀ ਨਿਕਲ ਜਾਏਗੀ, ਜ਼ਰੂਰੀ ਨਹੀਂ, ਠੀਕ ਹੈ ਜੀ। ਇਸ ਲਈ ਦੋਸਤੋ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਓ, ਇਹਨਾਂ ਦੇ ਵਿੱਚੋਂ ਇੱਕ ਡਿੱਗ ਸਕਦੀ ਹੈ। ਅੱਗੇ ਦੋਸਤੋ ਤੁਹਾਡਾ ਸੈਕਸ਼ਨ ਬੀ ਰਾਈਟਿੰਗ ਸਕਿੱਲਸ ਗ੍ਰਾਮਰ ਐਂਡ ਟ੍ਰਾਂਸਲੇਸ਼ਨ ਦਿੱਤੀ ਹੋਈ ਆ, ਜੋ ਕਿ 27 ਮਾਰਕਸ ਦੀ ਹੈਗੀ ਆ, ਤੇ ਰਾਈਟ ਅ ਪ੍ਰੈਸੀ ਫੋਰ, ਹਾਂਜੀ ਆ ਦੇਖ ਲਓ ਇੱਕ ਵਾਰੀ ਪੇਜ ਸਹੀ ਚੱਲ ਰਿਹਾ ਆਪਣਾ, ਇਹ 6 ਪੇਜ ਸੀਗਾ, ਠੀਕ ਹੈ ਜੀ, ਆ 7ਵਾਂ ਪੇਜ ਆ, ਬਿਲਕੁਲ ਦੋਸਤੋ ਸਹੀ ਚੱਲ ਰਿਹਾ ਆਪਾਂ। ਤੇ ਇਹ ਦੋਸਤੋ ਤੁਹਾਨੂੰ ਜਿਹੜੀ ਹੈਗੀ 4 ਮਾਰਕਸ ਦੀ ਆਉਣੀ ਆ, 27 ਨੰਬਰ ਦੀ ਆ ਗ੍ਰਾਮਰ ਐਂਡ ਟ੍ਰਾਂਸਲੇਸ਼ਨ ਆ, ਤੇ 4 ਨੰਬਰ ਦੀ ਦੋਸਤੋ ਤੁਹਾਨੂੰ ਆਹ ਪ੍ਰੈਸੀ ਆਉਣੀ ਆ। ਇਹਦੇ ਵਿੱਚ ਦੋਸਤੋ ਕੀ ਹੈ, ਇੱਕ ਪੈਰਾਗ੍ਰਾਫ ਬਣਾਉਣਾ, ਤੇ ਟਾਈਟਲ ਵੀ ਦੇਣਾ ਵਾ, ਤੇ ਪ੍ਰੈਸੀ ਵੀ ਲਿਖਣੀ ਹੈ, ਠੀਕ ਹੈ ਜੀ। ਤਾਂ ਦੇਖੋ ਜਿਵੇਂ ਕਿਹਾ ਦਿੱਤਾ ਹੈ ਨਾ, ਵੂਮਨ ਹੂ ਕੰਸਟੀਟਿਊਟ ਆਫ ਦਾ ਹਿਊਮਨ ਪੋਪੂਲੇਸ਼ਨ, ਠੀਕ ਹੈ ਜੀ, ਆਹ ਵਾਲਾ ਦਿੱਤਾ ਹੋਇਆ ਵਾ। ਇਹਦਾ ਪ੍ਰੈਸੀ ਦੇਖੋ ਦੋਸਤੋ ਸਭ ਤੋਂ ਪਹਿਲਾਂ ਕੀ ਬਣ ਰਹੀ ਆ, ਸੌਰੀ ਟਾਈਟਲ ਕੀ ਬਣੇਗਾ ਦੋਸਤੋ, ਦਾ ਕ੍ਰਾਈਮ ਆਫ ਫੀਮੇਲ ਫੋਟੀਸਾਈਡ, ਠੀਕ ਹੈ ਜੀ। ਤੇ ਕੀ ਹੁੰਦਾ ਦੋਸਤੋ ਜਿਹੜਾ ਆਪਣਾ ਇਹ ਮਤਲਬ ਨਾ ਕੀ ਆ, ਇਹ ਜਿਹੜੇ ਪੈਰਾਗ੍ਰਾਫ ਦਿੱਤੇ ਹੋਏ ਦੋਸਤੋ, ਠੀਕ ਹੈ। ਤੇ ਇਸ ਨੂੰ ਜਿਹੜਾ ਹੈਗਾ ਤੁਸੀਂ ਪੜ੍ਹ ਕੇ ਇੱਕ ਤਾਂ ਇਹਦੀ ਮੇਨ ਹੈਡਿੰਗ ਦੱਸਣੀ ਆ, ਫਿਰ ਉਸ ਤੋਂ ਬਾਅਦ ਨਾ ਇਹਦੇ ਵਿੱਚੋਂ ਹੀ 3-4 ਲਾਈਨਾਂ ਇਹਨਾਂ ਨੇ ਚੱਕ ਕੇ ਲਿਖੀਆਂ ਹੋਈਆਂ ਹਨ, ਇਹ ਵਾਲੀਆਂ। ਜਿਵੇਂ ਕਿ ਦੋਸਤੋ ਦੇਖੋ ਇਹਦੇ ਵਿੱਚ ਆਹ ਵਾਲੀ ਲਾਈਨ ਆ, ਇਹ ਆਪਾਂ ਨੂੰ ਪੜ੍ਹੋਗੇ ਨਾ ਪੂਰਾ ਤਾਂ ਤੁਹਾਨੂੰ ਇਹਦੇ ਵਿੱਚ ਆਹੀ ਲੱਗੂਗਾ, ਦਾ ਕ੍ਰਾਈਮ ਆਫ ਫੀਮੇਲ ਫੋਟੀਸਾਈਡ, ਠੀਕ ਹੈ ਜੀ। ਮਤਲਬ ਕੀ ਹੁੰਦਾ ਦੋਸਤੋ, ਕੰਨਿਆ ਭਰੂਣ ਹੱਤਿਆ ਦਾ ਅਪਰਾਧ, ਫੀਮੇਲ ਫੋਟੀਸਾਈਡ ਮਤਲਬ ਕੰਨਿਆ ਭਰੂਣ ਹੱਤਿਆ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਜੀ। ਤੇ ਕੰਨਿਆ ਭਰੂਣ ਹੱਤਿਆ ਦਾ ਅਪਰਾਧ ਯਾਨੀ ਕਿ ਕ੍ਰਾਈਮ, ਠੀਕ ਹੈ, ਇਹ ਇਸ ਦਾ ਹੈਡਿੰਗ ਬਣੇਗਾ। ਤੇ ਇਹਦਾ ਆਨਸਰ ਦੋਸਤੋ ਹੋਰ ਵੀ ਇਹਦੇ ਨਾਲ ਇਮੇਜ ਦਾ ਲਿਖ ਲੈਣਾ ਵਾ, ਵੂਮਨ ਫੇਸ ਮੈਨੀ ਚੈਲੰਜਸ, ਠੀਕ ਹੈ ਜੀ, ਯਾਨੀ ਕਿ ਜਿਹੜਾ ਹੈਗਾ ਔਰਤਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਠੀਕ ਹੈ ਜੀ, ਜਿਨ੍ਹਾਂ ਦੇ ਵਿੱਚ ਦੋਸਤੋ ਕੀ ਹੈ, ਫੀਮੇਲ ਫੋਟੀਸਾਈਡ ਇਜ਼ ਦਾ ਵਰਸਟ ਚੈਲੰਜ, ਯਾਨੀ ਕਿ ਕੰਨਿਆ ਮਾਦਾ ਭਰੂਣ ਹੱਤਿਆ ਜਾਂ ਫਿਰ ਕੰਨਿਆ ਭਰੂਣ ਹੱਤਿਆ ਸਭ ਤੋਂ ਵੱਡੀ ਚੁਣੌਤੀ ਹੈ, ਠੀਕ ਹੈ। ਫੀਮੇਲ ਫੋਟੀਸਾਈਡਸ ਮੀਨ ਦਾ ਕਿਲਿੰਗ ਆਫ ਅ ਹੈਲਥੀ ਫੀਮੇਲ, ठीक है जी, फोर्टिस बाय अबॉर्शन, ठीक है। इन अवर कंट्री फीमेल फोर्टिसाइड इज कंसिडर्ड a crime. The continuous female foeticide will be disturb the social balance for healthy society. The male or female gender ratio should be at a balanced level. If it is not checked, it will be have a serious effect on the future generation of our society। यानी कि भी की है
ਜਿਹੜੀ ਗਰਭਪਾਤ ਦੁਆਰਾ ਇੱਕ ਸਿਹਤਮੰਦ ਮਾਦਾ ਭਰੂਣ ਦੀ ਹੱਤਿਆ ਵਾ, ਠੀਕ ਹੈ ਜੀ, ਫੀਮੇਲ ਫੋਰਟੀਸਾਈਡ। ਸਾਡੇ ਦੇਸ਼ ਵਿੱਚ ਭਰੂਣ ਹੱਤਿਆ ਨੂੰ ਅਪਰਾਧ ਮੰਨਿਆ ਜਾਂਦਾ ਹੈ। ਲਗਾਤਾਰ ਮਾਤਾ ਭਰੂਣ ਹੱਤਿਆ ਸਮਾਜਿਕ ਤਾਣੇ ਬਾਣੇ, ਠੀਕ ਹੈ ਜੀ, ਜੋ ਸੋਸ਼ਲ ਜਿਵੇਂ ਸੁਸਾਇਟੀ ਦੇ ਵਿੱਚ ਸੋਸ਼ਲ ਜਾਂ ਫਿਰ ਸਮਾਜਿਕ ਤਾਣੇ ਬਾਣੇ ਨੂੰ ਵਿਗਾੜ ਦਿੰਦੀ ਹੈ। ਸਿਹਤਮੰਦ ਸਮਾਜ ਲਈ ਯਾਨੀ ਕਿ ਦੋਸਤੋ ਕੀ ਹੈ, ਸਿਹਤਮੰਦ ਸਮਾਜ ਦੇ ਲਈ ਜਿਹੜਾ ਹੈਗਾ ਵਾ ਆਪਣੇ ਨੂੰ ਕੀ ਜ਼ਰੂਰੀ ਹੈ, ਸਿਹਤਮੰਦ ਸਮਾਜ ਲਈ ਔਰਤਾਂ ਜਾਂ ਫਿਰ ਮਰਦਾਂ ਦਾ ਲਿੰਗ ਅਨੁਪਾਤ ਸੰਤੁਲਿਤ ਪੱਧਰ 'ਤੇ ਹੋਣਾ ਚਾਹੀਦਾ ਹੈ, ਬੈਲੈਂਸ ਦੇ ਵਿੱਚ ਹੋਣਾ ਚਾਹੀਦਾ ਹੈ। ਜੇਕਰ ਇਸ ਦੀ ਜਾਂਚ ਨਾ ਕੀਤੀ ਜਾਏ ਤਾਂ ਸਾਡੇ ਸਮਾਜ ਦੀ ਆਉਣ ਵਾਲੀਆਂ ਪੀੜ੍ਹੀਆਂ 'ਤੇ ਇਸ ਦਾ ਗੰਭੀਰ ਜਿਹੜਾ ਹੈਗਾ ਵਾ ਅਸਰ ਪਵੇਗਾ ਫਿਊਚਰ ਜਨਰੇਸ਼ਨ 'ਤੇ। ਉਸ ਤੋਂ ਬਾਅਦ ਦੋਸਤੋ ਅਗਲਾ ਤੁਹਾਡਾ ਹੈਗਾ ਵਾ ਐਜੂਕੇਸ਼ਨ ਇਜ਼ ਫੰਡਾਮੈਂਟਲ ਰਾਈਟ ਆਫ ਆਲ ਦਾ ਚਿਲਡਰਨ ਈਵਨ ਇਫ ਦੇ ਆਰ ਡਿਫਰੈਂਟ ਏਬਲਡ, ਯਾਨੀ ਕਿ ਸਿੱਖਿਆ ਸਾਰੇ ਬੱਚਿਆਂ ਦਾ ਮੌਲਿਕ ਅਧਿਕਾਰ ਹੈ, ਭਾਵੇਂ ਉਹ ਵੱਖਰੇ ਤੌਰ 'ਤੇ ਸਮਰਥ ਕਿਉਂ ਨਾ ਹੋਣ। ਤੁਸੀਂ ਇਸ ਨੂੰ ਪੂਰਾ ਪੜ੍ਹ ਲਓ। ਉਸ ਤੋਂ ਬਾਅਦ ਦੋਸਤੋ ਇਹਦਾ ਟਾਈਟਲ ਬਣੇਗਾ ਦ ਐਜੂਕੇਸ਼ਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ, ਅਤੇ ਇਹਦੀ ਆਹ ਇੰਪੋਰਟੈਂਟ ਲਾਈਨਾਂ 3-4 ਲਾਈਨਾਂ ਆਹ ਇੱਥੇ ਦਿੱਤੇ ਹੋਏ, ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ, ਠੀਕ ਹੈ। ਦ ਐਜੂਕੇਸ਼ਨ ਆਫ ਚਿਲਡਰਨ ਵਿਦ ਸਪੈਸ਼ਲ ਨੀਡ, ਇਹਦਾ ਮਤਲਬ ਦੋਸਤੋ ਕੀ ਹੋ ਗਿਆ, ਇਹਦਾ ਮਤਲਬ ਹੋ ਗਿਆ ਦੋਸਤੋ ਕੀ ਹੈ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਸਿੱਖਿਆ, ਠੀਕ ਹੈ ਜੀ। ਸਿੱਖਿਆ ਜਿਹੜਾ ਹੈਗਾ ਦੋਸਤੋ ਕੀ ਹੈ, ਬੱਚਿਆਂ ਦਾ ਅਪਾਹਜ ਬੱਚਿਆਂ ਦਾ ਵੀ ਇੱਕ ਮੌਲਿਕ ਅਧਿਕਾਰ ਹੈ, ਠੀਕ ਹੈ। ਇਹ ਨੀਗਾ ਕਿ ਸਿਰਫ ਸਾਡਾ ਹੀ ਆ, ਠੀਕ ਹੈ, ਮੌਲਿਕ ਅਧਿਕਾਰ ਹੈਗਾ ਵਾ ਉਹਨਾਂ ਬੱਚਿਆਂ ਦਾ, ਅਜਿਹੇ ਬੱਚਿਆਂ ਦਾ ਜਿਹੜਾ ਹੈਗਾ ਵਾ 18 ਸਾਲ ਦੀ ਉਮਰ ਤੱਕ ਮੁਫਤ ਸਿੱਖਿਆ ਦੇ ਹੱਕਦਾਰ ਹੁੰਦੇ ਹਨ, ਯਾਨੀ ਕਿ ਸੱਚ ਚਿਲਡਰਨ ਆਰ ਇੰਟੈਲਡ ਟੂ ਫ੍ਰੀ ਐਜੂਕੇਸ਼ਨ ਟਿਲ ਦਾ ਏਜ ਆਫ 18, ਠੀਕ ਹੈ। ਤੇ ਇਸ ਨੂੰ ਤੁਸੀਂ ਪੜ੍ਹ ਲਓ। ਅੱਗੇ ਹੈ ਦੋਸਤੋ ਟੈਂਸ਼ਨ ਐਂਡ ਹੈਡੇਕਸ ਆਰ ਦਾ ਮੋਸਟ ਕਾਮਨ ਟਾਈਪ ਔਰ ਕਾਊਜ਼ਡ ਬਾਈ ਮਿਊਜ਼ਿਕ ਕੰਟਰੈਕਸ਼ਨਸ ਔਰ ਐਨ ਇੰਬੈਲੈਂਸ ਆਫ ਨੈਚੁਰਲ ਕੈਮੀਕਲਸ ਇਨ ਦਾ ਬ੍ਰੇਨ, ਯਾਨੀ ਕਿ ਵੀ ਕੀ ਹੈ, ਤਣਾਅ ਅਤੇ ਸਿਰ ਦਰਦ ਸਭ ਤੋਂ ਆਮ ਕਿਸਮ ਹਨ ਅਤੇ ਇਹ ਮਾਸਪੇਸ਼ੀਆਂ ਦੇ ਸੁੰਗੜਨ ਜਾਂ ਫਿਰ ਦਿਮਾਗ ਵਿੱਚ ਕੁਦਰਤੀ ਰਸਾਇਣਾਂ ਦੇ ਅਸੰਤੁਲਨ ਕਾਰਨ ਹੁੰਦੇ ਹਨ। ਤਾਂ ਇਹਦਾ ਦੋਸਤੋ ਦੇਖੋ ਕੀ ਆਏਗਾ, ਇਹਦਾ ਜਿਹੜਾ ਹੈਗਾ ਟਾਈਟਲ ਬਣੇਗਾ ਟੈਂਸ਼ਨ ਐਂਡ ਹੈਡੇਕ। ਟੈਂਸ਼ਨ ਐਂਡ ਹੈਡੇਕ ਮਤਲਬ ਦੋਸਤੋ ਕੀ ਹੁੰਦਾ ਵਾ, ਟੈਂਸ਼ਨ ਮਤਲਬ ਦੋਸਤੋ ਤਣਾਅ ਹੁੰਦਾ, ਠੀਕ ਹੈ ਜੀ। ਹੈਡੇਕਸ ਮਤਲਬ ਕੀ ਹੋ ਗਿਆ ਦੋਸਤੋ, ਸਿਰ ਦਰਦ ਜਿਹਨੂੰ ਆਪਾਂ ਕਹਿੰਦੇ ਹਾਂ। ਟੈਂਸ਼ਨ ਐਂਡ ਹੈਡੇਕਸ ਆਰ ਕਾਊਜ਼ ਪ੍ਰੈਸ਼ਰ ਐਂਡ ਟਾਈਟਨੈਸ, ਯਾਨੀ ਕਿ ਜਿਹੜਾ ਹੈਗਾ ਤਣਾਅ ਅਤੇ ਸਿਰ ਦਰਦ ਦਾ ਕਾਰਨ ਸਿਰ, ਗਰਦਨ ਅਤੇ ਮੋਢਿਆਂ ਵਿੱਚ ਦਬਾਅ ਅਤੇ ਤੰਗੀ ਹੁੰਦੀ ਹੈ, ਠੀਕ ਹੈ। ਅਤੇ ਇਸ ਨੂੰ ਜਿਹੜਾ ਹੈਗਾ ਵਾ ਆਪਾਂ ਕਿਵੇਂ ਮਸਾਜ ਨਾਲ, ਠੀਕ ਹੈ ਜੀ, ਮੈਡੀਟੇਸ਼ਨ ਅਤੇ ਵਿਜ਼ੂਲਾਈਜੇਸ਼ਨ ਨਾਲ ਜਿਹੜਾ ਹੈਗਾ ਵਾ ਕੀ ਕਰ ਸਕਦੇ ਦੋਸਤੋ, ਇਸ ਨੂੰ ਰੋਕਿਆ ਜਾ ਸਕਦਾ ਹੈ ਇਸ ਨੂੰ, ਠੀਕ ਹੈ, ਇਸ ਦੇ ਨਾਲ। ਬਾਕੀ ਤੁਸੀਂ ਪੂਰਾ ਪੜ੍ਹ ਲਓ ਇਸ ਨੂੰ। ਅੱਗੇ ਦੋਸਤੋ ਫੋਰ ਅ ਰੀਜ਼ਨ ਟੂ ਬੀ ਇਫੈਕਟਿਵ ਇੰਥੂਸੀਜ਼ਮ ਅਤੇ ਇਜ਼ ਅ ਨੈਸੈਸਰੀ, ਇਹਦੇ ਵਿੱਚ ਆਹ ਲਿਖਿਆ ਦੋਸਤੋ ਕਿਸੇ ਧਰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਤਸ਼ਾਹ ਜ਼ਰੂਰੀ ਹੈ, ਠੀਕ ਹੈ। ਐਟ ਦਾ ਸੇਮ ਟਾਈਮ ਵੀ ਮਸਟ ਟਰਾਈ ਟੂ ਅਵੋਇਡ ਦਾ ਡੇਂਜਰ ਆਫ ਮਲਟੀਪਲਾਈਂਗ ਆਫ ਕ੍ਰਿਟਸ, ਯਾਨੀ ਕਿ ਕੀ ਹੈ, ਇਸ ਦੇ ਨਾਲ ਹੀ ਸਾਨੂੰ ਜਿਹੜਾ ਹੈਗਾ ਵਾ ਕੀ ਹੈ, ਮੌਤਾਂ ਦੇ ਵਧਣ ਦੇ ਜਿਹੜੇ ਹੈਗੇ ਆ ਖਤਰੇ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਠੀਕ ਹੈ। ਤਾਂ ਇਹਦਾ ਆਨਸਰ ਇਹ ਦੋਸਤੋ ਇਹਦੇ ਵਿੱਚ ਇਹਨਾਂ ਨੇ ਆਹ ਲਿਖਿਆ ਵਾ। ਤਾਂ ਦੇਖੋ ਇਹਦਾ ਕੀ ਬਣੇਗਾ ਟਾਈਟਲ, ਰਿਲੀਜਨ ਐਂਡ ਮੋਰੈਲਿਟੀ, ਠੀਕ ਹੈ ਜੀ, ਰਿਲੀਜਨ ਅਤੇ ਮੋਰੈਲਿਟੀ ਯਾਨੀ ਕਿ ਧਰਮ ਅਤੇ ਨੈਤਿਕਤਾ। ਤਾਂ ਦੇਖੋ ਕੀ ਹੈ, ਹਾਂਜੀ ਆ ਦਿੱਤਾ ਹੈ ਦੋਸਤੋ ਤੁਹਾਡਾ ਐਂਥੂਜ਼ੀਅਮਸ ਇਜ਼ ਨੈਸੈਸਰੀ ਫॉर ਐਨ ਇਫੈਕਟਿਵ ਰਿਲੀਜਨ, ਪ੍ਰਭਾਵਸ਼ਾਲੀ ਧਰਮ ਲਈ ਉਤਸ਼ਾਹ ਜ਼ਰੂਰੀ ਹੈ। ਬਟ ਵੀ ਸ਼ੁੱਡ ਇੰਬਰੈਂਸ ਦਾ ਬਰੋਡਨੈਸ ਆਫ ਯੂਨੀਵਰਸਲ ਰਿਲੀਜਨ, ਪਰ ਸਾਨੂੰ ਇੱਕ ਵਿਸ਼ਵ ਵਿਆਪੀ ਧਰਮ ਦੀ ਵਿਆਪਕਤਾ ਨੂੰ ਗਲੇ ਲਗਾਉਣਾ ਚਾਹੀਦਾ ਹੈ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਹ ਲਿਖਿਆ ਹੈ, ਤੁਸੀਂ ਇਸ ਨੂੰ ਪੂਰਾ ਰੀਡ ਆਊਟ ਕਰ ਲੈਣਾ ਵਾ। ਅੱਗੇ ਦੋਸਤੋ ਤੁਹਾਡਾ ਪ੍ਰਾਈਮ ਮਿਨਿਸਟਰ ਵਾਲਾ ਦਿੱਤਾ ਹੈ ਵਾ, ਇਹਦਾ ਟਾਈਟਲ ਇੱਥੇ ਆਹ ਦਿੱਤਾ ਹੈ ਵਾ, ਠੀਕ ਹੈ, ਰਿਡਕਸ਼ਨ ਆਫ ਓਪਨ ਡਿਫਿਕੇਸ਼ਨ, ਅਤੇ ਇਹਦਾ ਆਹ ਦਿੱਤਾ ਹੋਇਆ ਵਾ 3-4 ਲਾਈਨਾਂ ਇੰਪੋਰਟੈਂਟ, ਆ ਵੀ ਤੁਸੀਂ ਲਿਖਣੀਆਂ ਹੁੰਦੀਆਂ ਨੇ ਐਵੇਂ, ਅਤੇ ਇਸ ਨੂੰ ਵੀ ਤੁਸੀਂ ਰੀਡ ਆਊਟ ਕਰ ਲਓ। ਅੱਗੇ ਦੋਸਤੋ ਦਾ ਮਾਡਰਨ ਮੈਨ ਇਜ਼ ਫੋਰਐਵਰ ਬਾਈ ਮੀਟਿੰਗ ਡੈਡਲਾਈਨਸ, ਆਹ ਵਾਲਾ ਦਿੱਤਾ ਹੈ, ਤੁਸੀਂ ਇਸ ਨੂੰ ਰੀਡ ਆਊਟ ਕਰ ਲਓ। ਅਤੇ ਦੋਸਤੋ ਅੱਧਾ ਇੱਥੇ ਆਹ ਲਿਖਿਆ ਹੋਇਆ ਵਾ, ਇੱਥੋਂ ਰੀਡ ਕਰਨ ਤੋਂ ਬਾਅਦ ਟਾਈਟਲ ਬਣੇਗਾ ਦਾ ਹਾਰਮ ਆਫ ਫਾਸਟ ਫੂਡ, ਠੀਕ ਹੈ ਜੀ, ਜਿਹੜੇ ਆਪਾਂ ਚੌਮਿਨ, ਬਰਗਰ, ਪੀਜ਼ਾ ਵਗੈਰਾ ਖਾਂਦੇ ਹਾਂ, ਅਤੇ ਇਹਦੀ ਇੰਪੋਰਟੈਂਟ 3-4 ਲਾਈਨਾਂ ਇੱਥੇ ਦਿੱਤੀਆਂ ਹੋਈਆਂ ਹਨ। ਅੱਗੇ ਦੋਸਤੋ ਪੰਜਾਬ ਇਜ਼ ਲੈਂਡ ਆਫ 5 ਰਿਵਰਸ, ਠੀਕ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਕੀ ਹੈ ਦੋਸਤੋ, ਲੈਂਡ ਆਫ 5 ਰਿਵਰ ਹੈ, ਠੀਕ ਹੈ। ਪੰਜਾਬ ਜਿਹੜਾ ਹੈਗਾ ਦੋਸਤੋ ਹਾਂਜੀ ਇਹਦੇ ਵਿੱਚ ਆਹ ਕਲਚਰ ਆਫ ਪੰਜਾਬ, ਠੀਕ ਹੈ ਜੀ। ਪੰਜਾਬ ਦਾ ਜਿਹੜਾ ਹੈ ਦੋਸਤੋ ਕਲਚਰ ਤੁਹਾਨੂੰ ਪਤਾ ਹੀ ਹੋਣਾ, ਸਭ ਤੋਂ ਵਧੀਆ ਦੋਸਤੋ ਜਿਹੜਾ ਹੈਗਾ ਵਾ ਕਲਚਰ ਪੰਜਾਬ ਦੇ ਵਿੱਚ ਹੀ ਹੈਗਾ ਵਾ, ਠੀਕ ਹੈ। ਅਤੇ ਇਹਦਾ ਦੋਸਤੋ ਕੀ ਹੈ ਆਪਣਾ ਲਿਖਿਆ ਹੋਇਆ ਵਾ ਦੋਸਤੋ ਇੱਥੇ ਥੱਲੇ ਹੋਣਾ ਵਾ ਕਲਚਰ ਆਫ ਪੰਜਾਬ ਯਾਨੀ ਕਿ ਸੱਭਿਆਚਾਰ, ਠੀਕ ਹੈ ਜੀ। ਕਲਚਰ ਨੂੰ ਆਪਾਂ ਕੀ ਕਹਿੰਦੇ ਹਾਂ, ਪੰਜਾਬ ਦਾ ਕਲਚਰ ਆਫ ਪੰਜਾਬ ਯਾਨੀ ਕਿ ਪੰਜਾਬ ਦਾ ਸੱਭਿਆਚਾਰ। ਅਤੇ ਉਸ ਤੋਂ ਬਾਅਦ ਦੋਸਤੋ ਆਹ ਦਿੱਤਾ ਹੋਇਆ ਤੁਹਾਡਾ ਆਹ ਹੋ ਗਿਆ ਹੈਡਿੰਗ, ਅਤੇ ਇਹਦਾ ਹੋ ਗਿਆ ਆਹ 3-4 ਜਿਹੜੀਆਂ ਲਾਈਨਾਂ ਨੇ, ਆਹ ਰਿਹਾ ਆਨਸਰ ਇਹਦਾ। ਅਤੇ ਹੈਗਾ ਹੈ ਦੋਸਤੋ ਹੁਣ ਅੱਗੇ ਆਪਣਾ ਚੰਡੀਗੜ੍ਹ ਇਜ਼ ਦਾ ਸਿਟੀ ਆਫ ਅਟਰੈਕਸ਼ਨ ਫॉर ਟੂਰਿਸਟ, ਬਈ ਕੀ ਹੈ ਰੌਕ ਗਾਰਡਨ,
ਇੱਥੇ ਲਿਖਿਆ ਵੀ ਹੋਣਾ ਰੌਕ ਗਾਰਡਨ ਬਾਰੇ ਆ ਇਹ, ਹਾਂਜੀ ਆ ਰਿਹਾ। ਚੰਡੀਗੜ੍ਹ ਇਜ਼ ਅ ਸਿਟੀ ਆਫ ਅਟਰੈਕਸ਼ਨ, ਰੌਕ ਗਾਰਡਨ ਇਜ਼ ਦਾ ਬਿਊਟੀਫੁਲ ਸਕਲਪਚਰ ਗਾਰਡਨ ਨੀਅਰ ਸੁਖਨਾ ਲੇਕ ਇਨ ਚੰਡੀਗੜ੍ਹ। ਠੀਕ ਹੈ, ਤੇ ਕੀ ਹੈ ਦੋਸਤੋ ਆਪਣਾ, ਹਾਂਜੀ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਵਾ ਕਿ ਬਈ ਰੌਕ ਗਾਰਡਨ ਜਿਹੜਾ ਹੈਗਾ ਵਾ ਚੰਡੀਗੜ੍ਹ ਦੇ ਵਿੱਚ, ਠੀਕ ਹੈ ਜੀ, ਉਹ ਕਾफ़ੀ ਜ਼ਿਆਦਾ ਫੇਮਸ ਹੈ। ਠੀਕ ਹੈ, ਇਹਦੇ ਬਾਰੇ ਗੱਲਾਂ ਲਿਖੀਆਂ ਹੋਈਆਂ ਹਨ, ਤੇ ਇਹਦਾ ਟਾਈਟਲ ਕੀ ਬਣੇਗਾ ਦੋਸਤੋ, ਰੌਕ ਗਾਰਡਨ। ਠੀਕ ਹੈ, ਕਿਉਂਕਿ ਰੌਕ ਗਾਰਡਨ ਬਾਰੇ ਹੀ ਇਹਦੇ ਵਿੱਚ ਗੱਲਾਂ ਹੋਣਗੀਆਂ। ਚੰਡੀਗੜ੍ਹ ਦੇ ਵਿੱਚ ਜੋ ਹੈਗਾ ਵਾ ਰੌਕ ਗਾਰਡਨ ਇਜ਼ ਅ ਬਿਊਟੀਫੁਲ ਸਕਲਪਚਰ ਗਾਰਡਨ। ਠੀਕ ਹੈ ਜੀ, ਯਾਨੀ ਕਿ ਰੌਕ ਗਾਰਡਨ ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਨੇੜੇ ਇੱਕ ਸੁੰਦਰ ਮੂਰਤੀ ਬਾਗ ਹੈ। ਠੀਕ ਹੈ, ਇਹਦਾ ਵਿੱਚ ਆਹ ਲਿਖਿਆ ਹੋਇਆ ਵਾ ਚੰਡੀਗੜ੍ਹ ਸੈਲਾਨੀਆਂ ਦੀ ਲਈ ਆਕਰਸ਼ਣ ਵਾਲਾ ਇੱਕ ਸ਼ਹਿਰ ਹੈ, ਇੱਥੇ ਲਿਖਿਆ ਹੋਇਆ ਵਾ ਆਹ ਗੱਲ। ਠੀਕ ਹੈ, ਤੁਸੀਂ ਇਸ ਨੂੰ ਚੰਗੀ ਤਰ੍ਹਾਂ ਰੀਡ ਆਊਟ ਕਰ ਲਓ। ਵਨ ਆਫ ਦਾ ਫੇਵਰੇਟ ਪਲੇਸ ਆਫ ਆਲ ਦਾ ਟੂਰਿਸਟ ਇਜ਼ ਦਾ ਸਕਲਪਚਰ, ਹਾਂਜੀ ਸਕਲਪਚਰ ਗਾਰਡਨ ਨੀਅਰ ਸੁਖਨਾ ਲੇਕ ਵਿਚ ਇਜ਼ ਸਪਰੈਡ ਓਵਰ ਐਨ ਏਰੀਆ ਆਫ 40 ਏਕਰਸ। ਮਤਲਬ ਦੋਸਤੋ ਇਹਦੇ ਵਿੱਚ ਆਹੀ ਲਿਖਿਆ ਹੋਇਆ ਕਿ ਚੰਡੀਗੜ੍ਹ ਜਿਹੜਾ ਹੈਗਾ ਵਾ ਘੁੰਮਣ ਫਿਰਨ ਲਈ ਬਹੁਤ ਹੀ ਆਕਰਸ਼ਿਤ ਹੈ। ਸਾਰੇ ਹੀ ਜਿਹੜੇ ਘੁੰਮਣ ਆਉਂਦੇ ਹਨ ਇਹਨਾਂ ਦੀ ਮਨਪਸੰਦ ਥਾਵਾਂ ਵਿੱਚੋਂ ਹੈ। ਠੀਕ ਹੈ, ਸੁਖਨਾ ਝੀਲ ਦੇ ਨੇੜੇ ਇੱਕ ਜਿਹੜਾ ਕਿ ਗਾਰਡਨ ਜੋ ਹੈ ਜੋ ਕਿ 40 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਠੀਕ ਹੈ, ਬਸ ਤੁਸੀਂ ਇਸ ਨੂੰ ਪੜ੍ਹ ਲਓ, ਉਸ ਤੋਂ ਬਾਅਦ ਇਹਨਾਂ ਦੇ ਆਹ ਇੰਪੋਰਟੈਂਟ ਲਾਈਨਾਂ ਲਿਖ ਦਿਓ ਕੁਝ। ਠੀਕ ਹੈ ਜੀ, ਰੌਕ ਗਾਰਡਨ ਟਾਈਟਲ ਹੋ ਜਾਏਗਾ। ਅੱਗੇ ਹੈ ਦੋਸਤੋ ਨੀਅਰ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਇਨ ਦਾ ਅਨੰਦਪੁਰ ਸਾਹਿਬ। ਠੀਕ ਹੈ, ਤੇ ਅਨੰਦਪੁਰ ਸਾਹਿਬ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਸਿੱਖ ਧਰਮ ਦਾ ਇੱਕ ਅਜਾਇਬ ਘਰ ਹੈ, ਯਾਨੀ ਕਿ ਮਿਊਜ਼ੀਅਮ ਆਫ ਸਿੱਖੀਜ਼ਮ ਹੈ। ਡਿਜ਼ਾਈਨਡ ਬਾਏ ਕੀ ਲਿਖਿਆ ਦੋਸਤੋ ਇੱਥੇ, ਡਿਜ਼ਾਈਨਡ ਬਾਏ ਮੋਸ਼ੀ ਸਫਦੀ। ਠੀਕ ਹੈ ਜੀ, ਤੇ ਕੀ ਦੋਸਤੋ ਜਿਸ ਦਾ ਡਿਜ਼ਾਈਨ ਮੋਸ਼ੇ ਸਫਦੀ, ਠੀਕ ਹੈ ਜੀ, ਮੋਸ਼ੇ ਲਿਖਿਆ ਹੋਇਆ ਮੋਸ਼ੇ ਸਫਦੀ ਸਥਾਨਕ ਨਿਵਾਸੀਆਂ ਲਈ ਨਹੀਂ ਮੋਸ਼ੇ ਸਫਦੀ ਦੁਆਰਾ ਦੋਸਤੋ ਕੀਤਾ ਗਿਆ ਸੀ। ਠੀਕ ਹੈ ਜੀ, ਇਸ ਦਾ ਉਦਘਾਟਨ ਜਿਹੜਾ ਹੈਗਾ ਵਾ ਆ ਲਿਖਿਆ ਹੋਇਆ ਇਨੋਗਰੇਟਡ ਇਨ ਨਵੰਬਰ 2011। ਇਸ ਦਾ ਉਦਘਾਟਨ ਜਿਹੜਾ ਹੈਗਾ 2011 ਵਿੱਚ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਦੋਸਤੋ ਇਹਦਾ ਜਿਹੜਾ ਹੈਗਾ ਤੁਹਾਡਾ ਬਣੇਗਾ ਟਾਈਟਲ ਦਾ ਮਿਊਜ਼ੀਅਮ ਆਫ ਸਿੱਖੀਜ਼ਮ ਇਨ ਅਨੰਦਪੁਰ ਸਾਹਿਬ। ਠੀਕ ਹੈ ਜੀ, ਤੇ ਉਹਦੀਆਂ 3-4 ਇੰਪੋਰਟੈਂਟ ਲਾਈਨਾਂ ਇੱਥੇ ਆਹ ਲਿਖੀਆਂ ਹੋਈਆਂ ਨੇ, ਤੁਸੀਂ ਇਸੇ ਤਰ੍ਹਾਂ ਹੀ ਲਿਖ ਦੇਣਾ ਵਾ। ਅੱਗੇ ਦੋਸਤੋ ਸੇਫ ਡਰਿੰਕਿੰਗ ਵਾਟਰ ਇਜ਼ ਵਨ ਆਫ ਦਾ ਬੇਸਿਕ ਨੀਡ ਐਂਡ ਵਿਦਾਊਟ ਇਟਸ ਅਬਿਲਿਟੀ ਇਨ ਐਡੂਕੇਟ, ਹਾਂਜੀ ਐਡੂਕੇਟ ਕੁਆਂਟਿਟੀ ਐਂਡ ਕੁਆਲਿਟੀ ਦੇयर ਕੁਡ ਬੀ ਸੀਰੀਅਸ ਇੰਪੈਕਟ ਔਨ ਹਿਊਮਨ ਐਂਡ ਐਨੀਮਲ ਹੈਲਥ। ਠੀਕ ਹੈ, ਤੇ ਇਹਦੇ ਵਿੱਚ ਦੋਸਤੋ ਕੀ ਲਿਖਿਆ ਹੋਇਆ ਇਹਨਾਂ ਨੇ, ਹਾਂਜੀ ਆਪਣਾ ਜਿਹੜਾ ਹੈਗਾ ਇੱਥੇ ਤੁਹਾਡਾ, ਹਾਂਜੀ ਆਹ ਕਿਹੜਾ ਸੀਗਾ ਆਪਣਾ, ਹਾਂਜੀ ਕੀ ਇਹਦੇ ਵਿੱਚ ਦੋਸਤੋ ਆਹੀ ਰੱਖਿਆ ਸੁਰੱਖਿਅਤ ਪਾਣੀ ਜਿਹੜਾ ਹੈਗਾ ਵਾ ਪੀਣ ਵਾਲਾ ਪਾਣੀ ਬੁਨਿਆਦੀ ਲੋੜਾਂ ਵਿੱਚੋਂ ਇੱਕ ਹੈ। ਠੀਕ ਹੈ ਜੀ, ਇਸ ਦੀ ਲੋੜੀਂਦੀ ਮਾਤਰਾ ਅਤੇ ਗੁਣਵੱਤਾ ਵਿੱਚ ਉਪਲਬਧਤਾ ਤੋਂ ਬਿਨਾਂ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਜਿਹੜਾ ਹੈਗਾ ਵਾ ਪੈ ਸਕਦਾ ਹੈ। ਮੇਨ ਦੋਸਤੋ ਜਿਹੜਾ ਹੈਗਾ ਤੁਹਾਡਾ ਇਹ ਪਾਣੀ ਬਾਰੇ ਹੈਗਾ ਵਾ ਸੇਫ ਡਰਿੰਕਿੰਗ ਵਾਟਰ ਬਾਰੇ, ਤਾਂ ਇਹਦਾ ਦੋਸਤੋ ਕਿਹਾ ਜਾਏਗਾ ਸਪਲਾਈ ਆਫ ਡਰਿੰਕਿੰਗ ਵਾਟਰ ਡਿਊਰਿੰਗ ਅ ਕ੍ਰਾਈਸਿਸ। ਠੀਕ ਹੈ ਜੀ, ਯਾਨੀ ਕਿ ਬਈ ਕੀ ਹੈ ਸੰਕਟ ਸਮੇਂ ਪੀਣ ਵਾਲੇ ਪਾਣੀ ਦੀ ਸਪਲਾਈ। ਤਾਂ ਦੇਖੋ ਕੀ ਹੈ ਸੇਫ ਡਰਿੰਕਿੰਗ ਵਾਟਰ ਯਾਨੀ ਕਿ ਸੁਰੱਖਿਅਤ ਪੀਣ ਵਾਲਾ ਪਾਣੀ ਇਜ਼ ਵਨ ਆਫ ਦਾ ਬੇਸਿਕ ਨੀਡਸ, ਯਾਨੀ ਕਿ ਬੁਨਿਆਦੀ ਯਾਨੀ ਕਿ ਬੇਸਿਕ ਲੋੜਾਂ ਦੇ ਵਿੱਚੋਂ ਇੱਕ ਹੈ। ਠੀਕ ਹੈ ਜੀ, ਤੇ ਡਰਾਊਟ ਔਰ ਅਦਰ ਨੈਚੁਰਲ ਡਿਜ਼ਾਸਟਰ ਕੁਡ ਲੀਡ ਟੂ ਦਾ scarcity of water in any type of crisis. Proper management of drinking water supply to be affected people on an immediate basis is an essential requirement। ਬਈ ਇਹਦੇ ਵਿੱਚ ਆਹੀ ਲਿਖਿਆ ਹੋਇਆ ਬਾਕੀ ਕੀ ਹੈ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਪਾਣੀ ਦੀ ਕਮੀ ਹੋ ਸਕਦੀ ਹੈ। ਪਾਣੀ ਦਾ ਕਿਸੇ ਵੀ ਕਿਸਮ ਦੇ ਸੰਕਟ ਵਿੱਚ ਪ੍ਰਭਾਵਿਤ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਤੁਰੰਤ ਆਧਾਰ 'ਤੇ ਢੁਕਵਾਂ ਪ੍ਰਬੰਧਨ ਇੱਕ ਜ਼ਰੂਰੀ ਲੋੜ ਹੈ। ਬਿਮਾਰੀ ਦਾ ਫੈਲਣ, ਮਹਾਮਾਰੀ ਫੈਲਣ ਦੀਆਂ ਸੰਭਾਵਨਾ ਨੂੰ ਘਟਾਉਣ ਜਾਂ ਫਿਰ ਖਤਮ ਲਈ ਉਚਿਤ ਉਪਾਅ ਜ਼ਰੂਰੀ ਹਨ। ਠੀਕ ਹੈ ਜੀ, ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਵਾ। ਤੇ SOP ਡਾਕੂਮੈਂਟ ਐਕਸਪਲੇਨ, ਯਾਨੀ ਕਿ ਦੋਸਤੋ ਜਿਹੜਾ ਹੈਗਾ SOP ਦਸਤਾਵੇਜ਼ ਜਿਹੜਾ ਹੈਗਾ ਦੱਸਦਾ ਹੈ ਕਿ ਉਹਨਾਂ ਨੂੰ ਕੁਦਰਤੀ ਖਤਰੇ ਤੋਂ ਪਹਿਲਾਂ, ਦੌਰਾਨ, ਬਾਅਦ ਵਿੱਚ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ, ਕਿਹੜੇ ਸਟੈਪਸ ਜਿਹੜੇ ਹੈਗੇ ਆ ਡਰਿਵਿੰਗ ਆਫਟਰ ਨੈਚੁਰਲ ਹਜ਼ਾਰਡ ਯਾਨੀ ਕਿ ਟੇਕ ਯਾਨੀ ਕਿ ਚੁੱਕਣੇ ਚਾਹੀਦੇ ਹਨ। ਤਾਂ ਤੁਹਾਡੇ ਦੇ ਵਿੱਚ ਲਿਖਿਆ ਹੋਇਆ ਵਾ। ਅੱਗੇ ਦੋਸਤੋ ਲਿਖਿਆ ਹੋਇਆ ਵਾ ਇਹਨਾਂ ਨੇ ਪੀਪਲ ਇਨ ਦਿਸ ਮਾਡਰਨ ਮਟੀਰੀਅਲਿਸਟਿਕ ਵਾਲਾ ਦਿੱਤਾ ਹੋਇਆ ਵਾ। ਇਹਦਾ ਕੀ ਹੈ ਐਡਵਾਂਟੇਜ ਆਫ ਮੈਡੀਟੇਸ਼ਨ। ਮੈਡੀਟੇਸ਼ਨ ਦਾ ਮਤਲਬ ਦੋਸਤੋ ਕੀ ਹੁੰਦਾ ਵਾ, ਠੀਕ ਹੈ, ਜਦੋਂ ਆਪਾਂ ਧਿਆਨ ਲਾਉਂਦੇ ਹਾਂ, ਸਿਮਰਨ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮੈਡੀਟੇਸ਼ਨ ਮਤਲਬ ਦੋਸਤੋ ਕੀ ਹੈ, ਜਦੋਂ ਆਪਾਂ ਮਨ ਦੇ ਵਿੱਚ ਨਹੀਂ ਕੁਛ ਸੋਚਣ ਲੱਗ ਜਾਂਦੇ, ਹਾਏ ਚਲੋ ਆਪਾਂ ਹੁਣ ਮੈਡੀਟੇਟ ਕਰਦੇ ਹਾਂ, ਰੱਬ ਨਾਲ ਮਿਲਦੇ ਹਾਂ, ਇਸ ਪ੍ਰਕਾਰ ਦੋਸਤੋ ਆਹ ਤੁਹਾਡਾ ਦਿੱਤਾ ਵਾ ਮਾਨਸਿਕ ਜਦੋਂ ਆਪਾਂ ਸ਼ਾਂਤੀ ਲਿਆਉਂਦੇ ਹਾਂ, ਧਿਆਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਮੈਡੀਟੇਸ਼ਨ ਮਤਲਬ ਧਿਆਨ। ਠੀਕ ਹੈ ਜੀ, ਤਾਂ ਕੀ ਹੈ ਮੈਡੀਟੇਸ਼ਨ ਇਜ਼ ਦਾ ਪ੍ਰੋਸੈਸ ਆਫ ਕੰਸਨਟ੍ਰੇਸ਼ਨ ਔਨ ਯੋਰ ਬਰੀਥਿੰਗ ਐਂਡ ਕਨੈਕਟਿੰਗ ਟੂ ਯੋਰ ਇਨਰ ਸੈਲਫ। ਯਾਨੀ ਕਿ ਦੋਸਤੋ ਕੀ ਹੈ ਮੈਡੀਟੇਸ਼ਨ ਤੁਹਾਡੇ ਸਾਹ ਅਤੇ ਇਕਾਗਰਤਾ ਅਤੇ ਤੁਹਾਡੇ ਅੰਦਰੂਨੀ ਸਵੈ ਨਾਲ
ਜੁੜਨ ਦੀ ਪ੍ਰਕਿਰਿਆ ਹੈ। ਠੀਕ ਹੈ ਜੀ, ਤੁਸੀਂ ਇਸ ਨੂੰ ਰੀਡ ਆਊਟ ਕਰ ਲਓ, ਸੌਖਾ ਹੀ ਹੈਗਾ ਵਾ। ਅੱਗੇ ਦੋਸਤੋ ਟਾਈਮ ਮੈਨੇਜਮੈਂਟ ਬਾਰੇ, ਠੀਕ ਹੈ ਜੀ, ਮਤਲਬ ਟਾਈਮ ਮੈਨੇਜਮੈਂਟ ਯਾਨੀ ਕਿ ਸਮਾਂ ਪ੍ਰਬੰਧਨ ਬਾਰੇ ਆ ਦਿੱਤਾ ਹੋਇਆ ਵਾ, ਤੁਸੀਂ ਇਸ ਨੂੰ ਰੀਡ ਆਊਟ ਕਰ ਲਓ। ਤੇ ਉਸ ਤੋਂ ਬਾਅਦ ਥੱਲੇ ਹੋਰ ਥੋੜਾ ਜਿਹਾ ਦਿੱਤਾ ਹੋਣਾ ਇਹਦਾ ਆ ਰਿਹਾ, ਇਸ ਨੂੰ ਰੀਡ ਆਊਟ ਕਰ ਲਓ। ਟਾਈਟਲ ਬਣਿਆ ਪ੍ਰੋਪਰ ਟਾਈਮ ਮੈਨੇਜਮੈਂਟ। ਠੀਕ ਹੈ ਜੀ, ਪ੍ਰੋਪਰ ਟਾਈਮ ਮੈਨੇਜਮੈਂਟ ਬਿਲਕੁਲ ਦੋਸਤੋ ਜਿਹੜਾ ਹੈਗਾ ਪ੍ਰਭਾਵਸ਼ਾਲੀ ਸਮਾਂ ਪ੍ਰਬੰਧਨ। ਠੀਕ ਹੈ ਜੀ, ਤਾਂ ਇਹਦਾ ਦੋਸਤੋ ਬਾਈ ਗੁੱਡ ਟਾਈਮ ਮੈਨੇਜਮੈਂਟ ਵੀ ਕੈਨ ਵਰਕ ਬੈਟਰ। ਠੀਕ ਹੈ ਜੀ, ਇੱਕ ਗੁੱਡ ਟਾਈਮ ਮੈਨੇਜਮੈਂਟ ਨਾਲ ਅਸੀਂ ਬਹੁਤ ਹੀ ਵਧੀਆ ਨਾਲ ਜਿਹੜਾ ਹੈਗਾ ਵਾ ਕੰਮ ਕਰ ਸਕਦੇ ਹਾਂ, ਅਤੇ ਮੋਰ ਆਊਟਪੁੱਟ ਐਂਡ ਲੈਸ ਐਫਰਟ, ਯਾਨੀ ਕਿ ਆਪਾਂ ਆਪਣੀ ਜਿਹੜੀ ਹੈਗੀ ਹੈ ਸ਼ਕਤੀ ਦਾ ਘੱਟ ਉਪਯੋਗ ਕਰਕੇ ਜ਼ਿਆਦਾ ਆਊਟਪੁੱਟ ਯਾਨੀ ਕਿ ਜ਼ਿਆਦਾ ਕੰਮ ਕਰ ਸਕਦੇ ਹਾਂ, ਅਤੇ ਟਾਈਮ ਦੀ ਬੱਚਤ ਵੀ ਕਰ ਸਕਦੇ ਹਾਂ। ਠੀਕ ਹੈ ਜੀ, ਅਤੇ ਇਹਦੇ ਬਾਰੇ ਜਿਹੜਾ ਹੈਗਾ ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ, ਤੁਸੀਂ ਇਸ ਨੂੰ ਰੀਡ ਆਊਟ ਕਰ ਲਓ। ਅੱਗੇ ਦੋਸਤੋ ਤੁਹਾਡਾ ਇਹ ਆ ਡੈਲੀਕੇਟ ਬੈਲੈਂਸ ਐਗਜ਼ਿਸਟ ਬਿਟਵੀਨ ਟ੍ਰੋਪੀਕਲ ਗ੍ਰਾਸਲੈਂਡਸ ਬਾਰੇ ਦਿੱਤਾ ਹੋਇਆ, ਦਾ ਗ੍ਰਾਸਲੈਂਡ ਐਂਡ ਫੋਰੈਸਟ ਬਾਰੇ ਇਹਦਾ ਟਾਈਟਲ ਹੋ ਗਿਆ, ਉਹਦੀਆਂ ਲਾਈਨਾਂ ਲਿਖੀਆਂ ਨੇ ਇੱਥੇ। ਅੱਗੇ ਹੈ ਦੋਸਤੋ ਆਪਣਾ ਐਨ ਐਕਟੀਵਿਟੀ ਔਰ ਇੰਟਰਸਟ ਪਰਸਿਊਡ ਫॉर ਪਲੇਜ਼ਰ ਔਰ ਰਿਲੈਕਸੇਸ਼ਨ ਇਜ਼ ਹੌਬੀ ਆ ਦਿੱਤਾ ਹੋਇਆ ਵਾ। ਇਹਦਾ ਦੋਸਤੋ ਕੀ ਆ ਜਾਏਗਾ ਵੈਲਿਊ ਆਫ ਹੌਬੀਜ਼। ਠੀਕ ਹੈ ਜੀ, ਜਿਹੜਾ ਹੈਗਾ ਵਾ ਦੋਸਤੋ ਵੈਲਿਊਜ਼ ਆਫ ਹੌਬੀ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਵਾ ਇਹ ਹੋ ਗਿਆ। ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਵਾ ਹੌਬੀਜ਼ ਮਤਲਬ ਕੀ ਹੁੰਦਾ ਦੋਸਤੋ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਹੌਬੀਜ਼ ਨੂੰ ਆਪਾਂ ਕੀ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਮੈਂ ਤੁਹਾਨੂੰ ਦੱਸ ਦਿੰਦਾ ਦੋਸਤੋ, ਜੇ ਮਤਲਬ ਆਪਾਂ ਹੌਬੀਜ਼ ਕੀ ਹੁੰਦੀਆਂ ਨੇ, ਜਿਵੇਂ ਕਿ ਆਪਣੀ ਜਿਹੜੇ ਹੈਗੇ ਆ ਸ਼ੌਂਕ। ਠੀਕ ਹੈ ਜੀ, ਤੁਹਾਡੇ ਕੀ ਕੀ ਸ਼ੌਂਕ ਨੇ, ਤਾਂ ਇਹਦਾ ਦੋਸਤੋ ਕੀ ਹੈ ਸ਼ੌਂਕ ਬਾਰੇ ਦੱਸਿਆ ਇਹਦੇ ਵਿੱਚ। ਉਹ ਹੌਬੀਜ਼ ਇਨ ਐਕਟੀਵਿਟੀ ਪਰਸਿਊਡ ਫॉर ਪਲੇਜ਼ਿੰਗ ਔਰ ਰਿਲੈਕਸੇਸ਼ਨ, ਯਾਨੀ ਕਿ ਦੋਸਤੋ ਕੀ ਹੈ ਆਪਣਾ ਜਿਹੜਾ ਹੈਗਾ ਵਾ ਸ਼ੌਂਕ ਆਨੰਦ। ਠੀਕ ਹੈ ਜੀ, ਆਨੰਦ ਜਾਂ ਜਿਹੜਾ ਹੈਗਾ ਆਰਾਮ ਲਈ ਕੀਤੀ ਜਾਂਦੀ ਹੈ, ਜਿਹੜੀ ਗਤੀ ਜਿਹੜੀ ਹੈਗੀ ਆ ਆਰਾਮ ਜਾਂ ਫਿਰ ਆਨੰਦ ਲਈ ਕੀਤੀ ਜਾਂਦੀ ਹੈ, ਉਸ ਨੂੰ ਜਿਹੜਾ ਹੈਗਾ ਆਪਾਂ ਸ਼ੌਂਕ ਜਾਂ ਸ਼ੌਂਕ ਕਹਿੰਦੇ ਹਾਂ। ਠੀਕ ਹੈ ਜੀ, ਅਤੇ ਆਹ ਦੋਸਤੋ ਇਹਦੇ ਵਿੱਚ ਲਿਖਿਆ ਹੈ, ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ ਪੂਰਾ। ਅੱਗੇ ਤੁਹਾਡੀ ਇਹਦੇ ਵਿੱਚ ਨਾ ਲੈਟਰਾਂ ਆ ਗਈਆਂ ਨੇ, ਜੋ ਕਿ ਦੋਸਤੋ ਤੁਹਾਨੂੰ 6 ਮਾਰਕਸ ਦੀ ਆਉਣੀਆਂ, 2 ਆਉਣਗੀਆਂ, ਇੱਕ ਕਰਨੀ ਹੋਏਗੀ ਤੁਸੀਂ। ਠੀਕ ਹੈ, ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਤੁਹਾਡੀ ਲੈਟਰ ਕੀ ਆ, ਯੂ ਆਰ ਸਰੀਤਾ, ਯੂਰ ਐਡਰੈਸ 100 ਹਾਂਜੀ ਯੂਰ ਐਡਰੈਸ 156 ਕਾਰਬਨ ਅਪਾਰਟਮੈਂਟ ਸੈਕਟਰ 11 ਪਾਣੀਪਤ। ਠੀਕ ਹੈ ਜੀ, ਮਤਲਬ ਤੁਹਾਡਾ ਇਹ ਜਿਹੜਾ ਹੈਗਾ ਵਾ ਐਡਰੈਸ ਦਿੱਤਾ ਹੋਇਆ ਵਾ, ਤੁਸੀਂ ਸਰੀਤਾ ਹੋ, ਤੁਹਾਡਾ ਪਤਾ 156 ਕਾਰਵਾ ਅਪਾਰਟਮੈਂਟਸ ਹੈ, ਸੈਕਟਰ 11 ਹੈ। ਠੀਕ ਹੈ, ਪਾਣੀਪਤ ਤੁਹਾਡਾ ਐਡਰੈਸ ਆ। ਅਤੇ ਅੱਗੇ ਦੋਸਤੋ ਮੇਨ ਇੱਥੋਂ ਸਟਾਰਟਿੰਗ ਹੁੰਦੀ ਹੈ, ਰਾਈਟ ਐਨ ਐਪਲੀਕੇਸ਼ਨ ਟੂ ਦਾ ਪ੍ਰਿੰਸੀਪਲ ਆਫ ਯੂਰ ਸਕੂਲ ਰਿਕੁਐਸਟਿੰਗ ਹਿਮ ਰਿਮਿਸ਼ਨ ਹਾਂਜੀ ਰਿਮਿਸ਼ਨ ਆਫ ਫਾਈਨ। ਠੀਕ ਹੈ ਜੀ, ਯਾਨੀ ਕਿ ਕੀ ਹੈ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਅਰਜੀ ਲਿਖੋ ਜਿਸ ਵਿੱਚ ਉਸ ਨੂੰ ਜੁਰਮਾਨਾ ਮਾफ़ ਕਰਨ ਦੀ ਬੇਨਤੀ ਕਰੋ। ਤਾਂ ਚਲੋ ਦੋਸਤੋ ਆਪਾਂ ਇਸ ਦਾ ਆਨਸਰ ਦੇਖ ਲੈਂਦੇ ਹਾਂ। ਆ ਦੇਖੋ ਮੈਂ ਪਹਿਲਾਂ ਤੋਂ ਹੀ ਲੱਭ ਕੇ ਰੱਖਿਆ ਹੋਇਆ ਵਾ। ਠੀਕ ਹੈ ਜੀ, ਅਤੇ ਆ ਰਿਹਾ ਇਸ ਦਾ ਆਨਸਰ, ਤੁਸੀਂ ਦੇਖੋ ਇਸ ਨੂੰ। ਪਹਿਲਾ ਜਿਹੜਾ ਹੈਗਾ ਇੱਥੇ ਲਿਖਿਆ ਹੋਇਆ ਐਗਜ਼ਾਮੀਨੇਸ਼ਨ ਹਾਲ ਸਿਟੀ ਲੁਧਿਆਣਾ ਸਿਟੀ ਮਾਰਚ 20 2025 ਦਾ ਪ੍ਰਿੰਸੀਪਲ ਗੌਰਮੈਂਟ ਸਕੂਲ ਕਪੂਰਥਲਾ। ਠੀਕ ਹੈ ਜੀ, ਅਤੇ ਅੱਗੇ ਉਸ ਤੋਂ ਬਾਅਦ ਤੁਸੀਂ ਫਿਰ ਲਿਖਣਾ ਵਾ ਸਬਜੈਕਟ ਕੀ ਹੈ ਰਮਿਸ਼ਨ ਆਫ ਫਾਈਨ। ਠੀਕ ਹੈ ਜੀ, ਰਮਿਸ਼ਨ ਆਫ ਫਾਈਨ ਯਾਨੀ ਕਿ ਜੁਰਮਾਨੇ ਦੀ ਮਾफ़ੀ ਜਾਂ ਫਿਰ ਛੋਟ ਆਪਾਂ ਕਹਿ ਸਕਦੇ ਹਾਂ ਇਸ ਨੂੰ। ਅੱਗੇ ਦੇਖੋ ਸਰ ਆਈ ਐਮ ਅ ਸਟੂਡੈਂਟ ਆਫ +2 ਕਲਾਸ ਇਨ ਯੂਅਰ ਸਕੂਲ। ਠੀਕ ਹੈ, ਯਾਨੀ ਕਿ ਮੈਂ ਤੁਹਾਡੇ ਸਕੂਲ ਵਿੱਚ +2 ਕਲਾਸ ਦਾ ਵਿਦਿਆਰਥੀ ਹਾਂ ਜਾਂ ਫਿਰ ਵਿਦਿਆਰਥਣ ਹਾਂ। ਆਈ ਫੈਲ ਸੀਰੀਅਸਲੀ ਇਲ, ਯਾਨੀ ਕਿ ਮੈਂ ਬੁਰੀ ਤਰ੍ਹਾਂ ਬਿਮਾਰ ਹੋ ਗਿਆ ਹਾਂ। ਦੇयर ਫੋਰ ਆਈ ਕੁਡ ਨਾਟ ਟੇਕ ਮਾਈ ਹਾਊਸ ਟੈਸਟ, ਮਾਈ ਫਾਦਰ ਵਾਜ਼ ਅਵੇ ਟੂ ਦਿੱਲੀ। ਇਸ ਲਈ ਮੈਂ ਆਪਣਾ ਹਾਊਸ ਟੈਸਟ ਜਿਹੜਾ ਹੈਗਾ ਟੈਸਟ ਨਹੀਂ ਦੇ ਸਕਿਆ, ਮੇਰੇ ਪਿਤਾ ਜੀ ਜਿਹੜੇ ਹੈਗੇ ਆ ਦਿੱਲੀ ਚਲੇ ਗਏ ਸਨ। ਠੀਕ ਹੈ, ਉਸ ਤੋਂ ਬਾਅਦ ਕੀ ਲਿਖਿਆ ਹੋਇਆ, ਆਈ ਕੁਡ ਨਾਟ ਅਪਲਾਈ ਫੋਰ ਲੀਵ ਇਨ ਟਾਈਮ, ਮੈਂ ਸਮੇਂ ਸਿਰ ਜਿਹੜਾ ਹੈਗਾ ਵਾ ਛੁੱਟੀ ਲਈ ਅਰਜੀ ਨਹੀਂ ਦੇ ਸਕਿਆ। ਐਜ਼ ਅ ਰਿਜ਼ਲਟ ਆਈ ਹੈਵ ਫਿਨ ਫਾਈਨਡ ₹15। ਆਈ ਅਟੈਚ ਵਿਦ ਦਿਸ ਐਪਲੀਕੇਸ਼ਨ ਮਾਈ ਮੈਡੀਕਲ ਸਰਟੀਫਿਕੇਟ, ਨਤੀਜੇ ਵਜੋਂ ਮੈਨੂੰ 50 ਰੁਪਏ ਦਾ ਜਿਹੜਾ ਹੈਗਾ ਜੁਰਮਾਨਾ ਕੀਤਾ ਗਿਆ ਹੈ। ਇਹ ਅਰਜੀ ਦੇ ਨਾਲ ਮੇਰਾ ਮੈਡੀਕਲ ਸਰਟੀਫਿਕੇਟ ਨੱਥੀ ਕੀਤਾ ਹੋਇਆ ਵਾ। ਠੀਕ ਹੈ, ਇਟ ਵਿਲ ਬੀ ਬੀਅਰ ਆਊਟ ਦਾ ਟਰੂਥ ਆਫ ਮਾਈ ਸਟੇਟਮੈਂਟ, ਇਹ ਮੇਰੇ ਬਿਆਨ ਦੀ ਸੱਚਾਈ ਨੂੰ ਦਰਸਾਏਗਾ। ਮੋਰ ਓਵਰ ਯਾਨੀ ਕਿ ਇਸ ਤੋਂ ਇਲਾਵਾ। ਠੀਕ ਹੈ, ਮੋਰ ਓਵਰ ਮਤਲਬ ਕੀ ਹੁੰਦਾ ਦੋਸਤੋ, ਇਸ ਤੋਂ ਇਲਾਵਾ। ਆਈ ਹੈਡ ਫੁੱਲੀ ਪ੍ਰਪੇਅਰਡ ਮਾਈ ਸੈਲਫ ਫੋਰ ਦਾ ਟੈਸਟ, ਇਸ ਤੋਂ ਇਲਾਵਾ ਮੈਂ ਆਪਣੇ ਆਪ ਨੂੰ ਟੈਸਟ ਲਈ ਪੂਰੀ ਤਰ੍ਹਾਂ ਤਿਆਰ ਕਰ ਲਿਆ ਸੀ। ਠੀਕ ਹੈ, ਆਈ ਐਮ ਰੈਡੀ ਟੂ ਟੇਕ ਦਾ ਰੈਸਟ ਔਨ ਐਨੀ ਸੁਟੇਬਲ ਡੇਟ, ਮੈਂ ਕਿਸੇ ਵੀ ਢੁਕਵੀਂ ਮਿਤੀ 'ਤੇ ਦੁਬਾਰਾ ਟੈਸਟ ਦੇਣ ਲਈ ਤਿਆਰ ਹਾਂ। ਇਨ ਦਾ ਲਾਈਟ ਆਫ ਇਨ ਦਾ ਲਾਈਟ ਆਫ ਆਲ ਦਿਸ ਆਈ ਹੰਬਲੀ ਰਿਕੁਐਸਟ ਟੂ remit ਮਾਈ ਫਾਈਨ, ਆਈ ਸ਼ੈਲ ਫੀਲ ਓਬਲਿਗਡ ਟੂ ਯੋਰ ਫੋਰ ਯੋਰ ਐਕਟ ਆਫ ਕਾਈਂਡਨੈਸ, ਥੈਂਕਿੰਗ ਯੂ ਯੋਰ ਫੇਥਫੁਲੀ ਸੁਰਜੀਤ। ਕੀ ਲਿਖਿਆ ਦੋਸਤੋ ਕਿ ਬਈ ਜਿਹੜਾ ਹੈਗਾ ਵਾ ਇਸ ਸਭ ਦੀ ਰੋਸ਼ਨੀ, ਆਹ ਲਾਈਨ ਕੱਟ ਦਿਓ ਕੋਈ ਗੱਲ ਨਹੀਂ, ਆਹ ਵਾਲੀ ਜਿਵੇਂ ਕੱਟੀ ਹੋਈ ਆ। ਠੀਕ ਹੈ, ਆਹ ਕੱਟ ਦਿਓ,
ਤੇ ਲਿਖੋ ਆਈ ਹੰਬਲੀ ਰਿਕੁਐਸਟਡ, ਮੈਂ ਤੁਹਾਨੂੰ ਜਿਹੜਾ ਹੈਗਾ ਵਾ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਮੇਰਾ ਜੁਰਮਾਨਾ ਜਿਹੜਾ ਹੈਗਾ ਮਾफ़ ਕਰੋ। ਮੈਂ ਤੁਹਾਡੀ ਦਿਆਲ ਜਿਹੜੀ ਹੈਗੀ ਕਾਈਂਡਨੈਸ ਤੇ ਕੰਮ ਲਈ ਜਿਹੜਾ ਹੈਗਾ ਤੁਹਾਡੇ ਲਈ ਵਚਨਬੱਧ ਮਹਿਸੂਸ ਕਰਾਂਗਾ। ਤੁਹਾਡਾ ਧੰਨਵਾਦ, ਤੁਹਾਡਾ ਵਫਾਦਾਰ, ਠੀਕ ਹੈ, ਸੁਰਜੀਤ। ਇਸ ਪ੍ਰਕਾਰ ਦੋਸਤੋ ਇਹ ਤੁਹਾਡਾ ਖਤਮ ਹੁੰਦੀ ਹੈ ਲੈਟਰ। ਅੱਗੇ ਦੋਸਤੋ ਜਿਹੜੀ ਹੈਗੀ ਤੁਹਾਡੀ ਕਿਹੜੀ ਲੈਟਰ ਦਿੱਤੀ ਹੋਈ ਆ, ਸੌਰੀ ਐਪਲੀਕੇਸ਼ਨ ਸੀ। ਅੱਗੇ ਹੈ ਦੋਸਤੋ, ਸਪੋਜ਼ ਯੂ ਆਰ ਮਨਦੀਪ ਰਣਧਾਵਾ, ਠੀਕ ਹੈ ਜੀ। ਮੰਨ ਕੇ ਚਲੋ ਜਿਹੜਾ ਹੈਗਾ ਵਾ ਤੁਸੀਂ ਕੀ ਹੋ, ਤੁਸੀਂ ਜਿਹੜਾ ਹੈਗਾ ਵਾ ਮਨਦੀਪ ਰਣਧਾਵਾ ਹੈਗੇ ਹੋ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਆਹ ਲਿਖਿਆ ਹੋਇਆ ਵਾ, ਤੇ ਅੱਗੇ ਇਹਨਾਂ ਨੇ ਲਿਖਿਆ ਹੋਇਆ ਵਾ ਯੂ ਲਿਵ ਐਟ 1802 ਮੇਨ ਬਾਜ਼ਾਰ ਅਬੋਹਰ। ਅੱਗੇ ਹੈ ਰਾਈਟ ਲੈਟਰ ਟੂ योर प्रिंसीपल रिक्वेस्टिंग हिम टू इशू योर ਟੈਸਟੀਮੋਨੀਅਲਸ ਕਰੈਕਟਰ ਸਰਟੀਫਿਕੇਟ, ਠੀਕ ਹੈ ਜੀ। ਯਾਨੀ ਕਿ ਅਬੋਹਰ ਵਿਖੇ ਤੁਸੀਂ ਰਹਿੰਦੇ ਹੋ, ਠੀਕ ਹੈ। ਇੱਕ ਪੱਤਰ ਭੇਜੋ, ਠੀਕ ਹੈ ਜੀ, ਇੱਕ ਪੱਤਰ ਭੇਜੋ ਤੁਹਾਡਾ ਪ੍ਰਿੰਸੀਪਲ ਉਸ ਨੂੰ ਤੁਹਾਡੇ ਪ੍ਰਸ਼ੰਸਾ ਪੱਤਰ ਜਾਂ ਚਰਿੱਤਰ ਸਰਟੀਫਿਕੇਟ ਜਾਰੀ ਕਰਨ ਲਈ ਬੇਨਤੀ ਕਰੋ। ਤੁਸੀਂ ਇੱਕ ਪੱਤਰ ਭੇਜੋ ਆਪਣੇ ਪ੍ਰਿੰਸੀਪਲ, ਠੀਕ ਹੈ ਜੀ, ਉਹਨਾਂ ਨੂੰ, ਤੇ ਆਪਣਾ ਜਿਹੜਾ ਹੈ ਟੈਸਟੀਮੋਨੀਅਲ ਅਤੇ ਕਰੈਕਟਰ ਸਰਟੀਫਿਕੇਟ ਤੁਹਾਨੂੰ ਭੇਜੇ, ਠੀਕ ਹੈ ਜੀ। ਤਾਂ ਦੇਖੋ ਕੀ ਹੈ, ਸਭ ਤੋਂ ਪਹਿਲਾਂ ਇਹਦੇ ਵਿੱਚ ਆਨਸਰ ਆਪਾਂ ਲੱਭਿਆ ਹੋਇਆ ਹੈ, ਆਹ ਦੇਖੋ ਆਹੀ ਹੈ ਨਾ, ਕਰੈਕਟਰ ਸਰਟੀਫਿਕੇਟ ਜਾਂ ਫਿਰ ਟੈਸਟੀਮੋਨੀਅਲ ਸਰਟੀਫਿਕੇਟ, ਗੱਲ ਇੱਕ ਹੀ ਹੈ ਇੱਥੇ। ਤਾਂ ਦੇਖੋ ਕੀ ਹੈ, ਸਭ ਤੋਂ ਪਹਿਲਾਂ ਜਿਵੇਂ ਤੁਸੀਂ ਲਿਖਣਾ ਵਾ 222 HIG ਫਲੈਟਸ ਜੈਪੁਰ ਰੋਡ ਦਿੱਲੀ ਮਾਰਚ 3 2024 ਸੌਰੀ 2025 ਦਾ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਲਾਨਾ, ਠੀਕ ਹੈ ਜੀ। ਸਬਜੈਕਟ ਕੀ ਹੈ, ਟੈਸਟੀਮੋਨੀਅਲ ਆਫ ਅਬਿਲਿਟੀ ਐਂਡ ਕਰੈਕਟਰ। ਸਰ आई रिक्वेस्ट you to kindly issue me your character certificate. I am required to produce it at the time of admission to college, ठीक है। ਇਹਦੇ ਵਿੱਚ ਕੀ ਲਿਖਿਆ ਹੈ ਦੋਸਤੋ ਆਪਣਾ, ਬਈ ਜਿਹੜਾ ਹੈਗਾ ਵਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਰਟੀਫਿਕੇਟ ਜਿਹੜਾ ਹੈਗਾ ਵਾ ਮੈਨੂੰ ਜਾਰੀ ਕੀਤਾ ਜਾਵੇ, ਕਿਉਂਕਿ ਮੈਨੂੰ ਇਸ ਨੂੰ ਜਿਹੜਾ ਹੈਗਾ ਵਾ ਐਡਮਿਸ਼ਨ ਕਰਾਉਣ ਵਕਤ ਜਿਹੜਾ ਹੈਗਾ ਵਾ ਚਰਿੱਤਰ ਸਰਟੀਫਿਕੇਟ ਜਾਂ ਫਿਰ ਕਰੈਕਟਰ ਸਰਟੀਫਿਕੇਟ ਜਿਹੜਾ ਹੁੰਦਾ ਇਸ ਨੂੰ ਪੇਸ਼ ਕਰਨ ਦੀ ਲੋੜ ਪਏਗੀ ਐਡਮਿਸ਼ਨ ਦੇ ਵਕਤ। ਆਈ ਵਾਸ ਅ ਸਟੂਡੈਂਟ ਆਫ ਦਾ ਸਕੂਲ ਫਰੋਮ 2009 ਤੋਂ 2014 ਐਂਡ ਪਾਸ ਦਾ +2 ਐਗਜ਼ਾਮੀਨੇਸ਼ਨ ਆਫ ਮਾਰਚ 2024 ਸਿਕਿਉਰਿੰਗ ਫਸਟ ਡਿਵੀਜ਼ਨ ਮਾਰਕਸ ਵਿਦ ਡਿਸਟਿੰਕਸ਼ਨ ਇਨ ਮੈਥਮੈਟਿਕਸ। ਕੀ ਹੈ, ਮੈਂ 2009 ਤੋਂ ਜਿਹੜਾ ਹੈਗਾ 2014 ਤੱਕ ਸਕੂਲ ਦਾ ਵਿਦਿਆਰਥੀ ਸੀ ਅਤੇ ਮਾਰਚ ਦੀ ਜਿਹੜੀ ਪ੍ਰੀਖਿਆ ਹੈ, ਠੀਕ ਹੈ ਜੀ, ਉਹ ਮੈਂ ਦੋਸਤੋ ਕੀ ਹੈ ਫਸਟ ਲਿਖਿਆ ਨਾ ਦੋਸਤੋ, ਫਸਟ ਡਿਵੀਜ਼ਨ ਦੇ ਵਿੱਚ ਜਿਹੜੀ ਹੈਗੀ ਆ ਅੰਕਾਂ ਨਾਲ ਗਣਿਤ ਵਿੱਚ ਅੰਤਰ ਨਾਲ ਪਾਸ ਕੀਤੀ ਹੈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਲਿਖਿਆ ਹੋਇਆ ਕਿ ਆਈ ਵਾਸ ਮੈਂਬਰ ਆਫ ਸਟੂਡੈਂਟ ਸੈਂਟਰਲ ਐਸੋਸੀਏਸ਼ਨ ਐਂਡ ਪ੍ਰੈਜ਼ੀਡੈਂਟ ਆਫ ਦਾ ਡਿਬੇਟਿੰਗ ਐਂਡ ਸਪੀਕਰਸ, ਯਾਨੀ ਕਿ ਮੈਂ ਸਟੂਡੈਂਟ ਜਿਹੜਾ ਲਿਖਿਆ ਹੋਇਆ ਸਟੂਡੈਂਟ ਕਾਉਂਸਿਲ ਦਾ ਮੈਂਬਰ ਵੀ ਸੀ, ਠੀਕ ਹੈ ਜੀ, ਤੇ ਡਿਬੇਟਿੰਗ ਅਤੇ ਸਪੀਕਰਸ ਕਲੱਬਸ ਦਾ ਪ੍ਰਧਾਨ ਵੀ ਸੀ, ਠੀਕ ਹੈ, ਉਸ ਕਲੱਬ ਦਾ। ਤੇ ਥਰੂ ਆਊਟ ਮਾਈ ਸਕੂਲ ਕਰੀਅਰ, ਠੀਕ ਹੈ ਜੀ, ਆਈ ਵਾਜ਼ ਗਿਵਨ ਡਿਊਟੀਜ਼ ਬਾय ਮਾਈ ਟੀਚਰਸ ਵਿਚ ਆਈ ਪਰਫਾਰਮਡ ਰਿਸਪੌਂਸਿਬਿਲਿਟੀ, ਠੀਕ ਹੈ ਜੀ। ਉਹਦੇ ਵਿੱਚ ਦੋਸਤੋ ਕੀ ਲਿਖਿਆ ਕਿ ਮੇਰੇ ਸਕੂਲੇ ਕਰੀਅਰ ਦੌਰਾਨ ਜਿਹੜੀ ਹੈਗੀ ਆ ਅਧਿਆਪਕਾਂ ਦੁਆਰਾ ਜਿਹੜੀ ਮੈਨੂੰ ਦਿੱਤੀ ਗਈ ਸੀ ਉਹ ਮੈਂ ਜ਼ਿੰਮੇਵਾਰੀ ਨਾਲ ਨਿਭਾਈ ਆ। ਕਾਈਂਡਲੀ ਇਸ਼ੂ ਦਾ ਕਰੈਕਟਰ ਕਮ ਮੈਰਿਟ ਸਰਟੀਫਿਕੇਟ ਐਟ ਦਾ ਅਰਲੀਐਸਟ ਐਂਡ ਓਬਲੀਕ, ਠੀਕ ਹੈ ਜੀ। ਕਿਰਪਾ ਕਰਕੇ ਜਲਦੀ ਤੋਂ ਜਲਦੀ ਚਰਿੱਤਰ ਜਿਹੜਾ ਹੈਗਾ ਦੋਸਤੋ ਸਰਟੀਫਿਕੇਟ ਜਿਹੜਾ ਹੈਗਾ ਵਾ ਮੈਨੂੰ ਦਿੱਤਾ ਜਾਵੇ ਉਮੀਦ ਵਿੱਚ, ਯਾਨੀ ਕਿ ਤੁਹਾਡਾ ਥੈਂਕਿੰਗ ਯੂ ਇਨ ਐਂਟੀਪੇਸ਼ਨਸ, ਠੀਕ ਹੈ ਜੀ, ਉਮੀਦ ਵਿੱਚ ਤੁਹਾਡਾ ਧੰਨਵਾਦ ਕਰਦਾ, ਤੁਹਾਡਾ ਵਫਾਦਾਰ, ਯਾਨੀ ਕਿ ਯੂਅਰ ਫੇਥਫੁਲ ਨੀਨਾ ਜਾਂ ਫਿਰ ਲਵੀ, ਜੋ ਮਰਜ਼ੀ ਤੁਸੀਂ ਲਿਖ ਦਿਓ, ਜਾਂ ਫਿਰ ਮਨਦੀਪ ਲਿਖ ਦਿਓ ਜੋ ਤੁਹਾਨੂੰ ਇੱਥੇ ਲਿਖਿਆ ਹੋਇਆ ਸੀ। ਤੇ ਅੱਗੇ ਦੋਸਤੋ ਤੁਹਾਡਾ ਤੀਸਰਾ ਹੈਗਾ ਵਾ ਇੱਥੇ ਰਾਈਟ ਐਨ ਐਪਲੀਕੇਸ਼ਨ ਟੂ ਦਾ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਆਫ ਏਰੀਆ ਫॉर द ਜॉब ਆਫ ETT ਟੀਚਰ, ਠੀਕ ਹੈ ਜੀ, ਜਾਂ ਫਿਰ ਹੋ ਸਕਦਾ ਦੋਸਤੋ ਤੁਹਾਨੂੰ ਇੱਥੇ JBT ਟੀਚਰ ਵੀ ਬੋਲਦੇ ਨੇ ਜਾਂ ਫਿਰ ETT ਟੀਚਰ, ਗੱਲ ਇੱਕ ਹੀ ਆ। ਯਾਨੀ ਕਿ ਦੋਸਤੋ ਕੀ ਹੈ, ETT ਦੀ ਨੌਕਰੀ ਲਈ ਆਪਣੇ ਖੇਤਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਇੱਕ ਅਰਜੀ ਲਿਖੋ, ਠੀਕ ਹੈ। ਤਾਂ ਚਲੋ ਦੋਸਤੋ ਆਪਾਂ ਦੇਖ ਲੈਂਦੇ ਹਾਂ ਇਸ ਪ੍ਰਸ਼ਨ ਦਾ ਆਨਸਰ ਆ ਰਿਹਾ JBT ਟੀਚਰ ਜਾਂ ਫਿਰ ETT ਟੀਚਰ, ਕੋਈ ਗੱਲ ਨਹੀਂ, ਗੱਲ ਇੱਕ ਹੀ ਇੱਥੇ, ਜੋ ਮਰਜ਼ੀ ਆ ਜਾਵੇ ਤੁਸੀਂ ਇਸ ਪ੍ਰਕਾਰ ਲਿਖ ਦਿਓ। ਆਫਿਸਰ ਕਲੋਨੀ ਲੁਧਿਆਣਾ ਮਈ 20 2025 ਜਾਂ ਫਿਰ 24 ਦਾ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਲੁਧਿਆਣਾ, ਸਬਜੈਕਟ ਐਪਲੀਕੇਸ਼ਨ ਫॉर द पोस्ट ऑफ JBT ਟੀਚਰ, ਠੀਕ ਹੈ ਜੀ, ਜਾਂ ਫਿਰ ETT ਟੀਚਰ ਤੁਸੀਂ ਲਿਖ ਦਿਓ, ਇੱਥੇ ਕੋਈ ਚੱਕਰ ਨਹੀਂ। ਸਰ ਕਾਈਂਡਲੀ ਰੈਫਰ ਟੂ ਯੋਰ ਐਡਵਰਟਾਈਜ਼ਮੈਂਟ ਇਨ ਦਾ ਡੇਲੀ ਟ੍ਰਿਬਿਊਨ ਡੇਟਡ ਮਈ 15 2025 ਰਿਗਾਰਡਿੰਗ ਸਮ ਵੈਕੈਂਸੀਜ਼ ਆਫ JBT ਟੀਚਰ। ਆਈ ਵੁੱਡ ਲਾਈਕ ਟੂ ਆਫਰ ਮਾਈ ਸੈਲਫ ਐਜ਼ ਵਨ ਆਫ ਦਾ ਕੈਂਡੀਡੇਟ ਫॉर द पोस्ट, ਠੀਕ ਹੈ। ਜਾਂ ਕਿਰਪਾ ਕਰਕੇ ਡੇਲੀ ਟ੍ਰਿਬਿਊਨ ਮਿਤੀ 15-20 ਮਈ ਨੂੰ JBT ਦੀ ਕੁਝ ਅਸਾਮੀਆਂ ਬਾਰੇ ਆਪਣੇ ਇਸ਼ਤਿਹਾਰ ਵੇਖੋ। ਅਧਿਆਪਕ, ਠੀਕ ਹੈ, ਮੈਂ ਆਪਣੇ ਆਪ ਨੂੰ ਇਸ ਦੇ ਅਹੁਦੇ ਲਈ ਉਮੀਦਵਾਰ ਵਿੱਚੋਂ ਇੱਕ ਵਜੋਂ ਪੇਸ਼ ਕਰਨਾ ਚਾਹਾਂਗਾ, ਠੀਕ ਹੈ। ਆਈ ਪਾਸਡ ਮਾਈ +2 ਐਗਜ਼ਾਮ ਆਈ ਪਾਸਡ ਮਾਈ +2 ਇਨ 2010 ਫਰੋਮ ਰੈਪੂਟੇਡ ਗਵਰਨਮੈਂਟ ਸਕੂਲ। ਮੈਂ 2010 ਵਿੱਚ ਜਿਹੜਾ ਹੈਗਾ ਵਾ ਇੱਕ ਨਾਮਵਰ ਯਾਨੀ ਕਿ ਇੱਕ ਫੇਮਸ ਸਰਕਾਰੀ ਸਕੂਲ ਤੋਂ +2 ਪਾਸ ਕੀਤੀ ਆ। ਆਈ ਗੋਟ 70% ਮਾਰਕਸ, ਮੈਨੂੰ 70% ਅੰਕ ਮਿਲੇ ਹਨ।
ਆਈ ਹੈਡ ਟੇਕਨ ਅਪ ਸਾਇੰਸ ਐਂਡ ਮੈਥਮੈਟਿਕਸ ਐਜ਼ ਅ ਮਾਈ ਸਬਜੈਕਟ। ਮੈਂ ਸਾਇੰਸ ਅਤੇ ਗਣਿਤ ਨੂੰ ਆਪਣੇ ਵਿਸ਼ਾ ਵਿੱਚੋਂ ਲਿਆ ਸੀ। ਅੱਗੇ ਹੈ ਆਈ ਕੰਪਲੀਟਡ ਮਾਈ ਗ੍ਰੈਜੂਏਸ਼ਨ ਇਨ ਸਾਇੰਸ ਸਟਰੀਮ ਫਰੋਮ ਗੌਰਮੈਂਟ ਕਾਲਜ ਲੁਧਿਆਣਾ ਇਨ 2013। ਠੀਕ ਹੈ, ਇਸ ਤੋਂ ਬਾਅਦ ਜਿਹੜਾ ਹੈਗਾ ਵਾ ਕੀ ਹੈ, ਮੈਂ ਜਿਹੜਾ ਹੈਗਾ ਵਾ ਆਪਣਾ ਗ੍ਰੈਜੂਏਸ਼ਨ ਸਰਕਾਰੀ ਕਾਲਜ ਤੋਂ ਸਾਇੰਸ ਸਟਰੀਮ ਵਿੱਚ ਪੂਰੀ ਕੀਤੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਦੋਸਤੋ ਲਿਖਿਆ ਇਹਨਾਂ ਨੇ ਦੇਅਰ ਫੋਰ ਦੇਅਰ ਹਾਂਜੀ ਦੇਅਰ ਆਫਟਰ 2013 ਦੇ ਵਿੱਚ ਕੀਤੀ ਹੈ ਨਾਲੇ। ਠੀਕ ਹੈ, ਦੇਅਰ ਆਫਟਰ ਆਈ ਪਾਸਡ ਮਾਈ JBT ਐਗਜ਼ਾਮੀਨੇਸ਼ਨ ਇਨ 2014। ਠੀਕ ਹੈ, ਇਸ ਤੋਂ ਬਾਅਦ ਜਿਹੜੀ ਹੈਗੀ JBT ਜਾਂ ਫਿਰ ETT ਪਹਿਲੀ ਡਿਵੀਜ਼ਨ ਵਿੱਚੋਂ ਮੈਂ 2014 ਵਿੱਚ ਜਿਹੜੀ ਹੈਗੀ ਆ ਪਾਸ ਕੀਤੀ ਆ, ਫਸਟ ਡਿਵੀਜ਼ਨ ਦੇ ਵਿੱਚੋਂ। ਆਈ ਐਮ ਅ ਗੁੱਡ ਪਲੇਅਰ ਆਫ ਹਾਕੀ, ਮੈਂ ਹਾਕੀ ਦਾ ਇੱਕ ਚੰਗਾ ਖਿਡਾਰੀ ਵੀ ਹਾਂ। ਠੀਕ ਹੈ, ਤੇ ਹੈਵ ਪਲੇਡ ਦਿਸ ਗੇਮ ਅਪ ਐਂਡ ਦਾ ਨੈਸ਼ਨਲ ਲੈਵਲ। ਠੀਕ ਹੈ, ਇਹ ਖੇਡ ਮੈਂ ਰਾਸ਼ਟਰੀ ਪੱਧਰ ਤੱਕ ਖੇਡੀ ਹੋਈ ਹੈ। ਆਈ ਹੈਵ ਆਲਸੋ ਬੀਨ ਦਾ ਬੈਸਟ ਸਪੀਕਰ ਡਿਊਰਿੰਗ ਮਾਈ ਕਾਲਜ ਡੇਜ਼, ਮੈਂ ਆਪਣੇ ਕਾਲਜ ਦੇ ਦਿਨਾਂ ਵਿੱਚ ਸਭ ਤੋਂ ਵਧੀਆ ਜਿਹੜਾ ਹੈਗਾ ਸਪੀਕਰ ਵੀ ਰਿਹਾ ਹਾਂ। ਠੀਕ ਹੈ, ਆਲ ਮਾਈ ਟੈਸਟੀਮੋਨੀਅਲਸ ਆਰ ਇਨਕਲੋਜ਼ਡ ਹੇਅਰ ਵਿਦ। ਠੀਕ ਹੈ ਜੀ, ਇਹਨਾਂ ਨੇ ਇਹਦੇ ਵਿੱਚ ਆ ਲਿਖਿਆ ਕਿ ਮੈਂ ਆਪਣੇ ਜਿਹੜਾ ਹੈਗਾ ਵਾ ਸਾਰੇ ਪ੍ਰਸ਼ੰਸਾ ਪੱਤਰ ਇਸ ਨਾਲ ਨੱਥੀ ਹਨ। ਅਤੇ ਉਸ ਤੋਂ ਬਾਅਦ ਲਿਖਿਆ ਇਫ ਆਈ ਐਮ ਗਿਵਨ ਅ ਚਾਂਸ ਟੂ ਸਰਵ ਯੂ ਆਈ ਸ਼ੈਲ ਡੂ ਮਾਈ ਬੈਸਟ, ਆਈ ਸ਼ੈਲ ਪ੍ਰੋਡਿਊਸ ਮਾਈ ਓਰੀਜਨਲ ਸਰਟੀਫਿਕੇਟ ਐਟ ਦ ਟਾਈਮ ਆਫ ਇੰਟਰਵਿਊ। ਜੇਕਰ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਇੰਟਰਵਿਊ ਦੇ ਸਮੇਂ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰਾਂਗਾ। ਯੂਅਰ ਥੈਂਕਸ ਯਾਨੀ ਕਿ ਜਿਹੜਾ ਹੈਗਾ ਧੰਨਵਾਦ ਸਹਿਤ, ਯੂਅਰ ਫੇਥਫੁਲ ਯਾਨੀ ਕਿ ਤੁਹਾਡਾ ਵਫਾਦਾਰ ਸਾਗਰ। ਤਾਂ ਇਸ ਪ੍ਰਕਾਰ ਦੋਸਤੋ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਤੁਹਾਡਾ ਆਹ ਦਿੱਤਾ ਹੋਇਆ ਵਾ, ਹਾਂਜੀ, ਸਪੋਜ਼ ਯੂ ਆਰ ਮੋਹਨ ਐਂਡ ਯੂ ਆਰ ਸਟੂਡੈਂਟ ਆਫ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ। ਠੀਕ ਹੈ, ਰਾਈਟ ਐਪਲੀਕੇਸ਼ਨ to the principal of your school requesting him to condone the shortage of lectures in your case। ਠੀਕ ਹੈ, ਇਹਦੇ ਵਿੱਚ ਦੋਸਤੋ ਆਹੀ ਲਿਖਿਆ ਹੋਇਆ ਵਾ ਕਿ ਮੰਨ ਲਓ ਕਿ ਤੁਸੀਂ ਮੋਹਨ ਹੋ। ਠੀਕ ਹੈ, ਮਤਲਬ ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ ਕਿ ਤੁਸੀਂ ਜਿਹੜਾ ਹੈਗਾ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਅਰਜ਼ੀ ਲਿਖੋ ਜਿਸ ਵਿੱਚ ਉਸ ਨੂੰ ਤੁਹਾਡੇ ਕੇਸ ਵਿੱਚ ਲੈਕਚਰਾਂ ਦੀ ਘਾਟ ਨੂੰ ਮਾफ़ ਕਰਨ ਲਈ ਬੇਨਤੀ ਕਰੋ। ਠੀਕ ਹੈ ਜੀ, ਇਸ ਪ੍ਰਕਾਰ ਇਹ ਹੈਗਾ ਵਾ। ਤਾਂ ਚਲੋ ਦੇਖ ਲੈਂਦੇ ਹਾਂ ਇਸ ਪ੍ਰਸ਼ਨ ਦਾ ਆਨਸਰ ਆ ਰਿਹਾ। ਠੀਕ ਹੈ ਜੀ, ਲੈਕਚਰਸ ਸ਼ਾਰਟੇਜ ਲੈਕਚਰਸ ਇਨ ਯੂਰ ਕੇਸ। ਇਸ ਪ੍ਰਕਾਰ ਦੋਸਤੋ ਇਹ ਹੈਗਾ ਵਾ एग्जामिनेशन हॉल लुधियाना सिटी मार्च 4 2020 सॉरी मार्च 4 2025। द प्रिंसिपल DAV सीनियर सेकेंडरी स्कूल हेल्थ हाथी गेट अमृतसर सब्जेक्ट किया कंडोन द शॉर्टेज ऑफ लेक्चर्स। ठीक है सर, आई एम स्टूडेंट ऑफ +2 क्लास। ठीक है जी, +2 क्लास यानी कि ਜਿਹੜਾ ਹੈਗਾ ਵਾ ਲੈਕਚਰਾਂ ਦੀ ਘਾਟ ਨੂੰ ਮਾफ़ ਕਰਨ ਲਈ ਇਹ ਅਰਜ਼ੀ ਹੈ। ਠੀਕ ਹੈ ਜੀ, ਕੰਡੋਨ ਦਾ ਸ਼ਾਰਟੇਜ ਆਫ ਲੈਕਚਰਸ। ਆਈ ਐਮ ਸਟੂਡੈਂਟ ਆਫ +2 ਕਲਾਸ। ਠੀਕ ਹੈ, ਮੈਂ ਜਿਹੜਾ ਹੈਗਾ ਵਾ +2 ਕਲਾਸ ਦਾ ਵਿਦਿਆਰਥੀ ਹਾਂ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਕੀ ਲਿਖਿਆ ਆਈ ਹੈਵ ਐਨ ਫੇਲਨ ਸ਼ਾਰਟ ਆਫ ਲੈਕਚਰ, ਮੈਂ ਲੈਕਚਰ ਤੋਂ ਘੱਟ ਗਿਆ ਹਾਂ, ਮੇਰੇ ਲੈਕਚਰ ਜਿਹੜੇ ਹੈਗੇ ਘੱਟ ਨੇ। ਠੀਕ ਹੈ ਜੀ, ਅੱਗੇ ਹੈ ਆਪਣਾ ਦਿਸ ਹੈਜ਼ ਬੀਨ ਰਿਪੋਰਟਡ ਬਾਈ ਦਾ ਆਫਿਸ। ਠੀਕ ਹੈ, ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸ਼ਾਰਟ ਆਫ ਲੈਕਚਰ ਦੀ। ਯੂ ਨੋ ਵੈਰੀ ਵੈਲ ਸਰ ਦੈਟ ਆਈ ਐਮ ਅ ਸੀਰੀਅਸ ਸਟੂਡੈਂਟ। ਠੀਕ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਇੱਕ ਜਿਹੜਾ ਹੈਗਾ ਗੰਭੀਰ ਜਾਂ ਫਿਰ ਇੱਕ ਸੀਰੀਅਸ ਸਟੂਡੈਂਟ ਹਾਂ। ਆਈ ਐਮ ਨਾਟ ਇਨ ਦਾ ਹੈਬਿਟ ਆਫ ਮਿਸਿੰਗ ਕਲਾਸਿਸ, ਮੈਨੂੰ ਕਲਾਸ ਛੱਡਣ ਦੀ ਆਦਤ ਨਹੀਂ ਹੈ। ਠੀਕ ਹੈ, ਯੂ ਆਰ ਅਵੇਅਰ ਦੈਟ ਆਈ ਐਮ ਅ ਮੈਂਬਰ ਆਫ ਜੂਨੀਅਰ ਹਾਕੀ 11 ਆਫ ਇੰਡੀਆ ਦਿਸ ਈਅਰ ਆਈ ਹੈਡ ਗੋ ਟੂ ਅਮੈਰੀਕਾ ਟੂ ਪਲੇ। ਠੀਕ ਹੈ, our tour lasted for 2 months during this period I did not attend classes so fell short of lectures। ਇਹਦੇ ਵਿੱਚ ਆ ਲਿਖਿਆ ਦੋਸਤੋ ਮੈਨੂੰ ਕਲਾਸਾਂ ਛੱਡਣ ਦੀ ਆਦਤ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਮੈਂ ਭਾਰਤ ਦੇ ਜੂਨੀਅਰ ਹਾਕੀ ਜਿਹੜਾ ਹੈਗਾ 11 ਦਾ ਮੈਂਬਰ ਹਾਂ। ਇਸ ਸਾਲ ਮੈਨੂੰ ਜਿਹੜਾ ਹੈਗਾ ਖੇਡਣ ਲਈ ਅਮਰੀਕਾ ਜਾਣਾ ਪਿਆ ਸੀ। ਸਾਡਾ ਦੌਰਾ 2 ਮਹੀਨਿਆਂ ਦਾ ਸੀ। ਇਸ ਸਮੇਂ ਮੈਂ ਦੌਰਾਨ ਜਿਹੜਾ ਹੈਗਾ ਕਾਲਜ ਕਲਾਸਾਂ ਵਿੱਚ ਹਾਜ਼ਰ ਨਹੀਂ ਹੋ ਪਾਇਆ। ਠੀਕ ਹੈ ਜੀ, ਲੈਕਚਰਾਂ ਦੀ ਕਮੀ ਹੋ ਗਈ। ਆਈ ਹੈਵ ਅ ਫੇਲਨ ਸ਼ਾਰਟ ਆਫ ਲੈਕਚਰਸ, ਮੈਨੂੰ ਲੈਕਚਰਾਂ ਜਿਹੜੀਆਂ ਨੇ ਮੇਰੇ ਲੈਕਚਰ ਜਿਹੜੇ ਹੈਗੇ ਘੱਟ ਰਹਿ ਗਏ ਹਨ। ਠੀਕ ਹੈ ਜੀ, ਇਟ ਇਜ਼ ਨਾਟ ਬਿਕੋਜ਼ ਆਫ ਐਨੀ ਨੈਗਲੀਜੈਂਸ ਆਫ ਮਾਈ ਪਾਰਟ। ਠੀਕ ਹੈ, ਇਹ ਜਿਹੜਾ ਹੈਗਾ ਕਿਸੇ ਅਣਗਹਿਲੀ ਦਾ ਕਾਰਨ ਨਹੀਂ ਹੈ। ਮੈਂ ਆਪਣੇ ਸਕੂਲ ਯਾਨੀ ਕਿ ਆਈ ਵਾਸ ਪਰਫੋਰਮਿੰਗ ਮਾਈ ਡਿਊਟੀ ਟੂਵਰਡਸ ਮਾਈ ਸਕੂਲ ਐਂਡ ਟੂਵਰਡਸ ਦਾ ਨੇਸ਼ਨ, ਮੈਂ ਆਪਣੇ ਸਕੂਲ ਅਤੇ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਨਿਭਾ ਰਿਹਾ ਸੀ। ਠੀਕ ਹੈ, ਆਈ ਰਿਕੁਐਸਟ ਯੂ ਟੂ ਕੰਡੋਨ ਮਾਈ ਲੈਕਚਰਸ ਆਈ ਸ਼ੈਲ ਬੀ ਹਾਈਲੀ ਥੈਂਕਫੁਲ ਟੂ ਯੂ। ਠੀਕ ਹੈ, ਮੈਂ ਤੁਹਾਨੂੰ ਜਿਹੜਾ ਹੈਗਾ ਵਾ ਸਟੀਕ ਲੈਕਚਰਾਂ ਨੂੰ ਮਾਫ਼ ਕਰਨ ਦੀ ਬੇਨਤੀ ਕਰਦਾ ਹਾਂਗਾ। ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹੋਵਾਂਗਾ। ਥੈਂਕਿੰਗ, ਤੁਹਾਡਾ ਧੰਨਵਾਦੀ, ਤੁਹਾਡਾ ਵਫਾਦਾਰ ਅਵਤਾਰ ਸਿੰਘ। ਤਾਂ ਇਸ ਪ੍ਰਕਾਰ ਦੋਸਤੋ ਇਹ ਤੁਹਾਡਾ ਖਤਮ ਹੋ ਜਾਏਗਾ ਆਹ ਵਾਲਾ ਵੀ। ਅਤੇ ਹੁਣ ਚਲੋ ਦੋਸਤੋ ਆਪਣਾ ਅਗਲਾ ਦੇਖ ਲੈਂਦੇ ਹਾਂ। ਅਗਲਾ ਦੋਸਤੋ ਇੱਥੇ ਤੁਹਾਡਾ ਦਿੱਤਾ ਹੋਇਆ ਵਾ ਸਪੋਜ਼ ਯੂ ਆਰ ਨਵਨੀਤ, ਜਿਹੜਾ ਹੈਗਾ ਵਾ ਮੰਨ ਕੇ ਚਲੋ ਕਿ ਤੁਸੀਂ ਨਵਨੀਤ ਹੋ। ਠੀਕ ਹੈ, ਅਤੇ ਉਸ ਤੋਂ ਬਾਅਦ ਲਿਖਿਆ ਹੋਇਆ ਵਾ ਨਵਨੀਤ ਯੂ ਆਰ ਸਟੂਡੈਂਟ ਆਫ ਅ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ। ਠੀਕ ਹੈ, ਰਾਈਟ ਐਨ ਐਪਲੀਕੇਸ਼ਨ ਟੂ ਯਰ ਪ੍ਰਿੰਸੀਪਲ ਆਫ ਯਰ ਸਕੂਲ ਰਿਕੁਐਸਟਿੰਗ ਹਿਮ
टू मेक सम इफेक्टिव चेंज इन द स्कूल लाइब्रेरी। ठीक है, तो ये दोस्तों आही लिखा वा कि ਜਿਹੜੇ ਹੈਗੇ ਆ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਦੀ ਲਾਇਬ੍ਰੇਰੀ ਵਿੱਚ ਕੁਝ ਪ੍ਰਭਾਵਸ਼ਾਲੀ ਤਬਦੀਲੀਆਂ ਕਰਨ ਲਈ ਬੇਨਤੀ ਕਰਨ ਲਈ ਇੱਕ ਅਰਜੀ ਲਿਖੋ। ਠੀਕ ਹੈ ਜੀ, ਤਾਂ ਚਲੋ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਦੇਖ ਲੈਂਦੇ ਆ ਰਿਹਾ ਚੇਂਜਸ ਇਨ ਦਾ ਸਕੂਲ ਲਾਇਬ੍ਰੇਰੀ ਹੈਗੇ ਬਾਰੇ ਹੈਗਾ ਵਾ, ਤੁਸੀਂ ਆਹ ਸਾਰਾ ਕੁਝ ਦੇਖ ਲਓ ਖੁਦੋਂ। ਠੀਕ ਹੈ, ਕਈ ਕੀ ਹੈ ਸਰ ਦ ਲਾਇਬ੍ਰੇਰੀ ਆਫ ਸਕੂਲ ਇਜ਼ ਇਟਸ ਸੋਲ ਐਂਡ ਸਪਰਿਟ देयर फॉर इट शुड बी well cared for. I am sorry to bring to your notice the bad state of our school library। ठीक है, ਲਾਇਬ੍ਰੇਰੀ ਮਤਲਬ ਦੋਸਤੋ ਕੀ ਹੁੰਦਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਲਾਇਬ੍ਰੇਰੀ ਦਾ ਮੀਨਿੰਗ ਕੀ ਹੁੰਦਾ। ਠੀਕ ਹੈ ਜੀ, ਸਕੂਲ ਦੀ ਲਾਇਬ੍ਰੇਰੀ। ਤੇ ਦੇਖੋ ਕਿ ਇਹ ਸਕੂਲ ਦੀ ਲਾਇਬ੍ਰੇਰੀ ਉਸ ਦੀ ਰੂਹ ਅਤੇ ਆਤਮਾ ਹੁੰਦੀ ਹੈ, ਇਸ ਲਈ ਇਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ, ਮੈਨੂੰ ਲਿਆਉਣ ਲਈ ਇਹ ਅਫਸੋਸ ਹੈ। ਠੀਕ ਹੈ, ਕਿ ਸਾਡੇ ਜਿਹੜੇ ਹੈਗੇ ਸਕੂਲ ਦੀ ਲਾਇਬ੍ਰੇਰੀ ਦੀ ਬੁਰੀ ਹਾਲਤ ਤੁਹਾਡੇ ਧਿਆਨ ਵਿੱਚ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਕੀ ਲਿਖਿਆ ਇੱਥੇ देयर इज़ ए नो कैटलॉग ऑफ बुक्स, किताबों का कोई जोड़ा है कैटलॉग नहीं है। द बुक आर नॉट सिस्टमैटिकली अरेंज, किताबों की जी है सीरियल वाइज नहीं है, तरतीबार जोड़ा है प्रबंध नहीं किया गया है। ठीक है, देयर आर नो मैगजीन्स ऑन स्पोर्ट्स एंड जी के खेडा तो रसालियां लई जोड़ा है वा खेडा तो कोई रसाले नहीं हैं, जी के कोई वखरा रीडिंग रूम नहीं है। ठीक है जी, तो उस तो बाद दोस्तों तुसी इसनूं पढ़ लो चंगी तरह, क्योंकि वीडियो काफ़ी ज़्यादा लंबी हो रही है, फिर इन्नी वीडियो वड्डी कोई देखता नहीं गा। ठीक है, तुसी इसनूं रीडिंग लै लो। तो बगली दोस्तों हुण तुहानूं मैं हाँ दिखाई देना, रीडिंग तुसी खुद ही लैना वा, इन्हां दी समझाउण च काफ़ी ज़्यादा टाइम जिहड़ा हैगा लग रहा वा। तो अगे राइट एन एप्लीकेशन टू प्रिंसीपल फॉर इनकॉर्पोरेशन ऑफ चेंज नेम इन द स्कूल रिकॉर्ड। ठीक है जी, कि जिहड़ा हैगा वा अपने स्कूल रिकॉर्ड विच नाम की तब्दीली नूं शामिल करने लई प्रिंसीपल नूं एक अर्जी लिखो। तो आह वाले प्रश्न का आंसर आ रहा। ठीक है जी, नेम इन स्कूल रिकॉर्ड बारे हैगा वा, तुसी इसनूं चंगी तरह देख लेना वा। आ हो गया। उस तो बाद दोस्तों तुहाडा हैगा वा यू आर रिंपी यानी कि सिंता विच राइट अ लैटर टू डिप्टी कमिश्नर ऑफ योर डिस्ट्रिक्ट रिक्वेस्ट, हाँ डिस्ट्रिक्ट रिक्वेस्टिंग फॉर पार्क ऑफ फॉर चिल्ड्रन इन योर सिटी। मतलब दोस्तों ये आही लिखा हुआ कि डिप्टी कमिश्नर ਨੂੰ ਇੱਕ ਪੱਤਰ ਲਿਖੋ ਤੁਹਾਡੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਵਾ ਸ਼ਹਿਰ ਵਿੱਚ ਬੱਚਿਆਂ ਲਈ ਇੱਕ ਪਾਰਕ ਦੀ ਬੇਨਤੀ ਕਰੋ। ਠੀਕ ਹੈ ਜੀ, ਜੋ ਕਿ ਬਹੁਤ ਹੀ ਜ਼ਿਆਦਾ ਲੋੜ ਹੈ। ਤਾਂ ਪਾਰਕ ਬਾਰੇ ਹੈਗਾ ਵਾ ਇੱਥੇ ਆ ਰਿਹਾ ਜਿਹੜਾ ਹੈਗਾ ਵਾ ਪਾਰਕ ਫॉर चिल्ड्रन इन योर सिटी, ਤੁਸੀਂ ਇਸ ਨੂੰ ਦੇਖ ਲਓ। ਇਸ ਪ੍ਰਕਾਰ ਦੋਸਤੋ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਫਿਰ ਤੁਹਾਡਾ ਇੱਥੇ ਦਿੱਤਾ ਹੋਇਆ ਵਾ ਰਾਈਟ ਅ ਲੈਟਰ ਟੂ ਦਾ ਡਿਪਟੀ ਕਮਿਸ਼ਨਰ ਆਫ ਯੋਰ ਡਿਸਟ੍ਰਿਕਟ ਕੰਪਲੇਨਿੰਗ ਅਗੇਂਸਟ ਦਾ ਯੂਜ਼ ਹਾਂਜੀ ਯੂਜ਼ ਆਫ ਲਾਊਡ ਸਪੀਕਰ ਇਨ ਯੋਰ टाउन। ठीक है, कि ਤੁਹਾਡੇ ਜਿਹੜੇ ਹੈਗੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਸਬੇ ਵਿੱਚ ਜਿਹੜਾ ਹੈਗਾ ਲਾਊਡ ਸਪੀਕਰ ਦੀ ਵਰਤੋਂ ਵਿਰੁੱਧ ਸ਼ਿਕਾਇਤ ਕਰਨ ਲਈ ਜਿਹੜਾ ਹੈਗਾ ਇੱਕ ਪੱਤਰ ਲਿਖੋ। ਤਾਂ ਆ ਰਿਹਾ ਦੋਸਤੋ ਲਾਊਡ ਸਪੀਕਰ ਬਾਰੇ, ਪਹਿਲਾਂ ਤਾਂ ਇੰਨਾ ਪੋਰਸ਼ਨ ਯਾਦ ਕਰ ਲਓ। ਉਸ ਤੋਂ ਬਾਅਦ ਦੋਸਤੋ ਦੂਸਰਾ ਪੋਰਸ਼ਨ ਇੱਥੇ ਆ, ਤੁਸੀਂ ਇਸ ਨੂੰ ਦੇਖ ਲੈਣਾ ਵਾ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਤੁਹਾਡਾ ਦਿੱਤਾ ਹੋਇਆ ਵਾ ਇੱਥੇ ਰਾਈਟ ਅ ਲੈਟਰ ਟੂ ਦਾ ਐਡੀਟਰ ਆਫ ਨਿਊਜ਼ਪੇਪਰ ਕੰਪਲੇਨਿੰਗ ਅਗੇਂਸਟ ਬੈਡ ਕੰਡੀਸ਼ਨ ਆਫ ਬੱਸਿਸ ਇਨ ਪੰਜਾਬ। ਠੀਕ ਹੈ, ਪੰਜਾਬ ਦੇ ਵਿੱਚ ਜਿਹੜੇ ਨੇ ਬੱਸਾਂ ਦੇ ਮਾੜੇ ਹਾਲਤਾਂ ਖਿਲਾਫ ਸ਼ਿਕਾਇਤ ਕਰੋ। ਇਹਦੇ ਬਾਰੇ ਆਹ ਦਿੱਤਾ ਹੋਇਆ ਵਾ ਆ ਰਿਹਾ ਬੈਡ ਕੰਡੀਸ਼ਨ ਆਫ ਬੱਸਿਸ ਇਨ ਪੰਜਾਬ, ਇਹਦਾ ਆਨਸਰ ਇੱਥੇ ਆ। ਤੁਸੀਂ ਚੰਗੀ ਤਰ੍ਹਾਂ ਜਿਹੜਾ ਹੈਗਾ ਇਸ ਨੂੰ ਦੇਖ ਲਓ, ਇਸ ਪ੍ਰਕਾਰ ਇਸ ਦਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਤੁਹਾਡਾ ਇੱਥੇ ਦਿੱਤਾ ਹੋਇਆ ਵਾ ਰਾਈਟ ਲੈਟਰ ਟੂ ਦਾ ਐਡੀਟਰ ਆਫ ਨਿਊਜ਼ਪੇਪਰ ਕੰਪਲੇਨਿੰਗ ਅਗੇਂਸਟ ਰੈਕਲੈਸ ਡਰਾਈਵਿੰਗ। ਠੀਕ ਹੈ ਜੀ, ਰੈਕਲੈਸ ਡਰਾਈਵਿੰਗ ਮਤਲਬ ਦੋਸਤੋ ਤੁਹਾਨੂੰ ਪਤਾ ਹੀ ਆ ਗੱਡੀ ਚਲਾਉਣ ਬਾਰੇ। ਠੀਕ ਹੈ ਜੀ, ਲਾਪਰਵਾਹੀ ਨਾਲ ਗੱਡੀ ਚਲਾਉਣ ਬਾਰੇ ਇਹ ਲੈਟਰ ਆ। ਤਾਂ ਚਲੋ ਦੇਖ ਲੈਂਦੇ ਹਾਂ ਦੋਸਤੋ ਲਾਪਰਵਾਹੀ ਯਾਨੀ ਕਿ ਰੈਕਲੈਸ ਡਰਾਈਵਿੰਗ ਜਿਹਨੂੰ ਆਪਾਂ ਕਹਿੰਦੇ ਆ। ਇਸ ਪ੍ਰਕਾਰ ਦੋਸਤੋ ਤੁਸੀਂ ਆਨਸਰ ਇਸ ਦਾ ਲਿਖਣਾ ਵਾ ਰੈਕਲੈਸ ਐਬਲ ਆਫ ਰੈਕਲੈਸ ਡਰਾਈਵਿੰਗ। ਆ ਪਹਿਲਾ ਕੁਐਸਚਨ ਹੋ ਗਿਆ। ਉਸ ਤੋਂ ਬਾਅਦ ਦੋਸਤੋ ਦੂਸਰਾ ਕੁਐਸਚਨ ਇੱਥੇ ਖਤਮ ਇਹ ਹੋ ਜਾਏਗਾ। ਉਸ ਤੋਂ ਬਾਅਦ ਰੈਕਲੈਸ ਡਰਾਈਵਿੰਗ ਹੋ ਗਿਆ। ਉਸ ਤੋਂ ਬਾਅਦ ਹੈ ਦੋਸਤੋ ਰਾਈਟ ਅ ਲੈਟਰ ਟੂ SHO ਆਫ ਯੋਰ ਟਾਊਨ ਰਿਪੋਰਟਿੰਗ ਦਾ ਲਾਸ ਆਫ ਬਾਈਸਾਈਕਲ। SHO ਨੂੰ ਜਿਹੜਾ ਹੈ ਇੱਕ ਪੱਤਰ ਲਿਖੋ ਤੁਹਾਡੇ ਸ਼ਹਿਰ ਦੀ ਤੁਹਾਡੀ ਸਾਈਕਲ ਦਾ ਜਿਹੜਾ ਹੈਗਾ ਦੋਸਤੋ ਕੀ ਹੈ ਚੋਰੀ ਹੋ ਗਿਆ ਹੈ। ਤੁਹਾਡਾ ਇਹ ਜਿਹੜਾ ਹੈਗਾ ਵਾ ਦੋਸਤੋ ਬਾਈਸਾਈਕਲ ਵਾਲਾ ਇੱਥੇ ਦੇਖੋ ਆ ਰਿਹਾ ਤੁਹਾਡਾ ਬਾਈਸਾਈਕਲ ਵਾਲਾ। ਠੀਕ ਹੈ, ਲਾਸ ਆਫ ਯੋਰ ਬਾਈਸਾਈਕਲ ਜਾਂ ਫਿਰ ਥੈਫਟ ਆਫ ਬਾਈਸਾਈਕਲ ਬਾਰੇ ਲੈਟਰ ਇਹ ਆ, ਇੱਥੇ ਇਹ ਸਮਾਪਤ ਹੋ ਜਾਂਦੀ ਆ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਤੁਹਾਡਾ ਇੱਥੇ ਅਗਲਾ ਦਿੱਤਾ ਹੋਇਆ ਵਾ ਇਹਨਾਂ ਨੇ ਰਾਈਟ ਅ ਲੈਟਰ ਟੂ ਦਾ SDO ਅਗੇਂਸਟ ਫ੍ਰੀਕੁਐਂਟ ਬ੍ਰੇਕਡਾਊਨ ਆਫ ਇਲੈਕਟ੍ਰਿਸਿਟੀ ਇਨ ਯੋਰ ਲੋਕੈਲਿਟੀ। ਠੀਕ ਹੈ, SDO ਨੂੰ ਪੱਤਰ ਲਿਖੋ ਕਿ ਤੁਹਾਡੇ ਇਲਾਕੇ ਵਿੱਚ ਬਿਜਲੀ ਦੇ ਲਗਾਤਾਰ ਟੁੱਟਣ ਦੇ ਵਿਰੁੱਧ ਸ਼ਿਕਾਇਤ ਬਾਰੇ। ਠੀਕ ਹੈ, ਤਾਂ ਚਲੋ ਆਪਾਂ ਇਹ ਵੀ ਦੇਖ ਲੈਂਦੇ ਹਾਂ। ਤਾਂ ਆ ਰਿਹਾ ਬ੍ਰੇਕਡਾਊਨ ਆਫ ਇਲੈਕਟ੍ਰਿਸਿਟੀ ਇਨ ਯੋਰ ਲੋਕੈਲਿਟੀ, ਤੁਸੀਂ ਇਸ ਨੂੰ ਦੇਖ ਲਓ ਚੰਗੀ ਤਰ੍ਹਾਂ ਕੰਪਲੇਂਟ ਅਗੇਂਸਟ ਫ੍ਰੀਕੁਐਂਟ ਬ੍ਰੇਕਡਾਊਨ ਆਫ ਇਲੈਕਟ੍ਰਿਸਿਟੀ। ਉਸ ਤੋਂ ਬਾਅਦ ਅਗਲਾ ਦਿੱਤਾ ਹੋਇਆ ਵਾ
राइट अ लेटर टू द एडिटर ऑफ द न्यूज़पेपर हाईलाइटिंग द एविल ऑफ द ईव टीजिंग एंड चैन स्नैचिंग। ठीक है, यानी कि भी ਜਿਹੜਾ ਹੈਗਾ ਵਾ ਛੇੜਛਾੜ ਅਤੇ ਚੈਨ ਸਨੈਚਿੰਗ ਦੀ ਬੁਰਾਈ ਨੂੰ ਉਜਾਗਰ ਕਰੋ ਅਤੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਇਸ ਬਾਰੇ ਜਿਹੜਾ ਹੈਗਾ ਵਾ ਪੱਤਰ ਲਿਖਣਾ ਵਾ। ਤਾਂ ਚਲੋ ਦੋਸਤੋ ਲਿਖ ਦਿੰਦੇ ਆ ਪੱਤਰ। ਇਹਦੇ ਵਿੱਚ ਕੀ ਗੱਲ ਆ ਰਿਹਾ ਈਵ ਟੀਜ਼ਿੰਗ। ਠੀਕ ਹੈ ਜੀ, ਇਨ ਦਾ ਲੋਕਲ ਬੱਸ। ਠੀਕ ਹੈ ਜੀ, ਈਵ ਟੀਜ਼ਿੰਗ ਬਾਰੇ ਹੈਗਾ ਵਾ ਬਸ ਦ ਐਵਿਲ ਆਫ ਈਵ ਟੀਜ਼ਿੰਗ ਇਨ ਲੋਕਲ ਬੱਸ ਦੇ ਵਿੱਚ ਆ। ਠੀਕ ਹੈ ਜੀ, ਹੁਣ ਇਹ ਨਹੀਂ ਦੱਸਿਆ ਸੀਗਾ ਲੈਟਰ ਦੇ ਵਿੱਚ ਕਿਹੜੇ ਵਾਰ ਲਿਖਣਾ, ਆਪਾਂ ਲੋਕਲ ਬੱਸ ਦੇ ਵਿੱਚ ਲਿਖ ਦਿੱਤੀ ਈਵ ਟੀਜ਼ਿੰਗ ਹੁੰਦੀ ਆ। ਠੀਕ ਹੈ, ਤੇ ਇਸ ਦਾ ਆਨਸਰ ਦੋਸਤੋ ਤੁਸੀਂ ਇਸ ਪ੍ਰਕਾਰ ਲਿਖ ਸਕਦੇ ਹੋ ਸਾਰਿਆਂ ਦਾ। ਇਹ ਇੱਥੇ ਖਤਮ ਹੋ ਜਾਵੇਗੀ। ਉਸ ਤੋਂ ਬਾਅਦ ਹੁਣ ਆਪਣਾ ਜਿਹੜਾ ਇੱਥੇ ਦੋਸਤੋ ਅਗਲਾ ਦਿੱਤਾ ਹੋਇਆ ਤੁਹਾਡਾ, ਅਗਲਾ ਹੁਣ ਕੀ ਦਿੱਤਾ ਹੋਇਆ ਵਾ ਆਹ ਤੁਹਾਡਾ ਦਿੱਤਾ ਹੋਇਆ ਵਾ एक नोट भी दिता है कि पहली 5 अच्छी तरह से कर लो, इसमें से पेपर में आने की पूरी संभावना है। जी पहलियां 5 ने ये वधिया नाल कर लो, तुहानूं करा भी दित्तियां ने। ठीक है, चंगी तरह एक बार होर कर लो, बाकी थल्ले वाले भी कर लो, इन्हां दे विच भी आ सकती है। अगे दोस्तों एक्सप्लेनिंग न्यूज़पेपर हैडलाइन। ठीक है, जो कि तुहानूं 3 मार्क्स की आनी आ हैडलाइन ने न्यूज़पेपरां दीयां, जिवें कि तुहानूं ना आ जाएगी इंडियन आस्ट्रेलिया हॉकी मैच। हाँ जी, मैच एंड्स इन ड्रॉ। ठीक है जी, तो ये बारे दोस्तों तुसीं हैडलाइन देनी है, तो तुसीं लिखना वा एवें इंडियन आस्ट्रेलिया फर्स्ट मैच इन द हॉकी वर्ल्ड लीग एंडेड इन अ ड्रॉ एज अ बोथ द टीम्स स्कोर्ड अ गोल ईच। ठीक है, की है कि हाकी वर्ल्ड लीग च भारत और आस्ट्रेलिया का पहला मैच ड्रा रहा, क्योंकि दोवें टीमां हरेक ने एक एक जिहड़ा हैगा पॉइंट यानी कि गोल किया। ठीक है जी, गोल ये किया। अगे है अपना स्कोर सीगा मतलब सारिਆਂ ਦਾ। अगे है अपना रेलवे कैंसल टू ट्रेन, यानी कि की है रेलवे। ठीक है, रेलवे की होंदा दोस्तों, रेलवे ने जिहड़ा हैगा वा 2 ट्रेनां रद्द कीतियां। द रेलवे हैज़ अनाउंसड द कैंसलेशन ऑफ 2 इंपॉर्टेंट ट्रेन्स ओरिजिनेटिंग फ्रॉम श्री गंगानगर फ्रॉम दिसंबर 1 to फरवरी 15 ड्यू टू हैवी फॉग इन द लास्ट फ्यू डेज। ठीक है, रेलवे ने पिछले कुछ दिनों तो पै रही संघनी धुंध कारण 1 दसंबर तो 15 फरवरी तक श्री गंगानगर तो चलन वाली 2 महत्वपूर्ण ट्रेनां जिहड़ियां हैगियां ने कैंसल रद्द कीतियां। ठीक है, कैंसल कीतियां। हैवी रेन्स लैश दिल्ली आफ्टर दिल्ली सॉरी हैवी रेन लैश दिल्ली आफ्टर ह्यूमिड फ्राइडे मॉर्निंग। आ तुसी रीड आउट कर लो दोस्तों। वूमेन टू ज्वाइन इंडियन आर्मी एज ऑफिसर। ठीक है जी, इंडियन नावल लेडी ऑफिसर ऑन अ स्पेशल मिशन पावरफुल स्ट्रॉम किल 5 इन श्रीलंका। ठीक है, इस प्रकार दोस्तों इन्होंने कोई भी आ सकती है। अगे दोस्तों 5 टैररिस्ट किल्ड इन वैली। ठीक है, यानी कि जोड़े है घाटी के मतलब समुद्र घाटी होंगी है कोई। ठीक है जी, उत्थे मारे गए अतवादी। ठीक है जी, PM2 एड्रैस इन UN जनरल असैंबली। ठीक है जी, की है राष्ट्र की जनरल असैंबली में संबोधन करने लई जिहड़ा हैगा वा प्रधानमंत्री ਉਹਦੇ बारे हैगी है ये SC2 रिविस्ट। हाँ जी हाँ जी रिविजिट नो ऑटोमैटिक अरेस्ट इन डाउरी केसेस। ठीक है, SC मतलब दोस्तों की हो गया सुप्रीम कोर्ट, रिविजिट टू नो ऑटोमैटिक अरेस्ट इन डाउरी केसेस। ठीक है, ये दोस्तों आही कि दाज के मामलों में कोई स्वैचलित गिरफ्तारी नहीं होगी। वो बारे हैगी आ स्टूडेंट शो केस इनोवेटिव प्रोजैक्ट्स। ठीक है, फेसबुक 40 लाख प्लेज टू डोनेट ब्लड। PNB रेज डिपॉजिट रेट बाय 0.5%। गवर्नमेंट टू ट्रैक हिडन HIV पॉजिटिव। पैनल फॉर द फ्रेम डीजल रूल्स फॉर ट्रैक्टर्स। ठीक है, इस प्रकार ये दिता है, तुसीं सारे रीड आउट कर लेना है। अगे अपना ईमेल दित्तियां हुई ने। ठीक है, तो ईमेल दोस्तों जी हैगी तुहानूं इत्थे आ देख लो आह दित्ती हुई आ राइट एन ईमेल, ये भी तुहानूं आउणी आ। ठीक है जी, तो की है देखो राइट एन ईमेल टू योर फादर रिक्वेस्टिंग हिम टू ट्रांसफर सम मनी इन योर अकाउंट सो दैट यू कैन क्लीयर द ड्यूज बिफोर द फाइनल एग्जाम्स। यानी कि भाई जिहड़ा हैगा वा अपने पिता नूं एक ईमेल लिखो, उसनूं बेनती करो कि वो तुहाडे खाते विच कुछ पैसे ट्रांसफर करन ताकि जिहड़ा हैगा तुसीं अंतिम फाइनल परीक्षावां तो पहला बकाया क्लीयर कर सको। ठीक है जी, तो देखो की है टू प्रकाश चंद @hotmail.com फ्रॉम जिन्हों भेज रहे हो आप टू जिहड़ा हैगा वा जिन्हों आप भेजना वा फ्रॉम जिहदे द्वारा असीं भेज रहे हैं। ठीक है जी, जिवें कि टू आ तुसीं इत्थे फ्रेंड का लिखना फ्रॉम अपना ये लिखना डेट मार्च 5 2024-25। ठीक है जी, तो ये हाँ खाली छड्डिया होया इन्होंने। तो सबजैक्ट की है दोस्तों रिक्वेस्ट टू ट्रांसफर मनी यानी कि पैसे ट्रांसफर करने लई बेनती करो। रिस्पैक्टेड पापा यानी कि सत्कारयोग पापा जी, माई फाइनल एग्जामिनेशन आर ड्यू टू स्टार्ट 10 अप्रैल 2025। वी आर रिक्वायर्ड टू क्लीयर आवर स्कूल ड्यूज बाय 10 मार्च 2025। द बैलेंस इन माई बैंक अकाउंट इज़ वेरी स्मॉल। आई नीड मोर मनी टू क्लीयर माई ड्यूज। काइंडली ट्रांसफर 5000 टू माई अकाउंट विद रिगार्ड्स काइंड रिगार्ड्स दिव्या सेन। ठीक है जी, की है
ਮੇਰੀਆਂ ਅੰਤਿਮ ਫਾਈਨਲ ਪ੍ਰੀਖਿਆਵਾਂ ਜਿਹੜੀਆਂ ਨੇ 10 ਅਪ੍ਰੈਲ 2025 ਨੂੰ ਸ਼ੁਰੂ ਹੋਣ ਵਾਲੀਆਂ ਹਨ। ਸਾਨੂੰ 10 ਮਾਰਚ 2025 ਤੱਕ ਆਪਣੇ ਸਕੂਲ ਦੇ ਬਕਾਏ ਜਿਹੜੇ ਹੈਗੇ ਕਲੀਅਰ ਕਰਨ ਦੀ ਜਿਹੜੀ ਹੈਗੀ ਆ ਲੋੜ ਹੈ। ਮੇਰੇ ਬੈਂਕ ਖਾਤੇ ਵਿੱਚ ਪੈਸਾ ਜਿਹੜਾ ਹੈਗਾ ਬਹੁਤ ਹੀ ਘੱਟ ਹੈ। ਮੈਨੂੰ ਆਪਣੇ ਬਕਾਏ ਜਿਹੜੇ ਹੈਗੇ ਆ ਕਲੀਅਰ ਕਰਨ ਲਈ ਹੋਰ ਪੈਸਾ ਦੀ ਲੋੜ ਹੈ। ਕਿਰਪਾ ਕਰਕੇ ਟ੍ਰਾਂਸਫਰ ਕਰੋ ਮੈਨੂੰ ਕਿੰਨਾ 5,000 ਠੀਕ ਹੈ ਮੇਰੇ ਖਾਤੇ ਵਿੱਚ ਪਾਓ ਠੀਕ ਹੈ। ਵਿਦ ਰਿਗਾਰਡਸ ਕਾइंड ਰਿਗਾर्ड्स यानी कि शुभ कामनावां सत्कार नाल ठीक है दिव्या सेन। इसी प्रकार दोस्तों ये तो अगला दिता है वा राइट एन ईमेल टू योर कोलीग अबाउट द रिसेंट चेंज इन द सेल्स पॉलिसी ठीक है यानी कि भी जोड़ा है वा बिक्री नीति विच हालिया तब्दीलियां बारे अपने सहकर्मी नूं एक ईमेल लिखो ठीक है रिगार्डिंग चेंज इन सेल पॉलिसी द ऑफ द कंपनी ठीक है कंपनी विच बिक्री नीति विच बदलाव के संबंधी ठीक है। अब बाकी तुसीं सारा कुछ देख लो टू फ्रॉम डेट तो आह अंडर सिक्योर आह लाइनां भी मारनियां ने 4 एम दियाँ ठीक है। ये जरूर मारियो जो तुसीं करोगे। उस तो बाद की लिखा हुआ दोस्तों थ्रो दिस ईमेल इस मेल राही ठीक है जी आई वांट टू इन्फॉर्म यू दैट योर कंपनी हैज़ चेंज्ड इन सेल्स पॉलिसी फॉर द टाइम बिंग यू कैन सस्पेंड द सेल of products. I am sending you a copy the change affected in sale policy. Go through it thoroughly. It will be effective from January 1 2025 बेस्ट रिगार्ड्स सोहन शर्मा। मतलब इस मेल राही मैं तुहानूं सूचित करना चाहता हाँ कि कंपनी ने अपनी विक्री नीति नूं जिहड़ा हैगा वा बदल दिता है। फिलहाल तुसीं उत्पादी की विक्री नूं मुअत्तल कर सकते हो। मैं तुहानूं विक्री नीति विच प्रभावित तब्दीलियां दी एक कापी भेज रहा या रही हाँ ठीक है। इसनूं चंगी तरह जिहड़ा हैगा समझो। यह 1 जनवरी 2025 तो लागू होवेगा। इस प्रकार दोस्तों ये हैगा वा। उस तो बाद आह तुहाडे होर भी ईमेल दित्तियां होईयां ने फ्रेंड एक्सप्रैसिंग यानी कि राइट एन ईमेल टू योर फ्रेंड एक्सप्रैसिंग योर कंडोलेंस ऑन हिज फादर डैथ ठीक है यानी कि भाई अपने दोस्त नूं उसके पिता की मौत ते शोक प्रगट करने लई एक जिहड़ा हैगा ईमेल लिखिया होया राइट एन ईमेल टू योर फ्रेंड इनवाइटिंग हिम ऑन द इनएगुरेशन ऑफ योर न्यू कंपनी ठीक है। इनएगुरेशन मतलब दोस्तों की हुंदा वा उद्घाटन ठीक है जी। तो ये की लिखा दोस्तों अपने कि भाई अपनी नवी कंपनी के उद्घाटन तो अपने दोस्त नूं सद्दा देने लई जिहड़ा एक ईमेल लिखो। उस तो बाद आ चंगी तरह देख लो दोस्तों ठीक है। हम रीड दी टाइम की शॉर्टेज करके दोस्तों पढ़ नहीं रहा। आ भी देख लो आ भी देख लो। उस तो बाद जिहड़ा हैगा वा राइट एन ईमेल टू योर प्रिंसीपल ऑफ योर स्कूल रिक्वेस्टिंग हर टू प्रक्योर सम बुक्स फॉर द स्कूल लाइब्रेरी। ਇਹਦੇ ਵਿੱਚ ਆਹੀ ਲਿਖਿਆ ਹੋਇਆ ਕਿ ਆਪਣੇ ਸਕੂਲ ਦੀ ਪ੍ਰਿੰਸੀਪਲ ਨੂੰ ਇੱਕ ਈਮੇਲ ਲਿਖੋ ਅਤੇ ਉਸ ਨੂੰ ਸਕੂਲ ਲਈ ਕੁਝ ਕਿਤਾਬਾਂ ਖਰੀਦਣ ਲਈ ਜਿਹੜਾ ਹੈਗਾ ਵਾ ਬੇਨਤੀ ਕਰੋ ਸਕੂਲ ਦੀ ਲਾਇਬ੍ਰੇਰੀ ਵਾਸਤੇ ਠੀਕ ਹੈ। ਤੇ ਤੁਸੀਂ ਇਸ ਨੂੰ ਰੀਡ ਆਊਟ ਕਰ ਲੈਣਾ ਵਾ। ਅੱਗੇ ਰਾਈਟ ਐਨ ਈਮੇਲ ਟੂ ਯੂਰ ਯੰਗਰ ਸਿਸਟਰ ਆਸਕਿੰਗ ਹਰ ਟੂ ਕਮ ਹੋਮ ਫਰੋਮ ਹੋਸਟਲ ਔਨ ਦਾ ਵੀਕਐਂਡ। ਕੀ ਹੈ ਬਈ ਇਹਦੇ ਵਿੱਚ ਆਪਣੀ ਛੋਟੀ ਭੈਣ ਨੂੰ ਵੀਕਐਂਡ ਤੇ ਹੋਸਟਲ ਤੋਂ ਘਰ ਆਉਣ ਲਈ ਇੱਕ ਜਿਹੜਾ ਹੈਗਾ ਈਮੇਲ ਲਿਖੋ। ਓਕੇ ਸਹੀ ਹੈ। ਰਾਈਟ ਐਨ ਈਮੇਲ ਟੂ ਯੂਰ ਫਰੈਂਡ requesting her to help in preparing important presentation for a big client। ਕੀ ਹੈ ਦੋਸਤੋ ਇਹਦੇ ਵਿੱਚ ਕਿ ਕਿਸੇ ਦੋਸਤ ਨੂੰ ਜਿਹੜਾ ਹੈਗਾ ਇੱਕ ਈਮੇਲ ਲਿਖੋ ਅਤੇ ਉਸ ਨੂੰ ਮਹੱਤਵਪੂਰਨ ਪੇਸ਼ਕਾਰੀ ਤਿਆਰ ਕਰਨ ਵਿੱਚ ਤੁਹਾਡੀ ਜਿਹੜੀ ਹੈਗੀ ਮਦਦ ਕਰਨ ਲਈ ਜਿਹੜਾ ਹੈਗਾ ਬੇਨਤੀ ਕਰੋ ਠੀਕ ਹੈ ਜੀ। ਇਹ ਹੈਗਾ ਇੱਕ ਠੀਕ ਹੈ। ਤੇ ਉਸ ਤੋਂ ਬਾਅਦ ਜੋ ਕਿ ਇੱਕ ਵੱਡੇ ਗ੍ਰਾਹਕ ਲਈ ਹੈ ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਇਸ ਪ੍ਰਕਾਰ ਇਹ ਲਿਖਣਾ ਵਾ ਤੁਸੀਂ। ਇਹਦਾ ਅਗਲਾ ਪਾਰਟ ਇੱਥੇ ਆ ਆਹ ਵਾਲੀ ਚੀਜ਼ ਹਾਂਜੀ ठीक है आ इत्थे लिख देना वा। तो पिछे जो तुहानूं दिखाया वो भी अगे राइट एन ईमेल टू योर फ्रेंड हू हैड रिक्वेस्टेड यू फॉर डोनेशन फॉर अ ब्लड रिलीफ कैंप बिंग ऑर्गेनाइज्ड फॉर विक्टम्स ठीक है। या अपने दोस्त नूं एक ईमेल लिखो जिस ने तुहानूं हड़ राहत कैंप लई जिहड़ा हैगा दान लई जिहड़ा हैगा बेनती कीती सी पीड़तां लई आयोजित किया जा रहा है ठीक है। आह तुसीं रीड आउट कर लो इसनूं। अगे दोस्तों राइट एन ईमेल टू योर फ्रेंड इनवाइटिंग हिम टू अटेंड योर पेरेंट्स मैरिज एनिवर्सरी। बई अपने दोस्त नूं अपने जिहड़े हैगा माता पिता की विआह की जिहड़ी हैगी एनिवर्सरी ते हाज़र होने लई जिहड़ा हैगा सद्दा देण लई एक ईमेल लिखो। आ हो जाना दोस्तों तुहाडा रीड आउट कर लो सौखा ही आ। अगे सपोज यू आर तेग ठीक है जी। मान लो कि तुसीं तेग हो ठीक है। राइट एन ईमेल टू यू गुरबीर ठीक है। गुरबीर नूं जिहड़ा अपने दोस्त नूं एक ईमेल लिखो योर फ्रेंड आस्किंग हिम टू ज्वाइन फॉर डिनर एट योर होम ऑन द वीकेंड ठीक है। की है बई अपने उस नूं तुहाडे नाल जिहड़ा हैगा जुड़न लई कहो वीकेंड ते तुहाडे घर रात का खाना खाण लई ठीक है जी। उस प्रकार दोस्तों ये लिखना बस सौखा ही आ। लॉन्ग टाइम नो सी ठीक है जी यानी कि हो गया लंबे समय तो नहीं देखा। जॉइन अस फॉर डिनर दिस सैटरडे 8 PM एट माई होम इट वुड बी ग्रेट टू स्पेंड सम टाइम टुगैदर ठीक है। इस शनिवार 8 बजे मेरे घर रात के खाने लई साडे नाल जिहड़ा हैगा शामिल होवो। यह कुछ समा बिताउण लई शानदार होवेगा इकट्ठे ठीक है जी। तो तेग इस प्रकार ये लिख देना वा।
ਉਸ ਤੋਂ ਬਾਅਦ ਦੋਸਤੋ ਤੁਹਾਡੀ ਆਹ ਟਰਾਂਸਲੇਸ਼ਨਾਂ ਦਿੱਤੀਆਂ ਹੋਈਆਂ ਨੇ ਜੋ ਕਿ ਤੁਹਾਨੂੰ ਜਿਹੜਾ ਹੈਗਾ ਬਹੁਤ ਹੀ ਸੌਖੀ ਆ। 2-2 ਮਾਰਕਸ ਦੀ ਇੱਥੇ ਇਹਨਾਂ ਨੇ ਦਿੱਤੀ ਹੋਈ ਆ। 2 ਸੈਂਟੈਂਸ ਕਰਨੇ ਹੋਣਗੇ 3 ਦੇ ਵਿੱਚੋਂ ਤੇ 2 ਮਾਰਕਸ ਦੀ ਹੈਗੀ ਆ। ਜਿਵੇਂ ਕਿ ਆਹ ਖੁਦ ਦਾ ਜੱਜ ਇਜ਼ ਨਾਟ ਡਿਲੀਵਰਿੰਗ ਦਾ ਰਾਈਟ ਵਰਡਿਕਟ, ਇਸ ਨੂੰ ਆਪਾਂ ਪੰਜਾਬੀ ਦੇ ਵਿੱਚ ਲਿਖਣਾ ਵਾ ਜੱਜ ਸਹੀ ਫੈਸਲਾ ਨਹੀਂ ਦੇ ਰਿਹਾ ਹੈ ਤੇ ਹਿੰਦੀ ਵਿੱਚ ਜੱਜ ਸਹੀ ਫੈਸਲਾ ਨਹੀਂ ਦੇ ਰਿਹਾ ਹੈ। ਇਹ ਤਾਂ ਦੋਸਤੋ ਤੁਹਾਨੂੰ ਦੇਖਣ ਦੀ ਬਸ ਇੱਕ ਵਾਰੀ ਨਿਗਾਹ ਜੀ ਮਾਰ ਲਓ, ਤੁਹਾਨੂੰ ਆਪਣੇ ਆਪ ਹੀ ਇਹ ਜਿਹੜੇ ਹੈਗੇ ਕਲੀਅਰ ਹੋ ਜਾਣਗੇ। ज़्यादा कोई औखे नहीं है ये, ठीक है। एक बार तुम इसनों चंगी तरह जोड़ा है वा देख लेना वा। 16 पेज हो गया आ भी जोड़ा है दोस्तों तुहाडे दिते हुए हैं। उस तो बाद दोस्तों ट्रांसलेशन तुहानूं जिहड़ी हैगी आ आह दित्ती हुई आ पंजाबी ते हिंदी दे विच। इसनूं तुसीं हुण इंग्लिश दे विच कन्वर्ट करना, जिवें कि इस सड़क की मुरम्मत नहीं की गई, इस सड़क की मुरम्मत नहीं की गई, तो इसनूं लिखांगे दिस रोड हैज़ नॉट गॉट रिपेयर्ड, ठीक है। इस प्रकार दोस्तों आ तुहाडे आंसर दिते हुए आ। इसनूं भी चंगी तरह जिहड़ा है तुसीं रीड आउट कर लो। आ भी दिता होया वा तुहाडा जो कि दोस्तों पंजाबी अते जिहड़ा हैगा वा अपना हिंदी दे विच दिता वा, उसनूं तुसीं कन्वर्ट कीता वा इंग्लिश दे विच। ग्रामर आइटम्स ने दोस्तों जो कि 10 मार्क्स दी होणीआं ने। डू एज डायरैक्टेड यानी कि फिलिंग द ब्लैंक्स विद सुटेबल डिटरमिनेंट फॉर्म टैक्सट, ठीक है। तो ये तुहाडीआं हुण जिहड़ियां ने की आणगीआं, ये दोस्तों तुहाडे डिटरमिनर ने। जिवें कि शी इज़ प्राउड डैश, तो इत्थे आंसर क्या आएगा हर ब्यूटी, ठीक है जी। उन्होंने अपना मान है अपने सुंदरता ते, ठीक है जी, ब्यूटी ते। तो इत्थे दोस्तों हर आ जाएगा, इत्थे हिज हर दिता है वा, यदा आंसर जिहड़ा हैगा हर आएगा। हर तुसीं टिक ला के इत्थे भर दिओ। अगे दोस्तों डैश की है दोस्तों डैश आ, ठीक है। प्लांट इज़ डाइंग, तो दैट प्लांट इज़ डाइंग, इस प्रकार इसका आंसर होएगा। आंसर सारे दिते हुए हैं, तुसीं चंगी तरह देख लो। ये दोस्तों जो है एक्सप्लेन करूँगा तो बहुत ज़्यादा टाइम लग जाएगा। वीडियो वैसे भी बहुत ज़्यादा 50 मिनट की वीडियो होगी होनी है, 50 मिनट तो प्लस की वीडियो होगी होनी है। ये तुसीं देख लो सारे दे आंसर इत्थे नाल लिखे हुए हैं। उस तो बाद दोस्तों तुहाडे डिटरमिनेंट आह दिते होए फ्रॉम ग्रामर दे विच्चों कुछ, इसनूं देख लो 10 नंबर दे आउणगे दोस्तों। ये सारे 1-1 नंबर वाले घरे भी चंगी तरह कर लैणे, तुहाडे जिहड़े हैगे वधिया अंक बन जाणगे। उस तो बाद दोस्तों तुहाडे आह नॉन फिनाइट्स दिते होए, ठीक है जी, जो कि इनफिनिटिव ग्रेन्यूड पार्टिसिपल 2 मार्क्स दी होनी है। इनफिनिटिव देख लो सब तो पहला आ तुहाडा दिता होया वा, इसनूं देख सकते हो, आ देख लो। उस तो बाद इसनूं जूम कर दिंदे आपां, आ देख लो दोस्तों। वैरी ईजी ने दोस्तों, ज़्यादा कोई औखे है नहीं गे। एक बार चंगी तरह जिहड़ा हैगा तुसीं रीडिंग कर लोगे तो तुहानूं पता लग जाएगा, क्योंकि दोस्तों इन्हां दे आंसर भी नाल ही नाल लिखे हुए हैं सारे। ये नहीं हैगा कि आंसर नहीं हैगा, आंसर हैगे आ। ज़्यादा कोई दिक्कत आनी नहीं चाहिए तुहानूं। तो उस तो बाद दोस्तों हाँ रिमूव टू बारे आ, जिवें कि शी वाज टू ओल्ड टू वॉक फास्ट, ठीक है जी। तो रिमूव करना बट टू शी वाज सो ओल्ड दैट शी कुड नॉट वॉक फास्ट। इस प्रकार दोस्तों ये हैगे आ, इसनूं भी तुसीं देख लेना वा। 22 पेज हो गए। तो हुण यूजिंग टू आ, ठीक है, कि तुसीं हुण यूज़ करना वा टू, टू नहीं दिता होगा। देयर सॉरी दिस न्यूज़ इज़ सो गुड दैट आई इट कैन नॉट बी ट्रू, इसनूं लिखांगे दिस न्यूज़ इज़ टू गुड टू बी ट्रू, ठीक है जी। इस प्रकार ये हैगे आ। हुण तुहाडे चेंज द बॉयज़ ने आई कैन नॉट लिफ्ट हिज हैवी बॉक्स, दिस हैवी बॉक्स कैन नॉट बी लिफ्टड बाय मी। बॉयज़ आ एक्टिव पैसिव बॉयज़ जिहड़े हुंदे आ, ये भी देख लो दोस्तों। इन्हां दे विचों ही डिग जांदियां ने, पेपरां दे विच आ जांदियां ने, मतलब सौखा ही आ, ज़्यादा कोई औखे नहीं हैगे। आ देख लो चंगी तरह। उस तो बाद दोस्तों चेंज द नरेशन ने शी सेड टू मी आई वॉज प्रेजेंट इन द क्लास यस्टरडे, इसनों आपां किस प्रकार लिखांगे शी टोल्ड मी दैट शी हैड बीन प्रेजेंट इन द क्लास प्रीवियस डे, ठीक है। इस प्रकार ये हैगे आ सारे, देख लो आ रहा। चंगी तरह तुसीं जिहड़ा हैगा वा ना इहदी रीडिंग लै सकदे हो। ज़्यादा कोई औखे नहीं कि मैं भी काफ़ी ज़्यादा थक गया, क्योंकि वीडियो काफ़ी ज़्यादा लंबी हो जाती है। तो इत्थे आ खत्म हो गए दोस्तों। हुण तुहाडे ना सैक्शन सी आ लिटरेचर के 37 मार्क्स दे, ठीक है जी। इत्थे अपने किन्ने पेज हो गए आ रहा 26 पेज हो गए पूरे। 26 तो लैके दोस्तों लास्ट दे हुण किन्ने पेज रह जाणगे, लास्ट दे 48, ठीक है जी। 26 तो 48 पेजां दी जिहड़ी हैगी आ, हुण तां तुहाडे प्रश्न उत्तर ही रह गए ने। इहदी लई मैं पार्ट 2 बनाऊंगा। मैं थक गया, सच्ची कह रहा, हुण बोलण दा मन नहीं कर रहा बिल्कुल। पार्ट 2 आएगा, पार्ट 2 दे विच मैं इन्हां नूं एक्सप्लेन भी करूँगा तो तुहानूं समझाऊँगा भी, ठीक है जी।
ਪਾਰਟ 2 ਦੇ ਵਿੱਚ ਮੈਂ ਜਿਹੜਾ ਹੈਗਾ ਵਾ ਇਹ ਵਾਲੇ ਪੇਜ ਤੋਂ ਸ਼ੁਰੂ ਕਰ ਦੂੰਗਾ। ਠੀਕ ਹੈ ਜੀ, ਕਿੱਥੇ ਗਿਆ, ਆ ਰਿਹਾ ਆਹ ਵਾਲੇ ਪੇਜ ਤੋਂ, ਸੈਕਸ਼ਨ ਸੀ ਤੋਂ। ਠੀਕ ਹੈ, ਸੈਕਸ਼ਨ ਸੀ ਤੋਂ ਲੈ ਕੇ ਜਿਹੜੇ ਵੀ ਤੁਹਾਡੇ ਰਹਿ ਜਾਣਗੇ ਆ ਸਾਰੇ। ਠੀਕ ਹੈ ਜੀ, ਆ ਮੈਂ ਸੈਕਸ਼ਨ ਸੀ ਤੋਂ ਲੈ ਕੇ ਲਾਸਟ ਤੱਕ ਜਿੰਨੇ ਵੀ ਪੇਜ ਆ ਤੁਹਾਡੇ ਰਹਿ ਜਾਣਗੇ ਸਾਰੇ, ਆ ਜਿਹੜਾ ਹੈਗਾ ਵਾ ਇੱਥੇ ਤੱਕ, ਮਤਲਬ ਲਾਸਟ ਪੇਜ ਤੱਕ 48 ਤੱਕ ਪ੍ਰਸ਼ਨ ਉੱਤਰ ਜਿਹੜੇ ਹੈਗੇ ਆ ਤੁਹਾਡੇ ਵੱਡੇ ਵਾਲੇ ਵੀ ਆ ਸਾਰੇ। ਠੀਕ ਹੈ ਜੀ, ਕਿਹੜੇ ਪਾਰਟ 2 ਆਊਗਾ ਤੇ ਪਾਰਟ 2 ਦੇ ਵਿੱਚ ਮੈਂ ਉਹਨਾਂ ਨੂੰ ਕਲੀਅਰ ਕਰੂੰਗਾ। ਠੀਕ ਹੈ ਜੀ, ਪਾਰਟ 2 ਆਏਗਾ, ਉਹਦੇ ਵਿੱਚ ਆਹ ਸੈਕਸ਼ਨ ਸੀ ਤੋਂ ਲੈ ਕੇ ਪੇਜ ਨੰਬਰ 26 ਤੋਂ ਲੈ ਕੇ 48 ਤੱਕ ਆਏਗਾ। ਠੀਕ ਹੈ ਜੀ, ਉਹਦੇ ਵਿੱਚ ਕਲੀਅਰ ਕਰੂੰਗਾ। ਥੱਕ ਗਿਆ ਬਹੁਤ, ਹੁਣ ਆਪਾਂ ਵੀਡੀਓ ਅਪਲੋਡ ਕਰ ਦਿੰਦੇ ਹਾਂ, ਦੇਖ ਲਓ ਜਦ ਤੱਕ ਇਹ ਪਾਰਟ 2 ਜਿਹੜਾ ਹੈਗਾ ਉਹਦੇ ਵਿੱਚ ਕਲੀਅਰ ਕਰ ਦਾਂਗੇ। ਓਕੇ ਦੋਸਤੋ, ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ।